ठीक ठाक, अल्लाह का करम शुक्र। मैं बड़े क्या राती कि मसला बन गया सी उत्थे सैनी साहब दी बराड़ ते की तरियाकुल कलूब दी ना, एक तरियाकुल कलूब दी इबारत दे उत्ते मेरा ते चौहान साहब दा मसला बन गया सी। अच्छा मैं सुनिया ਤੁਸੀਂ ਜਿਹੜਾ ਕਹਿੰਦੇ ਨਾ ਉੱਤੇ ਬਹਿ ਕੇ ਪਹਿਲਾਂ अच्छा, ਉਹ ਸ਼ਾਇਦ ਗੱਲ ਕਰ ਰਹੇ ਸੀ ਤੁਸੀਂ ਕੋਈ बनेरे ते बह के तुसें सुनिया? अच्छा, ਬਨੇਰਾ ਕਹਿ ਲਓ ਜੋ ਵੀ ਆਵਾਜ਼ ਆ ਜਾਂਦੀ ਬਰਾਡ ਅੱਗੇ ਤੁਹਾਡੀ ਤੇ ਆਓ ਕੀ ਮਸਲਾ ਕੀ ਹੋਇਆ ਉਹਦੇ 'ਚ ਕਿ ਉਹ ਕਿ ਇਮਕਾਨ ਉਹਦੇ ਮੌਜੂਦ ਚ ਮੇਰਾ ਸਵਾਲ ਇਹ ਵੇ ਉਹਦੇ ਚ ਮੇਰਾ ਸਵਾਲ ਇਹ ਵੇ कि मिर्जा साहब ने पहले लिखे है इमकान मौजूद है कि अल्लाह ताला ऐसे बंदे नू नबी बना दे ਹਾਂਜੀ जेड़ा बंदा ए सारे काम कर चुका है। ठीक, ਹਾਂਜੀ इमकान मौजूद है कि वो ਹੂੰ बंदा नबी बन सकता है। ਹਾਂਜੀ अगे जाके मिर्जा साहब ने कहा कि भाई कदे इंज होया तो नहीं, ਹੂੰ कदीम तो अल्लाह की सुन्नत भी नहीं, ਤੇ ਹੂੰ ਅਕਲ ਵੀ ਨਹੀਂ ਮੰਨਦੀ ਕਿ ਐਸੇ ਬੰਦੇ ਨੂੰ ਕੋਈ ਨਬੀ ਅਗਰ ਰੱਬ ਬਣਾ ਦੇਗਾ ਤੇ ਉਹਦੀ ਮੰਨੇਗਾ ਕੌਣ? ਉਹ ਕਹਿਣਗੇ ਤੂੰ ਤੇ ਆਪ ਜ਼ਨਾ ਕਰਦਾ ਰਿਹਾ, ਸਾਡੇ ਨਾਲ ਰਲ ਕੇ ਸ਼ਰਾਬ ਪੀਂਦਾ ਰਿਹਾ। ਠੀਕ ਹੈ ਤਾਂ ਜਵਾਬ ਮਿਲ ਗਿਆ ਤੁਹਾਨੂੰ ਉਧਰ ਹੀ ਤੇ ਫਿਰ ਅੱਗੇ ਕੀ ਹੈ ਇਹਦਾ ਜਵਾਬ ਕੀ ਹੈ? ਕੀ ਮਿਲ ਉਹੀ ਗਿਆ ਜਿਹੜੀ ਮੈਨੂੰ? ਤੁਸੀਂ ਅੱਗੇ ਵਜ਼ਾਹਤ ਜਿਹੜੀ ਪੜ੍ਹੀ ਹੈ ਅੱਗੇ ਚੀਜ਼ ਐਕਸਪਲੇਨ ਕਰ ਦਿੱਤੀ ਉਹਨਾਂ ਨੇ ਤੇ ਇਹੀ ਜਵਾਬ ਹੈ ਨਾ ਉਸ ਹੋਰ ਵਜ੍ਹਾ ਤੱਕ ਉਸ ਐਕਸਪਲੇਨੇਸ਼ਨ ਦਾ ਕੀ ਮਤਲਬ ਹੈ? ਨਹੀਂ ਬਣ ਸਕਦਾ ਨਹੀਂ ਬਣ ਸਕਦਾ। ਪਹਿਲੇ ਕਿਹਾ ਕਿ ਬਣ ਸਕਦਾ ਹੈ ਤੇ ਬਾਅਦ ਚ ਕਿਹਾ ਕਿ ਨਹੀਂ ਬਣ ਸਕਦਾ। ਸਹੀ ਹੈ। ਦੇਖੋ ਅੱਲਾ ਦੀ ਇਖਤਿਆਰ 'ਚ ਕੀ ਗੱਲਾਂ ਨੇ ਉਹਨੂੰ ਹਤਮੀ ਤੌਰ ਤੇ ਕੋਈ ਸ਼ਖਸ ਕਦੀ ਨਹੀਂ ਕਹਿ ਸਕਦਾ ਕਿ ਅੱਲਾ ਨੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਠੀਕ ਹੈ ਲੇਕਿਨ ਹਕਾਇਕ ਨੂੰ ਜੇ ਅਗਰ ਮੱਦੇਨਜ਼ਰ ਰੱਖਿਆ ਜਾਏ ਅੱਲਾ ਦੀ ਸੁਨਨਤ ਨੂੰ ਮੱਦੇਨਜ਼ਰ ਰੱਖਿਆ ਜਾਏ ਤੇ ਇੰਜ ਬਜ਼ਾਹਿਰ ਇਨਸਾਨ ਨੂੰ ਲੱਗਦਾ ਕਿ ਇੰਜ ਨਹੀਂ ਹੋਏਗਾ ਠੀਕ ਹੈ ਲੇਕਿਨ ਅੱਲਾ ਕਦੋਂ ਕੀ ਕਰਨਾ ਚਾਹੁੰਦਾ ਹੈ ਕੀ ਨਹੀਂ ਕਰਨਾ ਚਾਹੁੰਦਾ ਤਾਂ ਅੱਲਾਹ ਤਾਲਾ ਦੇ ਇਖਤਿਆਰ ਦੇ ਵਿੱਚ ਹੈਗਾ ਨਾ ਅਸੀਂ ਕੋਈ ਐਸੀ ਪਾਬੰਦੀ ਆਪਣੇ ਵੱਲੋਂ ਤਾਂ ਨਹੀਂ ਬਿਆਨ ਕਰ ਸਕਦੇ ਜਿੱਦਾਂ ਅੱਲਾ ਨੇ ਖੁਦ ਜ਼ਿਕਰ ਨਾ ਕੀਤਾ ਹੋਵੇ ਜਾਂ ਆਪਣੇ ਉੱਤੇ ਕੋਈ ਐਸੀ ਪਾਬੰਦੀ ਲਾਈ ਹੋਵੇ ਠੀਕ ਹੈ ਤੇ ਇਹੀ ਵਜ਼ਾਹਤ ਉਹਨਾਂ ਨੇ ਆ ਕੇ ਕਰ ਦਿੱਤੀ ਸੀ ਕਿ ਅੱਲਾਹ ਤਾਲਾ ਤੇ ਬਾਖਤਿਆਰ ਹੈਗਾ ਲੇਕਿਨ ਇਹ ਜਿਹੜੀ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਅੱਗੇ 4-5 ਗੱਲਾਂ ਵਜੂਹਾਤ ਦੱਸੀਆਂ ਨੇ ਇਹਦੇ ਮੁਤਾਬਕ ਐਸਾ ਹੋਣਾ ਜਿਹੜਾ ਹੈਗਾ ਮਹਾਲ ਨਹੀਂ ਲੱਗਦਾ ਠੀਕ ਹੈ ਤਾਂ ਹੁਣ ਇਹਦੇ 'ਚ ਜ਼ਿੱਦ ਕਰਨਾ ਤੇ ਮੇਰੇ ਖਿਆਲ 'ਚ ਤੁਹਾਡੀ ਜ਼ਿਆਦਤੀ ਵਾਲੀ ਗੱਲ ਹੈਗੀ ਹੈ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਨਾ ਕਰਨਾ ਸਿਰਫ ਇਤਰਾਜ਼ ਬਰਾ ਇਤਰਾਜ਼ ਕਰਨਾ ਇਹ ਤੇ ਫਿਰ ਕੱਜ ਵੈਸੀ ਦੇ ਮਾਮਲਾਤ ਆ ਜਾਂਦੇ ਨੇ ਠੀਕ ਹੈ ਜਦੋਂ ਕੋਈ ਸ਼ਖਸ ਐਕਸਪਲੇਨ ਕਰਦੇ ਤੇ ਉਹਦੀ ਐਕਸਪਲੇਨੇਸ਼ਨ ਨੂੰ ਹੀ ਕਬੂਲ ਕਰਕੇ ਅਗਲੀ ਗੱਲ ਕਰਨੀ ਚਾਹੀਦੀ ਹੈ ਅਸਲ ਦੇ ਵਿੱਚ ਉਹ ਐਕਸਪਲੇਨੇਸ਼ਨ ਹੀ ਤੇ ਸਮਝ ਨਹੀਂ ਆ ਰਹੀ ਭਾਈਜਾਨ ਨਾ ਕਿ ਮਿਰਜ਼ਾ ਸਾਹਿਬ ਨੇ ਕੀ ਐਕਸਪਲੇਨ ਕੀਤੀ ਗੱਲ, ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ, ਇਹ ਨਹੀਂ ਸਮਝ ਆ ਰਹੀ। ਤੁਹਾਨੂੰ ਮਿਰਜ਼ਾ ਸਾਹਿਬ ਦੀ ਕੋਈ ਗੱਲ ਸਮਝ ਆਈ ਹੈ ਅੱਜ ਤੱਕ ਇਹ ਤੇ ਤੁਸੀਂ ਪਹਿਲੇ 1.5 ਮਿੰਟ ਵਿੱਚ ਹੀ ਗੇਅਰ ਲਾ ਲਿਆ ਤੀਜਾ ਤੇ ਉਹ ਨਿਕਲ ਗਏ ਨੇ ਕੈਂਡੀਡੇਟ ਸਾਹਿਬ ਤੇ ਮੈਂ ਦੇਖਿਆ 5-10 ਮਿੰਟ ਅਸੀਂ ਕੱਢ ਹੀ ਜਾਵਾਂਗੇ ਗੱਲ। ਨਹੀਂ ਮੈਂ ਤੇ ਕੱਢ ਜਾਵਾਂਗਾ ਮੈਂ ਤੇ ਕਿਹਾ ਵੱਡੀਆਂ ਵੱਡੀਆਂ ਸ਼ਾਇਰਾਂ ਜਿਹੜੀਆਂ ਕੁਰਾਨ ਕਰੀਮ ਤੋਂ ਪ੍ਰੂਫ ਕਰਦੇ ਰਹੇ ਨੇ ਜਿਹੜੀਆਂ ਵਾਜ਼ੇ ਤੇ ਸਰਾਹਤ ਨਾਲ ਲਿਖੀਆਂ ਗਈਆਂ ਨੇ ਉਹ ਤੁਸੀਂ ਕਬੂਲ ਨਹੀਂ ਕੀਤੀਆਂ ਤੇ ਇਹਦੀਆਂ ਜਿਹੜੀ ਗੱਲਾਂ ਨੇ ਇਹ ਵੀ ਵੈਸੇ ਤੇ ਵਾਜ਼ੇ ਗੱਲ ਹੈਗੀ ਹੈ ਵੀ ਜਿਹੜਾ ਆਮ ਫਹਿਮ ਬੰਦਾ ਉਹਨੂੰ ਸਮਝ ਸਕਦਾ ਸਿਰਫ ਇਤਰਾਜ਼ ਦੀ ਐਨਕ ਪਾ ਕੇ ਵੇਖਣ ਵਾਲਾ ਉਹ ਇਹਦੇ 'ਚ ਇਤਰਾਜ਼ ਦੀ ਗੱਲ ਕੱਢ ਸਕਦਾ ਤੇ ਉਹ ਮਫਹੂਮ ਕਿਸ ਸਿਨੈਰੀਓ 'ਚ ਬਿਆਨ ਹੋ ਰਿਹਾ ਕੀ ਗੱਲ ਹੋ ਰਹੀ ਹੈ ਪਿੱਛੇ ਅੱਗੇ ਉਹ ਪੜ੍ਹ ਕੇ ਇਨਸਾਨ ਨੂੰ ਸਮਝ ਆ ਜਾਂਦੀ ਹੈ ਕਿ ਗੱਲ ਬਿਲਕੁਲ ਠੀਕ ਹੈਗੀ ਹੈ ਤੁਸੀਂ ਉਹਦੇ 'ਚ ਵਨ ਲਾਈਨਰ ਕੱਢ ਕੇ ਅਗਲੇ ਨੂੰ ਕੁਛ ਆਪਣੀ ਮਰਜ਼ੀ ਦਾ ਕੋਈ ਜਵਾਬ ਦੇਣਾ ਚਾਹੁੰਦੇ ਹੋ ਤੇ ਤੁਹਾਡੀ ਮਰਜ਼ੀ ਦਾ ਜਵਾਬ ਕੋਈ ਤੁਹਾਨੂੰ ਨਹੀਂ ਦੇ ਸਕਦਾ ਨਾ ਮੈਂ ਨਹੀਂ, ਮੈਂ ਵਜ਼ਾਹਤ ਨਹੀਂ ਇੱਕ ਆਪਣੀ ਵਾਰੀ ਕਰ ਮਰਜ਼ੀ। ਦਿੱਤੀ ਤੁਹਾਨੂੰ ਕਿ ਭਾਈ ਅੱਲਾ ਦੇ ਇਖਤਿਆਰ 'ਚ ਤੇ ਹਰ ਸ਼ੈ ਹੈਗੀ ਹੈ ਨਾ ਅੱਗੇ ਹਕਾਇਕ ਨੂੰ ਜੇਕਰ ਵੇਖਿਆ ਜਾਏ ਤੇ ਇੰਜ ਦਾ ਹੋਣਾ ਮਹਾਲ ਨਹੀਂ ਇਸ ਜੁਮਲੇ ਨਾਲ ਤੁਹਾਡੀ ਤਸੱਲੀ ਕਿਉਂ ਨਹੀਂ ਹੁੰਦੀ ਯਾਦ ਜੇਕਰ ਤੁਹਾਡੀ ਮੇਰੀ ਤਸੱਲੀ ਨਹੀਂ ਵੀ ਹੁੰਦੀ ਤੇ ਮੈਂ ਅੱਗੋਂ ਇਸ ਤੋਂ ਬਾਅਦ ਤੁਹਾਨੂੰ ਕੀ ਐਕਸਪਲੇਨੇਸ਼ਨ ਦੇ ਦਾਂਗਾ ਕਿਹੜਾ ਕੁਲੀਆ ਜਾਂ ਫਾਰਮੂਲਾ ਤੁਹਾਨੂੰ ਬਿਆਨ ਕਰ ਦੇਵਾਂਗਾ ਕਿਹੜਾ ਪਾਣੀ ਤੁਹਾਨੂੰ ਪਿਲਾ ਦੇਵਾਂਗਾ ਕਿ ਤੁਸੀਂ ਕਹੋ ਕਿ ਹਾਂ ਹੁਣ ਮੇਰੀ ਤਸੱਲੀ ਹੋ ਗਈ ਹੈ ਅਗਲਾ ਸਵਾਲ ਹੁਣ ਕਰਦੇ ਹਾਂ ਇਸ ਤੋਂ ਵੱਧ ਮੇਰੇ ਤੇ ਨਾ ਤਾਂ ਇਲਮ ਹੈ ਨਾ ਕਾਬਲੀਅਤ ਹੈ ਨਾ ਸਲਾਹੀਅਤ ਹੈਗੀ ਹੈ ਕਿ ਇਸ ਤੋਂ ਵੱਧ ਮੈਂ ਤੁਹਾਨੂੰ ਕੋਈ ਗੱਲ ਕਰ ਸਕਾਂ ਜਿੰਨਾ ਅਸਲ ਹੈ ਗੱਲ ਸੀ ਇਹ ਹੈ ਉਹਨਾਂ ਬਿਆਨ ਕਰਤਾ ਤੁਹਾਨੂੰ अदनान साहब, असल गल यह है कि मिर्ज़ा साहब ने पीछे किया है पहले यानी 479 सफ़े पे किया है कि ऐसा शख्स ਉਹਨੂੰ ਵੀ
ਨਬੂਵਤ ਮਿਲ ਸਕਦੀ ਹੈ, ਉਹ ਵੀ ਨਬੀ ਬਣ ਸਕਦਾ ਹੈ। ਅਗਲੇ ਸਫੇ ਤੇ ਕਿਹਾ ਹੈ ਕਿ ਨਹੀਂ ਮਿਲ ਸਕਦੀ, ਨਹੀਂ ਬਣ ਸਕਦਾ, ਐਸਾ ਸ਼ਖਸ ਨਬੀ ਨਹੀਂ ਬਣ ਸਕਦਾ। ਮੈਂ ਸਿਰਫ ਇਹੋ ਹੀ ਕਹਿਣਾ ਚਾਹੁੰਦਾ ਕਿ ਮਿਰਜ਼ਾ ਸਾਹਿਬ ਦੀਆਂ ਗੱਲਾਂ ਦੇ ਵਿੱਚ ਇਹੋ ਕੁਝ ਹੈ। ਪਹਿਲੇ ਸਫੇ ਤੇ ਕਿਹਾ ਬਣ ਸਕਦਾ ਹੈ ਤੇ ਦੂਜੇ ਸਫੇ ਤੇ ਜਾ ਕੇ ਕਿਹਾ ਨਹੀਂ ਬਣ ਸਕਦਾ। ਇਹ ਮੈਂ ਕਹਿਣਾ ਚਾਹੁੰਦਾ। ਇਹ ਹਰ ਜਗ੍ਹਾ 'ਤੇ ਹਰ ਕਲਾਮ ਦੇ ਵਿੱਚ ਜੇਕਰ ਤੁਸੀਂ ਕੋਈ ਇਸ ਤਰ੍ਹਾਂ ਦੀ ਕਮਜ਼ੋਰੀਆਂ ਕੱਢਣਾ ਚਾਹੁੰਦੇ ਹੋ ਜਿਹੜੀ ਤੁਹਾਡੇ ਨਜ਼ਦੀਕ ਕਮਜ਼ੋਰੀਆਂ ਨੇ, ਤਾਂ ਹਰ ਕਲਾਮ ਦੇ ਵਿੱਚ ਕੱਢੀਆਂ ਜਾ ਸਕਦੀਆਂ ਨੇ। ਉਹ ਸ਼ਖਸ ਕਿਆ ਕੀ ਮਜ਼ਮੂਨ ਬਿਆਨ ਕਰ ਰਿਹਾ, ਕੀ ਉਹਦਾ ਸਿਆਕੋ ਸੁਭਾਅ ਕੇ ਉਹਨੂੰ ਕੀ ਕਿਤਾਬ ਹੈ, ਉਹਦੇ ਪਿੱਛੇ ਅੱਗੇ ਪਿੱਛੇ ਕੀ ਚੱਲ ਰਿਹਾ, ਉਹ ਸਾਰੇ ਮਜ਼ਮੂਨ ਜਦੋਂ ਇਨਸਾਨ ਪੜ੍ਹਦਾ ਤਾਂ ਉਹ ਇਨਸਾਨ ਨੂੰ ਆਸਾਨੀ ਨਾਲ ਚੀਜ਼ ਸਮਝ ਆ ਜਾਂਦੀ ਹੈ। ਲੇਕਿਨ ਜਿਹੜੇ ਇਤਰਾਜ਼ ਕਰਨ ਵਾਲੇ ਮੁਤਰੀਜ਼ੀਨ ਹੁੰਦੇ ਨੇ, ਉਹ ਵਿੱਚੋਂ ਵਿੱਚੋਂ ਵਨ ਲਾਈਨ ਕੱਢ ਕੇ ਜਾਂ ਅੱਗੋਂ ਫਿਰ ਇੱਕ ਹੋਰ ਲਾਈਨ ਕੱਢ ਕੇ ਉਹ ਕਹਿੰਦੇ ਨੇ ਨਹੀਂ ਇਹਦੇ 'ਚ ਉਹ ਪਾਇਆ ਜਾਂਦਾ ਹੈ, ਤਨਾਕੁਸ ਪਾਇਆ ਜਾਂਦਾ ਹੈ। ਤੇ ਉਹਦਾ ਕੋਈ ਮੇਰੇ ਕੋਲ ਤਾਂ ਕੋਈ ਹੱਲ ਨਹੀਂ ਹੈ, ਨਾ ਕਿਸੇ ਕੋਲ ਅੱਜ ਤੱਕ ਹੋਇਆ। ਨਹੀਂ, ਹਾਲ ਤੇ ਲੋਕੀ ਕਿਸੇ ਜਿਹੜੇ ਕੋਲ ਵੀ ਕੁਰਾਨ ਨੂੰ ਨਹੀਂ। ਨਹੀਂ ਛੱਡਦੇ, ਅਹਾਦੀਸ ਨੂੰ ਨਹੀਂ ਛੱਡਦੇ, ਕਿਸੇ ਮੌਜੂਦ ਉਲਮਾ ਨੂੰ ਨਹੀਂ ਛੱਡਦੇ, ਤੇ ਤੁਸੀਂ ਤੇ ਆਪ ਮਿਰਜ਼ਾ ਸਾਹਿਬ ਦੇ ਮੁਖਾਲਿਫ ਹੀ ਹੋ। ਕੀ ਕਰਨਾ ਤੁਸੀਂ ਹੋਰ? ਮੈਂ ਵੀ ਇਹੋ ਹੀ ਕਹਿ ਰਿਹਾ ਕਿ ਜੋ ਦੋ ਮੁਤਜ਼ਾਦ ਗੱਲਾਂ ਨੇ ਉਹਨਾਂ ਦੇ ਦਰਮਿਆਨ ਤਤਬੀਕ ਮੁਮਕਿਨ ਹੀ ਨਹੀਂ ਹੈ। ਮੁਮਕਿਨ ਹੀ ਨਹੀਂ ਕਿ ਕੋਈ ਇਹਨਾਂ ਦੋ ਗੱਲਾਂ ਨੂੰ ਲੈ ਕੇ ਬੰਦਾ ਤੇ ਉਹਨਾਂ ਦੇ ਦਰਮਿਆਨ ਰਬਤ ਪੈਦਾ ਕਰਕੇ ਦਿਖਾ ਦੇਵੇ ਜਾਂ ਤਤਬੀਕ। ਤੁਸੀਂ ਖੁਦ ਆਪਣੇ ਅਲਫਾਜ਼ ਨਾਲ ਕਿਹਾ ਹੈ, ਜਿਹੜੀ ਦੂਸਰੀ ਵਜ਼ਾਹਤ ਹੈ ਉਹਦਾ ਤੁਸੀਂ ਇਹ ਜਵਾਬ ਦਿੱਤਾ ਹੈ ਕਿ ਨਹੀਂ ਬਣ ਸਕਦਾ ਇਸ ਤਰ੍ਹਾਂ ਦਾ ਬੰਦਾ ਨਬੀ। ਪਿੱਛੇ ਮਿਰਜ਼ਾ ਸਾਹਿਬ ਨੇ ਕਿਹਾ ਬਣ ਸਕਦਾ ਹੈ। ਤਜ਼ਾਦ ਤੁਸੀਂ ਖੁਦ ਤਸਲੀਮ ਕਰ ਲਿਆ। ਇਹ ਤਜ਼ਾਦ ਨੂੰ ਦੂਰ ਕੀਤਾ ਜਾ ਸਕਦਾ ਹੀ ਨਹੀਂ ਹੈ। ਮੈਂ ਵੀ ਇਹੀ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਵੀ ਨਹੀਂ ਕਰ ਸਕਦਾ। ਨਹੀਂ, ਇਤਰਾਜ਼ ਮੈਂ ਤੁਹਾਡਾ ਦੂਰ ਕਰ ਦਿੱਤਾ ਹੈ, ਫਾਰਮ ਵੀ ਦੂਰ ਕਰ ਦਿੱਤਾ ਹੈਗਾ। ਤੁਸੀਂ ਉਸ ਚੀਜ਼ ਨੂੰ ਸਮਝਣਾ ਨਹੀਂ ਚਾਹਦੇ, ਉਸ ਚੀਜ਼ ਨੂੰ ਕਬੂਲ ਨਹੀਂ ਕਰ ਸਕਦੇ, ਕਰਨਾ ਚਾਹੁੰਦੇ। ਠੀਕ ਹੈ, ਮੈਂ ਸਿਰਫ ਇਹ ਨਹੀਂ ਕਿ ਅੱਲਾਹ ਤਾਲਾ ਦੇ ਅੱਛਾ ਅੱਲਾਹ ਤਾਲਾ ਲਈ ਇਹ ਇਖਤਿਆਰ ਦੇ ਵਿੱਚ ਨਹੀਂ ਹੈਗਾ ਕਿ ਉਹ ਕਿਸੇ ਨੂੰ ਵੀ ਕਦੀ ਨਬੀ ਬਣਾ ਦੇ, ਕਿ ਅੱਲਾਹ ਤਾਲਾ ਨਹੀਂ ਇਹ ਫੈਸਲਾ ਕਰ ਸਕਦਾ ਹੈ, ਤੁਹਾਡੀ ਮਰਜ਼ੀ ਨਾਲ ਉਹਨੇ ਫੈਸਲਾ ਕਰਨਾ ਹੈਗਾ। ਨਹੀਂ, ਮੈਂ ਇਹ ਜਿਹੜਾ ਨਾ ਸਾਡਾ ਮੌਜੂ ਨਹੀਂ ਹੈ ਕਿ ਅੱਲਾਹ ਤਾਲਾ ਨੇ ਕਿਸੇ ਉਹ ਜਦੋਂ ਮੌਜੂ ਨਹੀਂ ਹੁੰਦਾ ਨਾ, ਤੇ ਉਹ ਜਦੋਂ ਤੁਸੀਂ ਅਸਲ 'ਚ ਕਿਤਾਬ ਕਦੀ ਲਿਖੀ ਨਹੀਂ, ਕਿਸੇ ਮਜ਼ਹਬੀ ਮਜ਼ਮੂਨ ਦਾ ਫਲਸਫਾ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੀ ਨਹੀਂ ਕਿ ਤੁਹਾਡੇ ਤੋਂ ਕਦੀ ਇਤਰਾਜ਼ ਪੈ ਸਕੇ। ਤੁਸੀਂ ਕਿਸੇ ਦਾ ਫਲਸਫਾ ਬਿਆਨ ਕੀਤਾ ਹੋਇਆ ਜਾਂ ਉਹਦੀ ਤਫਸੀਰ ਬਿਆਨ ਕੀਤੀ ਹੋਈ, ਉਹਦੇ ਤੇ ਇਤਰਾਜ਼ ਕਰਨਾ ਇਹ ਦੁਨੀਆ ਦਾ ਸਭ ਤੋਂ ਆਸਾਨ ਕੰਮ ਹੈਗਾ, ਜਿਹੜਾ ਤੁਸੀਂ ਇੱਥੇ ਬਹਿ ਕੇ ਕਰ ਰਹੇ ਹੁੰਦੇ ਤੇ ਲੋਕੀ ਬਨੇਰੇ ਤੇ ਬਹਿ ਕੇ ਤੁਹਾਨੂੰ ਸੁਣ ਰਹੇ ਹੁੰਦੇ ਨੇ। ਇਹ ਦੁਨੀਆ ਦਾ ਸਭ ਤੋਂ ਆਸਾਨ ਕੰਮ ਹੈਗਾ। ਜਿਸ ਦਿਨ ਤੁਸੀਂ ਇਸਲਾਮ ਦਾ ਜਾਂ ਕਿਸ ਕੁਰਾਨ ਦੀ ਕਦੀ ਤਫਸੀਰ ਲਿਖੋਗੇ ਜਾਂ ਕੋਈ ਮਜ਼ਮੂਨ ਦਾ ਫਲਸਫਾ ਬਿਆਨ ਕਰਨ ਦੀ ਕੋਸ਼ਿਸ਼ ਕਰੋਗੇ, ਉੱਥੇ ਤੁਹਾਡੀ ਗੁੱਥੀ ਫੜੀ ਜਾਣੀ ਹੈਗੀ ਹੈ, ਜਿਹੜੇ ਇਤਰਾਜ਼ ਕਰਨਾ ਹੋਗਾ। ਮਤਲਬ ਇਹ ਕਿਉਂਕਿ ਉਹ ਮਿਰਜ਼ਾ ਸਾਹਿਬ ਬਿਆਨ ਮੈਂ ਸਮਝ ਗਿਆ ਕਿ ਮਿਰਜ਼ਾ ਸਾਹਿਬ ਜਿਹੜੀ ਗੱਲ ਬਿਆਨ ਕਰ ਰਹੇ ਸਨ ਉਹ ਇੰਨੀ ਮੁਸ਼ਕਲ ਔਰ ਇੰਨੀ ਕੰਪਲਿਕੇਟਿਡ ਸੀ, ਉਹਨੂੰ ਇਸ ਤਜ਼ਾਦ ਤੋਂ ਬਗੈਰ ਬਿਆਨ ਕੀਤਾ ਨਹੀਂ ਸੀ ਜਾ ਸਕਦਾ। ਮਜਬੂਰੀ ਸੀ ਉਹਨਾਂ ਦੀ ਕਿ ਉਹ ਇਹ ਤਜ਼ਾਦ ਪਾ ਕੇ ਤੇ ਗੱਲ ਨੂੰ ਬਿਆਨ ਕਰਦੇ, ਵਰਨਾ ਉਹ ਬਿਆਨ ਕਰ ਐਸਾ ਮੁਸ਼ਕਲ ਫਲਸਫਾ ਉਹ ਬਿਆਨ ਕਰ ਰਹੇ ਸਨ ਕਿ ਇਹਦੇ ਬਗੈਰ ਚਾਰਾ ਨਹੀਂ ਸੀ। ਇਹੀ ਕਹਿਣਾ ਚਾਹਤੇ ਹੋ? ਨਹੀਂ, ਚਾਰਾ ਨਚਾਰਾ ਇਹਦੇ 'ਚ ਕੋਈ ਮਸਲਾ ਗੱਲ ਹੀ ਨਹੀਂ ਹੈਗੀ। ਇੱਕ ਗੱਲ ਹੋ ਰਹੀ ਹੈ, ਇਨਸਾਨ ਕਿਸੇ ਵੀ ਬੈਠਕ 'ਚ ਵੀ ਬਹਿ ਕੇ ਗੱਲਾਂ ਕਰਨ ਦੇ ਹੁੰਦੇ ਨੇ, ਕੋਈ ਕਿਤਾਬ ਲਿਖਦੇ ਵੀ ਕੋਈ ਗੱਲ ਕਰ ਰਿਹਾ ਹੁੰਦਾ, ਉਸ ਮਜ਼ਮੂਨ ਨੂੰ ਜਦੋਂ ਇਨਸਾਨ ਪੜ੍ਹ ਰਿਹਾ ਹੁੰਦਾ ਤੇ ਉਹਨੂੰ ਇਸ ਬਾਤ ਦੀ ਨਜ਼ਰ 'ਚ ਕੋਈ ਐਸੀ ਗੱਲ ਉਹਦੇ ਵਿੱਚ ਨਜ਼ਰ ਨਹੀਂ ਆਉਂਦੀ ਜਿਹਦੀ ਤਰਫ ਤੁਸੀਂ ਇਸ਼ਾਰਾ ਕਰ ਰਹੇ ਹੋ। ਠੀਕ ਹੈ, ਲੇਕਿਨ ਜਦੋਂ ਤੁਸੀਂ ਇਤਰਾਜ਼ ਕਰਨ ਤਾਂ ਜਦੋਂ ਤਾਂ ਗੱਲਾਂ ਮਿਲਦੀਆਂ ਨਹੀਂ ਤੁਹਾਨੂੰ। ਮੈਂ ਤੇ ਬਾਦੀਓ ਨਜ਼ਰ ਹੀ ਪੇਸ਼ ਕੀਤਾ ਕਿ ਬਾਦੀਓ ਨਜ਼ਰ 'ਚ ਮਿਰਜ਼ਾ ਸਾਹਿਬ ਪਹਿਲੇ ਸਫੇ 'ਚ ਕਹਿ ਰਹੇ ਨੇ ਜ਼ਨਾ, ਚੋਰੀ, ਡਕੈਤੀ ਸਾਰਾ ਕੋਈ ਲਿਖ ਲੁੱਕ ਕੇ ਗੰਦ ਮੰਦ ਚੁੱਕਣ ਵਾਲਾ, ਮੂੰਹ ਕਾਲਾ ਕਰਕੇ ਛਿੱਤਰ ਫੇਰਨ ਵਾਲਾ ਸਾਰਾ ਕੋਈ ਕਾਰ ਕਰਾ ਕੇ ਆਖਿਰ ਤੇ ਕਹਿੰਦੇ ਨੇ ਮੁਮਕਿਨ ਹੈ ਕਿ ਅੱਲਾਹ ਤਾਲਾ ਉਹਨੂੰ ਨਬੀ ਵੀ ਬਣਾ ਦੇਵੇ। ਇਹ ਲਿਖ ਕੇ ਫਿਰ ਅੱਗੇ ਜਿਹੜੀ ਗੱਲ ਕੀਤੀ ਹੈ, ਅੱਗੇ ਜਿੰਨੀ ਵਜ਼ਾਹਤ ਕੀਤੀ ਉਹਦਾ ਮਤਲਬ ਤੁਸੀਂ ਬਿਆਨ ਕੀਤਾ ਹੈ ਕਿ ਨਬੀ ਨਹੀਂ, ਉਹ ਨਬੀ ਨਹੀਂ ਬਣ ਸਕਦਾ। ਤੁਸੀਂ ਆਪ ਫਰਮਾਇਆ, ਹੁਣ ਦੱਸੋ ਮੇਰਾ ਇਹਦੇ 'ਚ ਕੀ ਕਸੂਰ ਹੈ? ਪੂਰਾ ਤਾਂ ਹੁਣ ਤੁਸੀਂ ਇਹ ਗੱਲ ਰਿਪੀਟ ਕਰਦੇ ਰਹੋਗੇ ਤੇ ਮੈਂ ਹੀ ਜਵਾਬ ਦਿੰਦਾ ਰਹਾਂਗਾ ਕਿ ਕੋਈ ਹੋਰ ਗੱਲ ਕਰਨੀ ਹੁਣ? ਨਹੀਂ, ਇਸ ਗੱਲ ਤੇ ਮਤਲਬ ਇਹ ਦੋ ਫਿਕਰਾਂ 'ਚ ਤੁਸੀਂ ਜਵਾਬ ਨਹੀਂ ਦੇ ਸਕਦੇ ਕਿ ਐਸਾ ਸ਼ਖਸ ਨਬੀ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ। ਇਹ ਨਹੀਂ ਤੁਸੀਂ ਕਹਿ ਸਕਦੇ। ਇਹ ਗੱਲ ਠੀਕ ਹੋ ਗਈ ਤੇ ਅਗਲੀ ਗੱਲ ਕਰਦੇ ਹਾਂ। ਇੱਕ ਪਾਰਸਲ ਜਿਹਾ ਆਇਆ, ਮੈਂ ਉਹਨੂੰ ਡੀਲ ਕਰ ਲਾਂ। ਇਸ ਫਿਕਰੇ ਦਾ ਜਵਾਬ ਇਹ ਨਹੀਂ ਦੇ ਸਕਦੇ ਕਿ ਐਸਾ ਸ਼ਖਸ ਜਿਹੜਾ ਚੋਰ, ਡਾਕੂ, ਜ਼ਾਨੀ, ਸ਼ਰਾਬੀ,
ਗੰਦ ਚੁੱਕਣ ਵਾਲਾ, ਚੂੜਾ, ਗਲੀਆਂ ਸਾਫ਼ ਕਰਨ ਵਾਲਾ, ਨਾਲੀਆਂ ਸਾਫ਼ ਕਰਨ ਵਾਲਾ, ਪਿਓ ਦਾਦੇ ਤੋਂ ਇਹ ਕੰਮ ਪ੍ਰੋਫੈਸ਼ਨ ਅਪਣਾਉਣ ਵਾਲਾ ਐਸਾ ਸ਼ਖਸ ਉਹ ਨਬੀ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ? ਦੋ ਫਿਕਰਾਂ ਜਵਾਬ ਨਹੀਂ ਦੇ ਸਕਦੇ। ਇਸ ਕਿਸਮ ਦੇ ਅਸ਼ਖਾਸ ਦੇ ਇਸ ਤਰ੍ਹਾਂ ਦੇ ਸ਼ੌਹਰਤ ਯਕੀਨਨ ਮਿਲਦੇ ਨੇ ਕਿ ਇਸ ਤਰ੍ਹਾਂ ਦੇ ਲੋਕ ਬੜੇ ਬੜੇ ਨੇਕ ਇਨਸਾਨ ਆਪਣੀ ਜ਼ਿੰਦਗੀ 'ਚ ਬਣ ਗਏ। ਠੀਕ ਹੈ, ਇਸ ਗੱਲ ਦੇ ਤੇ ਆਮ ਲੋਕ ਵੀ ਗਵਾਹੀ ਦਿੰਦੇ ਨੇ। ਉਹਨਾਂ ਦੀ ਜ਼ਿੰਦਗੀ 'ਚ ਵੀ ਇੰਝ ਦੇ ਲੋਕ ਮਿਲੇ ਹੁੰਦੇ ਨੇ ਜਿਨ੍ਹਾਂ ਦੇ ਬਾਰੇ 'ਚ ਤੁਸੀਂ ਜਾਣਦੇ ਹੁੰਦੇ ਹੋ ਕਿ ਇਹਨਾਂ ਦਾ ਕਿਰਦਾਰ ਕੈਸਾ ਸੀ, ਤੇ ਉਹ ਜ਼ਨਾਕਾਰ ਵੀ ਸਨ ਤੇ ਬੁਰੇ ਕੰਮ ਵੀ ਕਰਦੇ ਸਨ, ਲੇਕਿਨ ਬਾਅਦ ਚੋਂ ਬੜੇ ਵਾਕਿਆਤ ਹਕੀਕਤ 'ਚ ਬਜ਼ੁਰਗ ਲੋਕ ਬਣ ਗਏ। ਠੀਕ ਹੈ, ਉਹਨਾਂ ਨੂੰ ਅੱਲਾ ਦੀ ਹਕਾਨੀਅਤ ਦਾ ਇਲਮ ਹੋ ਗਿਆ ਤੇ ਉਹਨਾਂ ਨੇ ਸਾਰੀਆਂ ਬੁਰਾਈਆਂ ਛੱਡ ਕੇ, ਜਿਵੇਂ ਕੋਈ ਮਸਲਾ ਮੁਸਲਮਾਨ ਹੋ ਜਾਵੇ, ਹਿੰਦੂ ਤੋਂ, ਈਸਾਈ ਤੋਂ, ਕ੍ਰਿਸਚਨ ਚੋਂ, ਉਹ ਸਾਰੀਆਂ ਬੁਰਾਈਆਂ ਉਹਦੇ ਵਿੱਚ ਪਾਈਆਂ ਜਾਂਦੀਆਂ ਨੇ, ਉਹਨਾਂ ਨੂੰ ਛੱਡ ਕੇ ਫਿਰ ਮੁਸਲਮਾਨ ਹੋ ਜਾਂਦਾ ਤੇ ਸਾਰੀ ਚੀਜ਼ਾਂ ਤੋਂ ਜਾਨ ਛੁਡਾ ਲੈਂਦਾ। ਠੀਕ ਹੈ, ਜੇਕਰ ਕਿਸੇ ਦਾ ਨੇਕ ਹੋਣਾ ਮੁਮਕਿਨ ਹੈਗਾ ਤੇ ਬਾਕੀ ਦਰਜਾਤ ਦੇਣਾ ਵੀ ਅੱਲਾਹ ਤਾਲਾ ਦੇ ਇਖਤਿਆਰ ਦੇ ਵਿੱਚ ਹੈਗਾ। ਲੇਕਿਨ ਅੱਲਾਹ ਤਾਲਾ ਦੀ ਹਿਕਮਤ ਦਾ ਤਕਾਜ਼ਾ ਜਿਹੜਾ ਮਿਰਜ਼ਾ ਸਾਹਿਬ ਨੇ ਜ਼ਿਕਰ ਕੀਤਾ ਹੈਗਾ ਕਿ ਐਸਾ ਮਹਾਲ ਲੱਗਦਾ ਨਹੀਂ ਹੈ। ਠੀਕ ਹੈ, ਤੇ ਇਹੀ ਗੱਲ ਐਕਸਪਲੇਨ, ਹੁਣ ਇਸ ਤੋਂ ਵੱਡੀ ਮੈਂ ਐਕਸਪਲੇਨ ਕੀ ਕਰਾਂ ਯਾਰ? ਕੋਈ ਐਕਸਪਲੇਨੇਸ਼ਨ ਤੁਸੀਂ ਤੇ ਇਸਰਾਰ ਕਰਦੇ ਰਹਿਣਾ ਕਿ ਨਹੀਂ 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 ਇਹ ਜੀ ਤਨਾਕਸ ਹੈ, ਇਹਦੇ 'ਚ ਇਤਰਾਜ਼ ਹੈ। ਮੈਨੂੰ ਮੈਂ ਹੁਣ ਬਿਆਨ ਕਰ ਦਿੱਤਾ ਤੁਹਾਨੂੰ ਕਿ ਇਮਕਾਨ ਤੇ ਅੱਲਾਹ ਤਾਲਾ ਦੇ ਇਖਤਿਆਰ ਦੇ ਵਿੱਚ ਗੱਲ ਹੈਗੀ ਨਾ। ਅੱਲਾਹ ਤਾਲਾ ਦੇ ਇਖਤਿਆਰ ਤੇ ਕੋਈ ਪਾਬੰਦੀ ਨਹੀਂ ਲਗਾ ਸਕਦਾ ਕੋਈ ਵੀ, ਲੇਕਿਨ ਅੱਲਾਹ ਤਾਲਾ ਦੀ ਕੀ ਸੁन्नत ਹੈ, ਕਿਸ ਕੀ ਹਿਕਮਤ ਹੈ, ਉਹਦੇ ਬਾਰੇ 'ਚ ਇਸ ਇਨਸਾਨ ਆਪਣੇ ਫਹਿਮ ਨਾਲ ਇੱਕ ਫੈਸਲਾ ਕਰਦਾ ਹੈ ਕਿ ਇਹਦੀ ਗੱਲ ਮਹਾਲ ਨਹੀਂ ਲੱਗਦੀ। ਆਪਣਾ ਫਹਿਮ ਤੇ ਮਿਰਜ਼ਾ ਸਾਹਿਬ ਨੇ ਬਿਆਨ ਕਰ ਦਿੱਤਾ, ਲੇਕਿਨ ਅੱਲਾਹ ਤਾਲਾ ਦੇ ਇਖਤਿਆਰ ਤੇ ਪਾਬੰਦੀ ਨਹੀਂ ਲਾਈ। ਸਿਰਫ ਇੰਨੀ ਜੀ ਗੱਲ ਹੈ। ਜੇਕਰ ਇਹ ਮਾਮੂਲੀ ਜੀ ਗੱਲ ਸੁਣਨ ਦੀ ਤੁਸੀਂ ਕਾਬਲੀਅਤ ਨਹੀਂ ਰੱਖਦੇ ਤੇ ਫਿਰ ਵੱਡੀਆਂ ਵੱਡੀਆਂ ਗੱਲਾਂ ਤੁਹਾਨੂੰ ਕੀ ਸਮਝ ਆਉਣੀਆਂ ਨੇ ਭਾਈ? ਅਗਰ ਤੁਸੀਂ 10 ਮਿੰਟ ਵੀ ਹੋਰ ਚਾਹੋ ਤਾਂ ਬੋਲ ਸਕਦੇ ਹੋ, ਲੇਕਿਨ ਮੇਰਾ ਸਵਾਲ ਸਿਰਫ ਇੰਨਾ ਹੀ ਹੈ, ਕਿਆ ਚੋਰ, ਡਾਕੂ, ਜ਼ਾਨੀ, ਸ਼ਰਾਬੀ, ਗੰਦ ਚੁੱਕਣ ਵਾਲਾ, ਛਿੱਤਰ ਖਾਣ ਵਾਲਾ ਲੰਬਰਦਾਰ ਕੋਲੋਂ ਉਹ ਨਬੀ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ? ਇੰਨਾ ਹੀ ਸਵਾਲ। ਨਹੀਂ, ਛਿੱਤਰ ਪਿੱਤਰ ਤੇ ਇੰਨੀਆਂ ਗੱਲਾਂ ਨਬੀਆਂ ਦੀ ਜ਼ਿੰਦਗੀਆਂ 'ਚ ਖੁਦ ਵੀ ਹੋਈਆਂ ਨੇ। ਬੜੇ ਬੜੇ ਜ਼ੁਲਮ ਉਹਨਾਂ ਦੇ ਢਾਏ ਗਏ ਨੇ। ਜੇਕਰ ਉਹਨਾਂ ਦੇ ਬਾਰੇ 'ਚ ਵੀ ਤੁਸੀਂ ਕਹਿੰਦੇ ਨੇ ਕਿ ਉਹ ਬਿਲਕੁਲ ਨਬੀ ਸਨ, ਹੱਕ ਮੈਂ ਬਜਾਦੇ ਜਿੰਨੇ ਨਬੀ ਲਫ਼ਜ਼ ਸਨ। ਬਿਆਨ ਕੀਤੇ ਨੇ ਇਹ ਸਾਰੇ ਲਫ਼ਜ਼ਾਂ ਨਾਲ ਗੱਲ ਦੱਸੋ। ਚੋਰ, ਜ਼ਾਨੀ, ਸ਼ਰਾਬੀ, ਡਾਕੂ, ਜ਼ਨਾ ਕਰਨ ਵਾਲਾ, ਛਿੱਤਰ ਖਾਣ ਵਾਲਾ, ਗੰਦ ਚੁੱਕਣ ਵਾਲਾ, ਇਹ ਸਾਰੇ ਕੰਮ ਕਰਨ ਵਾਲਾ ਬੰਦਾ ਨਹੀਂ ਨਹੀਂ, ਨਬੀ ਉਹਨਾਂ ਦੇ ਬਣ ਸਾਰੇ ਸਕਦਾ ਹੈ ਕੰਮ ਜਾਂ ਦੇ ਨਹੀਂ ਬਣ ਐਸੇ ਤੇ ਸਕਦਾ? ਮਜਮੂਈ ਨਹੀਂ ਬਿਆਨ ਕੀਤੇ, ਇਨਫਰਾਦੀ ਤੌਰ ਤੇ ਬਿਆਨ ਕੀਤੇ ਹੋਏ ਨੇ ਕਿ ਹਰ ਬੇਸ਼ੱਕ ਇੱਕ ਵੀ ਇਹਦੇ 'ਚ ਖਾਮੀ ਪਾਈ ਜਾਵੇ ਤਾਂ ਇੱਕ ਹੀ ਬੰਦੇ ਦੇ ਵਿੱਚ ਇਹ ਸਾਰੀਆਂ ਸਿਫਤਾਂ ਪਾਈਆਂ ਸਾਰੀਆਂ ਨੇ। ਗੱਲਾਂ ਨਹੀਂ ਉਹਨਾਂ ਨੇ ਜ਼ਿਕਰ ਕੀਤਾ, ਸਾਰੀਆਂ ਗੱਲਾਂ ਇੱਕ ਹੀ ਬੰਦੇ 'ਚ, ਹਾਂ ਇੱਕ ਹੀ ਬੰਦੇ 'ਚ ਸਰ, ਇੱਕ ਹੀ ਬੰਦੇ ਵਿੱਚ ਮਿਰਜ਼ਾ ਸਾਹਿਬ ਨੇ ਇਹ ਸਾਰੀਆਂ ਚੀਜ਼ਾਂ ਪਾ ਕੇ ਉਹਨੂੰ ਨਬੂਵਤ ਦਾ ਉਹਦਾ ਤਫਵੀਜ਼ ਕੀਤਾ। ਉਹ ਸਾਰੀਆਂ ਵੀ ਕੀਤੀਆਂ ਹੋਣ, ਢੇਰ ਸਾਰੀਆਂ ਵੀ ਕੀਤੀਆਂ ਹੋਣ, ਲੇਕਿਨ ਅੰਬਿਆ 'ਚ ਵੀ ਜਾਂ ਜਿਹੜੀਆਂ ਵੀ ਗੱਲਾਂ ਨੇ ਉਹ ਬਾਕੀ ਇਹਦੇ ਮਜ਼ਾਲਮ, ਉਹਨਾਂ ਦੇ ਛਿੱਤਰ ਵੀ ਤਾਂ ਜਿਹੜੇ ਤੁਸੀਂ ਗੱਲ ਕਰਨ ਡੇ ਨੇ, ਇਹਦੇ ਮਾਮਲਾਤ ਉਹਨਾਂ ਨਾਲ ਹੋਏ ਨੇ। ਠੀਕ ਹੈ, ਬੇਕਸੂਰ ਮਾਸੂਮ ਨਬੀਆਂ ਦੇ ਉੱਤੇ ਜ਼ੁਲਮ ਹੋਏ ਨੇ। ਤੇ ਮੇਰਾ ਸਵਾਲ ਹੀ ਨਹੀਂ ਹੈ ਨਾ, ਜਿਹੜਾ ਮੈਂ ਸਵਾਲ ਕਰ ਰਿਹਾ ਉਹ ਇਹ ਵੇ ਕਿ ਇੱਕ ਜ਼ਾਨੀ, ਸ਼ਰਾਬੀ, ਡਾਕੂ, ਚੋਰ, ਉਚੱਕਾ, ਗੰਦ ਚੁੱਕਣ ਵਾਲਾ, ਗਲੀਆਂ ਨਾਲੀਆਂ ਦਾ ਸਫਾਈ ਕਰਨ ਵਾਲਾ, ਲੰਬਰਦਾਰ ਕੋਲੋਂ ਆਪਣੇ ਬੁਰਾਈਆਂ ਦੀ ਵਜ੍ਹਾ ਤੋਂ ਛਿੱਤਰ ਖਾਣ ਵਾਲਾ, ਕਿਆ ਨਬੀ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ? ਜਾਂ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ? ਤੁਹਾਡੇ ਕੋਲ ਇੰਨਾ ਹੀ ਤੁਸੀਂ ਜਵਾਬ ਦੇਣਾ। ਅੱਲਾ 100 ਜਿਹੜੀ ਬੰਦੀ ਹਦੀਸ ਹੈ, ਰਿਵਾਇਤ ਹੈ, ਇੱਕ ਬੰਦੇ ਨੇ 100 ਕਤਲ ਕੀਤੇ ਸੀ ਤੇ ਉਹ ਜਾ ਰਿਹਾ ਸੀ ਕਿਸੇ ਬਜ਼ੁਰਗ ਕੋਲ, ਤੇ ਅੱਧੇ ਰਸਤੇ 'ਚ ਕਤਲ ਹੋ ਗਿਆ। ਤੇ ਉਹਦਾ ਫੈਸਲਾ ਕਿਸ ਗੱਲ ਤੇ ਹੋਇਆ ਸੀ ਕਿ ਉਹ ਕਿਸ ਰਸਤੇ ਦੇ ਅੱਛਾਈ ਦੇ ਰਸਤੇ ਦੇ ਕਰੀਬ ਹੈ ਜਾਂ ਬੁਰਾਈ ਦੇ ਰਸਤੇ ਦੇ ਕਰੀਬ ਹੈ। ਤੇ ਉਹ ਅੱਛਾਈ ਦੇ ਰਸਤੇ ਤੇ ਸਿਰਫ ਇੱਕ ਕਦਮ ਕਰੀਬ ਹੈਗਾ ਸੀ ਤੇ ਉਹਨੂੰ ਜੰਨਤ ਮਿਲ ਗਈ ਸੀ। ਅੱਲਾਹ ਤਾਲਾ ਕਿਹਨੂੰ ਕਿਸ ਦਰਜੇ 'ਚ ਮੁਕਾਮ ਮਰਤਬਾ ਦੇਣਾ ਚਾਹੁੰਦਾ ਹੈ, ਜ਼ਾਹਿਰੀ ਗੱਲ ਹੈ ਉਸ ਹਾਲਤ 'ਚ ਤੇ ਉਹ ਜਾਇਜ਼ ਨਹੀਂ ਕਿ ਨਬੀ ਬਣ ਵੀ ਗਿਆ ਤੇ ਫਿਰ ਵੀ ਜ਼ਨਾ, ਸ਼ਰਾਬੀ ਤੇ ਸਾਰੇ ਕੰਮ ਕਰਨ ਡਿਆ ਹੈਗਾ। ਉਹ ਅਖਲਾਕੇ ਫਾਜ਼ਲਾ ਅਖਤਿਆਰ ਕਰ ਚੁੱਕਿਆ ਹੈਗਾ, ਇਹ ਸਾਰੀ ਬੁਰਾਈਆਂ ਛੱਡ ਚੁੱਕਿਆ ਹੈਗਾ, ਤੇ ਫਿਰ ਉਹਨੂੰ ਇਹ ਮੁਕਾਮ ਮਰਤਬਾ ਦੇਣ ਦਾ ਇਮਕਾਨ ਤੇ ਮੈਂ ਮੰਨ ਲਿਆ ਅਦਨਾਨ ਸਾਹਿਬ, ਮੈਂ ਤਸਲੀਮ ਕਰ ਲਈ ਗੱਲ ਤੁਹਾਡੀ ਕਿ ਸਾਰੀਆਂ ਬੁਰਾਈਆਂ ਛੋੜ ਕੇ ਤਾਇਬ ਹੋ ਕੇ ਇਸਲਾਮ ਕਬੂਲ ਕਰਕੇ ਮੁਮਕਿਨ ਹੈ ਕਿ ਉਹ ਨਬੀ ਬਣ ਜਾਏ। ਅੱਲਾਹ ਤਾਲਾ ਦੇ ਇਖਤਿਆਰ 'ਚ ਹਰ ਗੱਲ ਹੈਗੀ ਹੈ। ਠੀਕ ਹੈ, ਉਹਦੇ ਤੇ ਪਾਬੰਦੀ ਨਹੀਂ ਲਾ ਸਕਦੇ। ਮੇਰਾ ਸਵਾਲ ਸਿਰਫ ਇੰਨਾ ਹੀ ਹੈ, ਕਿਆ ਉਹ ਬੰਦਾ ਨਬੀ ਬਣ ਸਕਦਾ ਹੈ? ਉਹਦਾ ਜਵਾਬ ਇਹ ਵੀ ਇੰਨਾ ਹੀ ਹੈ ਕਿ ਅੱਲਾਹ ਤਾਲਾ ਦੇ ਇਖਤਿਆਰ 'ਚ ਹਰ ਚੀਜ਼ ਹੈਗੀ ਹੈ। ਇਹਦਾ ਜਵਾਬ ਵੀ ਇੰਨਾ ਜੀ ਹੈ। ਮੇਰਾ ਸਵਾਲ ਇੰਨਾ ਹੈ ਕਿ ਕਿਆ ਉਹ ਬੰਦਾ ਨਬੀ ਬਣ ਸਕਦਾ ਹੈ?
ਅੱਲਾਹ ਤਾਲਾ ਦੇ ਇਖਤਿਆਰ 'ਚ ਹੈ ਜਾਂ ਨਹੀਂ ਹੈ? ਅੱਛਾ, ਮੇਰੇ ਸਵਾਲ ਦਾ ਜਵਾਬ ਨਹੀਂ ਕੋਈ, ਮਤਲਬ ਐਸੀ ਗੱਲ ਮਿਰਜ਼ਾ ਸਾਹਿਬ ਲਿਖ ਕੇ ਗਏ ਨੇ ਕਿ ਉਹ ਕਿਸੇ ਵੀ ਨਹੀਂ ਗੱਲ ਯਾਰ, ਦਾ ਕੋਈ ਸਿੱਧਾ ਐਸੀ ਜਵਾਬ, ਗੱਲ ਨਹੀਂ ਲਿਖ ਕੇ ਗਏ। ਮੈਂ ਸਿਰਫ ਇਹ ਕਹਿ ਰਿਹਾ, ਸਿੱਧਾ ਮੈਂ ਇੱਕ ਜਵਾਬ ਨਹੀਂ ਵਾਰੀ ਤੁਸੀਂ ਤੁਹਾਨੂੰ ਦੇ 100 ਵਾਰੀ ਸਕਦੇ ਸਮਝਾ ਚੁੱਕਿਆ ਗੱਲ ਨੂੰ, ਤੁਸੀਂ ਸਮਝਣ ਤੋਂ ਇੰਨੀ ਕਿਉਂ ਤੁਹਾਨੂੰ ਮਸਲਾ ਕੀ ਹੈਗਾ ਹੈ? ਅੱਛਾ ਠੀਕ ਹੈ, ਤੁਸੀਂ ਕਹਿ ਦਿਓ ਮੈਨੂੰ ਨਹੀਂ ਸਮਝ ਆਈ, ਮੈਂ ਇੱਕ ਹੋਰ ਦੂਜਾ ਜਿਹਾ ਸਵਾਲ ਕਰ ਦਿੰਦਾ, ਫਿਰ ਉਹੀ ਕੱਚੇ ਨੂੰ ਛਿੱਤਰ ਪਏ ਹੋਣ, ਤੁਸੀਂ ਅਗਰ ਇਹ ਹੋਵੇ। ਕਹਿ ਦਿਓ ਮੈਂ ਇਸ ਗੱਲ ਨੂੰ ਉਸੇ ਵੇਲੇ ਛੋੜ ਦਿਆਂਗਾ, ਅਗਰ ਤੁਸੀਂ ਕਹਿ ਦਿਓ ਨਬੀ ਬਣ ਸਕਦਾ ਹੈ ਜਾਂ ਕਹਿ ਦਿਓ ਨਬੀ ਨਹੀਂ ਬਣ ਸਕਦਾ, ਮੈਂ ਛੋੜ ਦੇਂਗਾ, ਦੋਵਾਂ 'ਚ ਜਿਹੜਾ ਮਰਜ਼ੀ ਕਹਿ ਦਿਓ। ਨਹੀਂ, ਅੱਲਾਹ ਦੇ ਹਾਂ ਤੇ ਇਖਤਿਆਰ ਹਮੇਸ਼ਾ ਤੋਂ ਮੌਜੂਦ ਰਹਿੰਦਾ ਨਾ, ਮੈਂ ਤਾਂ ਸਿਰਫ ਇੰਨੀ ਕੀ ਗੱਲ ਕਰ ਰਿਹਾ। ਇਸ ਗੱਲ ਦਾ ਕੀ ਮਤਲਬ ਹੁੰਦਾ? ਅਗਰ ਇਖਤਿਆਰ ਅੱਲਾਹ ਕੋਲ ਮੌਜੂਦ ਹੈ ਤੇ ਫਿਰ ਉਹ ਬਣ ਸਕਦਾ, ਆਖੋ ਨਬੀ ਬਣ ਸਕਦਾ ਇਹੋ ਜਿਹਾ ਬੰਦਾ, ਫਿਰ ਡਰਦੇ ਕਿਹੜੀ ਗੱਲ ਤੋਂ ਪਏ? ਅੱਲਾਹ ਦੇ ਇਖਤਿਆਰ ਤੋਂ ਤਾਂ ਤੁਸੀਂ ਵੀ ਨਹੀਂ ਇਨਕਾਰ ਕਰਨ ਦੇ, ਜਾਂ ਤਾਂ ਤੁਸੀਂ ਇਨਕਾਰ ਕਰੋ ਕਿ ਅੱਲਾਹ ਤਾਲਾ ਦੇ ਇਖਤਿਆਰ ਦੇ ਵਿੱਚ ਹੈ ਹੀ ਨਹੀਂ ਹੈ, ਤੇ ਫਿਰ ਮੈਂ ਹਤਮੀ ਕੋਈ ਰਾਏ ਦੇਵਾਂ ਤੁਹਾਨੂੰ। ਜੇਕਰ ਅੱਲਾਹ ਦੇ ਇਖਤਿਆਰ 'ਚ ਕੋਈ ਚੀਜ਼ ਹੈ ਮੌਜੂਦ ਤੇ ਇਮਕਾਨ ਵੀ ਫਿਰ ਉਸ ਗੱਲ ਦਾ ਮੌਜੂਦ ਹੈਗਾ। ਅੱਲਾਹ ਕੋਲ ਤੇ ਗੱਲ ਹੈਗੀ ਹੈ। ਅੱਲਾਹ ਤਾਲਾ ਦੇ ਇਖਤਿਆਰ ਦੀ ਤਾਂ ਮੈਂ ਗੱਲ ਹੀ ਨਹੀਂ ਕਰ, ਅੱਲਾਹ ਕੋਲ ਤਾਂ ਸਭ ਇਖਤਿਆਰ, ਮੈਂ ਹਾਂ ਸਵਾਲ ਤਾਂ ਬਸ ਠੀਕ ਹੈ, ਤੇ ਸਭ ਇਖਤਿਆਰ ਨੇ ਤੇ तमाम ਇਮਕਾਨਾਤ ਵੀ ਮੌਜੂਦ ਹੈਗੇ ਨੇ, ਠੀਕ ਹੈ। ਐਸਾ ਸ਼ਖਸ ਨਬੀ ਬਣ ਸਕਦਾ, ਜ਼ਰੂਰਤ ਨਹੀਂ ਹੈ ਭਾਈ, ਤੇ ਫਿਰ ਡਰਦੇ ਕਿਉਂ? ਕਹੋ ਨਾ ਐਸਾ ਸ਼ਖਸ ਵੀ ਨਬੀ ਬਣ ਸਕਦਾ ਹੈ। ਮੈਂ ਤਾਂ ਬਾਦੇ ਗੱਲ ਕਰਨ ਡਿਆ ਵਾਂ, ਮੈਂ ਤਾਂ ਕਹਿ ਰਿਹਾ ਵਾਂ ਇਮਕਾਨ ਮੌਜੂਦ ਹੈਗਾ, ਬਸ ਗੱਲ ਖਤਮ ਹੋ ਗਈ ਹੁਣ। ਐਸਾ ਯਾਨੀ ਐਸੇ ਸ਼ਖਸ ਨੂੰ ਨਬੂਵਤ ਮਿਲਣ ਦਾ ਇਮਕਾਨ ਮੌਜੂਦ ਹੈਗਾ। ਅੱਲਾਹ ਦੇ ਨਜ਼ਦੀਕ ਹਰ ਚੀਜ਼ ਦਾ ਅੱਲਾਹ ਤਾਲਾ ਇਖਤਿਆਰ ਰੱਖਦਾ ਹੈਗਾ, ਹਰ ਚੀਜ਼ ਦਾ ਇਮਕਾਨ ਮੌਜੂਦ ਹੈਗਾ ਜਿਹੜਾ ਅੱਲਾਹ ਤਾਲਾ ਆਪਣੀ ਮਰਜ਼ੀ ਨਾਲ ਕਰਨਾ ਚਾਹਵੇ, ਬਸ ਗੱਲ ਖਤਮ। ਜ਼ਾਨੀ, ਚੋਰ, ਸ਼ਰਾਬੀ, ਮੈਂ ਕਿਹਾ ਉਹ ਨਬੀ ਬਣ ਸਕਦਾ ਹੈ। ਠੀਕ, ਦੁਬਾਰਾ ਦੁਹਰਾਉਣ ਦੀ ਕੋਈ ਜ਼ਰੂਰਤ ਨਹੀਂ, ਮੈਂ ਜਵਾਬ ਤੁਹਾਨੂੰ ਦੇ ਚੁੱਕਿਆ ਹੈਗਾ। ਮੈਂ ਤਾਂ ਥੋੜੇ ਦੁਹਰਾਏ ਨੇ, ਗੱਲ ਹੈਗੀ ਹੈ, ਗੱਲ ਖਤਮ ਹੋ ਚੁੱਕੀ ਹੈ, ਇਹਦੇ 'ਚ ਕੁਝ ਨਹੀਂ ਨਿਕਲਣਾ ਭਾਈ, ਜਿੱਦਾਂ ਮਰਜ਼ੀ ਇਹਦੇ ਨੂੰ ਬਣਾ ਲਓ। ਮੈਂ ਕੁਝ ਵੀ ਨਹੀਂ ਉਹਨੂੰ ਬਣਾਉਣ ਲੱਗਿਆ, ਮੈਂ ਤੇ ਚਾਹਨਾ ਕਿ ਕਲੈਰਿਟੀ ਆ ਜਾਏ ਕਿ ਤੁਹਾਡੇ ਨਜ਼ਦੀਕ ਮਾਯਾਰ ਨਬੂਵਤ ਹੈ ਵੇ ਕਿ ਐਸਾ ਸ਼ਖਸ ਵੀ ਨਬੀ ਬਣ ਸਕਦਾ ਹੈ। ਐਸੀ ਇਹ ਗੱਲ ਨਹੀਂ ਹੁੰਦੀ ਭਾਈ, ਨਹੀਂ ਕਿ ਇਹ ਮਿਆਰੇ ਨਬੂਵਤ ਹੈ ਤੇ ਫਲਾਣਾ ਹੈ ਤੇ ਟਮਕਾਣਾ ਹੈ, ਕੋਈ ਇਹ ਬਿਲਕੁਲ ਜ਼ਿਆਦਤੀ ਹੈ ਤੇ ਇਹ ਨਾਇਨਸਾਫੀ ਹੈਗੀ ਹੈ ਕਿ ਕਿਸੇ ਇੱਕ ਮਖਸੂਸ ਗੱਲ ਨੂੰ ਜਿਹੜੇ ਖਾਸ ਮਜ਼ਮੂਨ ਨਾਲ ਲਿਖੀ ਗਈ ਹੈ ਉਹਨੂੰ ਸਾਡੇ ਅਕਾਇਦ ਦੇ ਤੌਰ ਤੇ ਬਿਆਨ ਕਰਨਾ, ਇਹ ਤਾਂ ਜ਼ੁਲਮ ਹੋ ਜਾਤੀ ਹੈ। ਇਸ ਮੈਂ ਆਪਣੀ ਗੱਲ ਤੋਂ ਹੁੰਦਾ, ਤੁਹਾਡੀ ਨਹੀਂ ਮੈਂ ਗੱਲ ਕਰਦਾ, ਮੈਂ ਆਪਣੀ ਕਹਿ ਦਿੰਦਾ। ਅਗਰ ਮੈਨੂੰ ਕੋਈ ਬੰਦਾ ਪੁੱਛੇ ਕਿ ਕਿਆ ਜਿਹੜੇ ਬੰਦੇ ਨੇ ਸਾਰੀ ਜ਼ਿੰਦਗੀ ਬੁੱਤ ਪ੍ਰਸਤੀ ਕੀਤੀ ਹੈ 10 ਸਾਲ 20 ਸਾਲ 30 ਸਾਲ ਨਬੀ ਬਣ ਸਕਦਾ ਹੈ, ਮੈਂ ਕਹਾਂਗਾ ਨਹੀਂ ਬਣ ਸਕਦਾ। ਇਹਦੀ ਡਰਨ ਵਾਲੀ ਕਿਹੜੀ ਗੱਲ ਹੈ? ਮੈਂ ਕਹਾਂਗਾ ਅੱਲਾਹ ਬਣਾ ਸਕਦਾ, ਮੈਂ ਅੱਲਾਹ ਤਾਲਾ ਦੀ ਤਰਫੋਂ ਹੀ ਕਹਿ ਰਿਹਾ ਕਿ ਉਹ ਨਹੀਂ ਬਣ ਸਕਦਾ ਨਾ, ਉਹ ਨਹੀਂ ਬਣ ਸਕਦਾ। ਅੱਲਾਹ ਤਾਲਾ ਦੀ ਤਰਫੋਂ ਤੁਸੀਂ ਕਹਿ ਰਹੇ ਹੋ ਕਿ ਉਹ ਨਹੀਂ ਬਣ ਸਕਦਾ? ਅੱਲਾਹ ਤਾਲਾ ਦੀ ਤਰਫੋਂ ਹੀ ਕਹਿ ਰਹੇ ਹਾਂ ਕਿ ਅੱਲਾਹ ਤਾਲਾ ਦੇ ਵਾਅਦੇ ਸੱਚੇ ਨੇ, ਉਹ ਨਹੀਂ ਬਣ ਸਕਦਾ। ਉਹ ਐਸੇ ਬੰਦੇ ਨੂੰ ਨਹੀਂ ਬਣਾਉਂਦਾ ਨਬੀ, ਉਹ ਬਣ ਹੀ ਨਹੀਂ ਸਕਦਾ, ਅੱਲਾਹ ਨੇ ਬਣਾਣਾ ਹੀ ਨਹੀਂ ਨਾ, ਉਹ ਬਣ ਸਕਦਾ ਨਹੀਂ। ਅੱਲਾਹ ਤਾਲਾ ਦੇ ਯਾਨੀ ਕਿ ਅੱਲਾਹ ਤਾਲਾ ਦੇ ਇਖਤਿਆਰ ਦੇ ਵਿੱਚ ਗੱਲ ਨਹੀਂ ਕਿ ਕਿਹਨੂੰ ਨਬੀ ਬਣਾ ਸਕਦਾ ਹੈ। ਠੀਕ, ਮੈਂ ਕਹਿੰਦਾ ਕਿ ਇਖਤਿਆਰ ਦੀ ਤੇ ਗੱਲ ਹੀ ਨਹੀਂ, ਅੱਲਾਹ ਤਾਲਾ ਬਣਾ ਹੀ ਨਹੀਂ ਉਹਨੂੰ ਸਕਦਾ। ਕਿਉਂ? ਉਹਦਾ ਵਾਅਦਾ ਮੈਂ ਇਹੋ ਜਿਹੇ ਕੰਮ ਨਹੀਂ ਕਰਦਾ, ਤਵੱਕੋ ਹੀ ਨਹੀਂ ਹੈ, ਹੋ ਹੀ ਨਹੀਂ ਸਕਦਾ ਕਿ ਉਹ ਬਣੇ। ਲਓ ਜੀ, ਮੇਰਾ ਤੋਕੋ ਤੇ ਸਾਰੇ ਜਿਹੜੇ ਨਾਨ ਮੁਸਲਮ ਨੇ ਉਹਨਾਂ ਦੀ ਇਸਲਾਮੀ ਤਵੱਕੁਆਤ ਨਹੀਂ ਨੇ, ਜਿਹੜੇ ਮੁਸਲਮਾਨ ਨੇ ਉਹਨਾਂ ਦੀ ਤਵੱਕੁਆਤ ਈਸਾਈਆਂ ਵਾਲੀ ਨਹੀਂ ਹੈਗੀਆਂ ਨੇ। ਇਨਸਾਨੀ ਤਵੱਕੁਆਤ ਜਿਹੜੀਆਂ ਨੇ ਕੋਈ ਹੈਸੀਅਤ ਨਹੀਂ ਰੱਖਦੀਆਂ ਭਾਈ। ਜੋ ਤਵੱਕੁਆਤ ਮੈਂ ਉਹਦੇ ਮੁਤਾਬਕ ਹੀ ਕਹਿ ਰਿਹਾ ਨਾ ਕਿ ਇਹ ਹੋ ਨਹੀਂ ਸਕਦਾ, ਇਹ ਮੁਮਕਿਨ ਨਹੀਂ, ਮੇਰੇ ਨਜ਼ਦੀਕ ਇਹ ਮੁਹਾਲ ਹੈ, ਮੁਮਕਿਨ ਨਹੀਂ। ਮੇਰੇ ਨਜ਼ਦੀਕ ਤੁਸੀਂ ਕਹਿ ਸਕਦੇ ਹੈਗੇ ਹੋ, ਇਹ ਨਹੀਂ ਕਹਿ ਸਕਦੇ ਅੱਲਾਹ ਤਾਲਾ ਦੇ ਇਖਤਿਆਰ ਦੇ ਵਿੱਚ ਨਹੀਂ। ਤੁਹਾਡੇ ਨਜ਼ਦੀਕ ਮੁਹਾਲ ਨਹੀਂ, ਅੱਲਾਹ ਤਾਲਾ ਦੇ ਹੱਥ ਤੁਹਾਡੇ ਆ ਕਿ ਉਹਨੇ ਕੀ ਕਰਨਾ ਕੀ ਨਹੀਂ ਕਰਨਾ ਹੈਗਾ। ਮੈਂ ਤਾਂ ਸਿਰਫ ਇਹ ਕਰਨਾ ਕਿ ਅੱਲਾਹ ਤਾਲਾ ਦੀ ਇਹ ਸੁਨਨਤ ਨਹੀਂ ਹੈਗੀ, ਬਾਕੀ ਅੱਲਾਹ ਤਾਲਾ ਦੇ ਕੀ हिकमत है, की तकाजे ने, की सूरत है, तो अल्लाह ताला बेहतर जानता है ना। अल्लाह ताला दे ਅਸੀਂ ਖੁਦ ਖੁਦਾ ਬਣ ਕੇ ਕੋਈ ਫੈਸਲਾ ਨਹੀਂ ਕਰ ਸਕਦੇ, ਅਸੀਂ ਕੋਈ ਫੈਸਲਾ ਨਹੀਂ ਕਰ ਰਹੇ, ਅਸੀਂ ਫਹਿਮ ਬਿਆਨ ਕਰ ਸਕਦੇ ਹਾਂ, ਅਸੀਂ ਆਪਣੀ ਅਕਲ ਤੇ ਫਹਿਮ ਬਿਆਨ ਕਰ ਸਕਦੇ ਹਾਂ। ਇਹ ਨਹੀਂ ਅਸੀਂ ਅੱਲਾਹ ਤਾਲਾ ਦੇ ਇਖਤਿਆਰ 'ਚ ਕੀ ਸ਼ੈ ਹੈ ਕੀ ਸ਼ੈ ਨਹੀਂ। ਠੀਕ ਹੈ, ਮੈਂ ਕਹਿ ਰਿਹਾ ਕਿ ਵਾਅਦੇ ਤੌਰ ਤੇ ਅੱਲਾਹ ਤਾਲਾ ਨੇ ਕੋਈ ਐਸੀ ਗੱਲ ਅਸੂਲਾਂ ਨੂੰ ਜਾਣਨ ਦੀ ਕੁਦਰਤ ਨੂੰ ਉਹ ਆਇਤ ਤੁਹਾਨੂੰ ਦੱਸਣੀ ਪਏਗੀ ਕਿਹੜੀ ਆਇਤ ਦੇ ਕੋਈ ਇੰਜ ਦੇ ਲੋਕ ਹੈਗੇ ਨੇ ਉਹਨੂੰ ਮੈਂ ਨਬੀ ਨਹੀਂ ਬਣਾਉਂਦਾ। ਠੀਕ ਹੈ, ਜਾਂ ਤਾਂ ਉਸ ਆਇਤ ਦਾ ਜ਼ਿਕਰ ਕਰੋ, ਲੇਕਿਨ ਖੁਦ ਖੁਦਾ ਨਾ ਬਣੋ ਭਾਈ ਜਾਨ। ਖੁਦਾ ਬਣਨ ਤੇ ਤੁਹਾਡਾ ਆਪਣਾ ਦੀਨ ਹੈਗਾ, ਤੁਸੀਂ ਆਪਣਾ ਦੀਨ ਮਕਈਏ ਦੇ ਮੁਤਾਬਕ ਜਾਂ ਅਹਿਮਦੀਏ ਦੇ ਮੁਤਾਬਕ ਬਣਾਉਂਦੇ ਰਹਿੰਦੇ ਹੋ, ਤਾਂ ਬਣਾਉਂਦੇ ਰਹੋ ਘਰ ਬਹਿ ਕੇ। ਮੈਂ ਕਿਹਾ ਤੁਹਾਡੇ ਨਜ਼ਦੀਕ ਤੇ ਬਣ ਸਕਦਾ ਨਾ, ਇਹਦੇ ਤੇ ਕੋਈ ਸ਼ੱਕ ਨਹੀਂ ਨਾ ਯਾਰ। ਉਹਦੀ ਅੱਗੇ ਜੇਕਰ ਵਜ਼ਾਹਤ ਮੌਜੂਦ ਹੈਗੀ ਹੈ ਤੇ ਉਸ ਵਜ਼ਾਹਤ ਤੇ ਤੁਹਾਨੂੰ ਪੂਰੀ ਤਸੱਲੀ ਹੁੰਦੀ। ਵਜ਼ਾਹਤ ਤੁਸੀਂ ਜਿੰਨੀ ਮਰਜ਼ੀ ਕਰ ਲਓ, ਐਂਡ ਤੇ ਇਹ ਕਹਿ ਦਿਓ ਬਣ ਸਕਦਾ। ਉਹ ਭਾਈ ਕਿਉਂ ਮੈਂ ਐਂਡ ਤੇ ਕਹਿਦਾ ਜਦੋਂ ਉਹਦੀ ਵਜ਼ਾਹਤ ਹੈਗੀ ਅੱਲਾਹ ਤਾਲਾ ਦੀ ਸੁਨਨਤ ਨਹੀਂ।
फिर कह दो नहीं बन सकता, या कह दो बन सकता, या कह दो नहीं बन सकता, कुछ कह दो। भाई कुछ मैं मेरा गला खुश हो गया कह कह के ਤੁਸੀਂ ਕਹਿ ਰਹੇ ਮੈਂ ਕੁਝ ਕਹਿ ਦਵਾਂ ਹੁਣ ਇਡੀ ਮੈਂ ना तुसी कह रहे हो, ना तुसी कह रहे हो बन सकता है, ना तुसी कह रहे हो नहीं बन सकता, की कह रहे हो? की कह रहे मैं हो? वाजे गल ਕੀਤੀ ਹੈ ਕਿ ਅੱਲਾਹ ਤਾਲਾ ਦੇ ਇਖਤਿਆਰ ਦੇ ਤੇ ਮੈਂ ਪਾਬੰਦੀ ਨਹੀਂ ਲਾ ਸਕਦਾ। ਹਾਂ ਅੱਲਾਹ ਤਾਲਾ ਦੀ ਸੁਨਨਤ ਕੀ ਹੈ, ਹਕਮਤ ਦੇ ਕੀ ਤਕਾਜ਼ੇ ਨੇ, ਬਾਦੀ ਨਜ਼ਰ ਤੇ ਇਹੀ ਲੱਗਦਾ ਕਿ ਇਹ ਸ਼ੈ ਮਹਾਲ ਹੈਗੀ ਹੈ। ਆਪਣਾ ਨੁਕਤਾ ਨਜ਼ਰ ਹੈ ਤੁਸੀਂ ਕਹਿ ਸਕਦੇ ਹੋ, ਆਪਣਾ ਨੁਕਤਾ ਨਜ਼ਰ ਤੁਸੀਂ ਦੱਸ ਸਕਦੇ ਹੋ। ਇਹ ਨਹੀਂ ਕਹਿ ਸਕਦੇ ਕਿ ਅੱਲਾਹ ਤਾਲਾ ਦੇ ਹਾਂ ਕੀ ਚੀਜ਼ ਮੁਮਕਿਨ ਹੈ ਤੇ ਕੀ ਚੀਜ਼ ਮੁਮਕਿਨ ਨਹੀਂ ਹੈਗੀ ਹੈ। ਇਹ ਅੱਲਾਹ ਤਾਲਾ ਬਿਹਤਰ ਜਾਣਦਾ, ਠੀਕ ਹੈ। ਹੁਣ ਇਸ ਤੋਂ ਬਾਅਦ ਮੈਂ ਕੋਈ ਗੱਲ ਨਹੀਂ ਕਰ ਸਕਦਾ। मिर्जा साहब की तलीम के मुताबिक बन सकता है कि नहीं बन सकता? और यार तलीम साडी इस्लाम की तलीम है, कुरान की तलीम है, सुन्नत की तलीम है, इस तो इलावा साडा कोई दीन ही नहीं। अच्छा जो भी ਤੁਹਾਡੀ तलीम है उसके मुताबिक बन सकता है नबी कि नहीं बन सकता है? मैं ਤੁਹਾਨੂੰ ਭਾਈ ਵਜ਼ਾਹਤ ਦੇਤੀ ਹੈ ਤੇ ਹੁਣ ਇਸ ਤੋਂ ਬਾਅਦ ਮੇਰਾ ਫਜ਼ੂਲ ਗੱਲ ਹੋ ਜਾਏਗੀ, ਲੋਕ ਵੀ ਬੋਰ ਹੋ ਰਹੇ ਹੋਣਗੇ ਕਿ ਇਹ ਕੀ ਇੱਕ ਗੱਲ ਹੋਈ ਕਰੀ ਜਾ ਰਿਹਾ ਤਾਂ ਉਹ ਜਵਾਬ ਦੇਈ ਜਾ ਰਿਹਾ। अदनान साहब यहाँ बंदा बन सकता है या नहीं बन सकता, इन्नी गल है नहीं तुसी आपको बन सकता है या खुद ਨਹੀਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਅੱਗੇ ਕਿੰਨੇ ਬਣਨਾ ਹੈ ਨਹੀਂ ਬਣਨਾ, ਨਾ ਪਿਛਲਾ ਦਾ ਪਤਾ ਸੀ ਸਾਨੂੰ ਕਿ ਕਿੰਨੇ ਬਣਨਾ ਸੀ ਤੇ ਕਿੰਨੇ ਨਹੀਂ ਬਣਨਾ ਸੀ। नहीं लग रहा ਉਹ ਤਾਂ ਅੱਲਾਹ ਤਾਲਾ ਦੇ ਜਿਹੜੇ ਮਾਮਲਾਤ ਨੇ ਮੈਂ ਉਹ ਤੁਹਾਨੂੰ ਹਤਮੀ ਨਤੀਜਾ ਦੱਸ ਦਵਾਂ। ਮੈਂ ਤਾਂ ਇਮਕਾਨੀ ਨਤੀਜਾ ਤੁਹਾਨੂੰ ਦੱਸਾਂ ਕਿ ਅੱਲਾਹ ਦੇ ਹਾਂ ਅੱਲਾਹ ਦੇ ਇਖਤਿਆਰ ਤੇ ਹਰ ਸ਼ੈ ਮੁਮਕਿਨ ਹੈਗੀ ਹੈ, ਠੀਕ ਹੈ। ਉਹਦੇ ਤੇ ਪਾਬੰਦੀ ਅਸੀਂ ਨਹੀਂ ਲਾ तो ਸਕਦੇ। कह दो बन सकता है, फिर कह दो बन सकता है, ਕੀ ਬਣ ਸਕਦਾ ਹੈ ਮੈਨੂੰ ਕੀ ਪਤਾ ਅੱਲਾਹ ਤਾਲਾ ਕੀ ਕਰਨਾ ਚਾਹੁੰਦਾ ਕੀ ਨਹੀਂ ਕਰਨਾ ਚਾਹੁੰਦਾ। ये तो मैं पूछे नहीं की करना चाहता है। ਉਹ ਇਮਕਾਨੀ ਚੀਜ਼ ਦਾ ਤੇ ਇਮਕਾਨ ਦੀ ਚੀਜ਼ ਦਾ ਤੇ ਇਜ਼ਹਾਰ ਇਨਸਾਨ ਕਰ ਸਕਦਾ ਹੈ, ਹਤਮੀ ਤੌਰ ਤੇ ਇਮਕਾਨ ਹੈ ਨਾ, ਕਰ ਸਕਦਾ ਨਾ, इम्कान है ना। ਫਿਰ जे इम्कान है तो कह दो कि बन सकता है। ਇਮਕਾਨ ਅੱਲਾਹ ਤਾਲਾ ਦੇ ਇਖਤਿਆਰ ਨਾਲ ਨੱਥੀ ਕਰਕੇ ਦੱਸਿਆ ਗਿਆ, ਠੀਕ ਹੈ ਕਿ ਅੱਲਾਹ ਤਾਲਾ ਦੇ ਜਿਹੜਾ ਅੱਲਾਹ ਤਾਲਾ ਦਾ ਇਖਤਿਆਰ ਹੈ ਉਸ ਤੋਂ ਹਟਾ ਕੇ ਅਸੀਂ ਕੋਈ ਗੱਲ ਨਹੀਂ ਕੀਤੀ। ਇਸ ਦੇ ਇੱਥੇ ਜਿਹੜਾ ਇਮਕਾਨ ਦਾ ਜ਼ਿਕਰ ਹੋ ਰਿਹਾ ਹੈ ਉਹ ਅੱਲਾਹ ਤਾਲਾ ਦੀ ਜ਼ਾਤ ਨਾਲ ਮਨਸੂਬ ਕਰਕੇ ਗੱਲ ਕੀਤੀ ਗਈ ਹੈ, ਠੀਕ ਹੈ। ਹਾਂ ਅੱਲਾਹ ਦੀ ਅੱਲਾਹ ਤਾਲਾ ਕੀ ਕਰ ਸਕਦਾ ਹੈ ਤੇ ਕੀ ਨਹੀਂ ਕਰ ਸਕਦਾ ਉਹ ਅੱਲਾਹ ਤਾਲਾ ਦੇ ਇਖਤਿਆਰ ਦੀ ਗੱਲ ਹੈਗੀ। ਲੇਕਿਨ ਤੁਸੀਂ ਅੱਲਾਹ ਦੇ ਇਖਤਿਆਰ ਦੀ ਇਲਮ ਦੇ ਮੁਤਾਬਕ ਅੱਲਾਹ ਤਾਲਾ ਦੀ ਸੁਨਨਤ ਕੀ ਹੈ ਤੇ ਅੱਲਾਹ ਤਾਲਾ ਦੀ ਹਕਮਤ ਕੀ ਕਹਿੰਦੀ ਹੈ ਉਹਦੀ ਵਜ਼ਾਹਤ ਅੱਗੇ ਮੌਜੂਦ ਹੈਗੀ ਹੈ। ਉਹ ਵਜ਼ਾਹਤ ਤੁਹਾਨੂੰ ਤੁਸੀਂ ਅੱਲਾਹ ਤਾਲਾ ਕੀ ਹੈ ਤੇ ਭਾਵੇਂ ਉੱਥੇ ਬਸ ਗੱਲ ਖਤਮ ਹੋ ਗਈ। ਹੋਰ ਕੀ ਤੁਸੀਂ ਚਾਹੀਦਾ ਅੱਲਾਹ ਤਾਲਾ ਦੇ ਗੱਲ ਤਾਂ ਸੁਣੋ। ਤੁਸੀਂ ਅੱਲਾਹ ਦੇ ਇਖਤਿਆਰ ਨੂੰ ਬਿਆਨ ਕਰਕੇ ਕਹਿ ਦਿਓ ਕਿ ਅੱਲਾਹ ਨੂੰ ਇਖਤਿਆਰ ਹੈ, ਮੁਮਕਿਨ ਹੈ ਐਸੇ ਸ਼ਖਸ ਨੂੰ ਨਬੀ ਬਣਾ ਦੇਵੇ, ਕਹਿ ਦਿਓ। ਯਾਰ ਮੈਂ ਚਲੋ ਮੈਨੂੰ ਇਜਾਜ਼ਤ ਦਿਓ, ਮੈਂ ਰਿਪੀਟ ਨਹੀਂ ਆਪਣੀ ਗੱਲਾਂ ਕਰ ਸਕਦਾ, ਫਿਰ ਇੰਸ਼ਾਅੱਲਾ ਕਰਾਂਗੇ ਚਾਹੀਦਾ। ਇਹ ਜੇ ਮਿਰਜ਼ਾ ਸਾਹਿਬ ਦੀ ਟੋਟਲ ਤਾਲੀਮ, ਇਹਦਾ ਕੋਈ ਇਲਾਜ ਨਹੀਂ ਹੈ। ਨਾ ਇਹ ਕਹਿ ਸਕਦੇ ਨੇ ਬਣ ਸਕਦਾ, ਨਾ ਇਹ ਕਹਿ ਸਕਦੇ ਨੇ ਨਹੀਂ ਬਣ ਸਕਦਾ। ਇਹ ਮਿਰਜ਼ਾ ਸਾਹਿਬ ਲਿਖ ਕੇ ਗਏ ਜੇ ਕਿਤਾਬਾਂ 'ਚ। ਜੇ ਪੇਸ਼ ਕਰੀਏ ਗਾਲਾਂ ਕੱਢਦੇ ਨੇ। ਉਹ ਥੱਲੇ ਬਿਆਨਦਾ ਮੈਂ ਇਹਨੂੰ ਆਖਿਆ ਸੀ ਰਾਤੀ ਅਬੂ ਜਹਿਲ ਹੈ। ਬਈ ਜੇ ਮੈਂ ਇਹ ਕੋਈ ਮੁਸ਼ਕਲ ਗੱਲ ਕਰ ਦਿੱਤੀ ਹੈ ਤੁਹਾਡੇ ਵਾਸਤੇ ਤੇ ਮੈਂ ਅਬੂ ਜਹਿਲ ਤੇ ਨਾ ਹੋਇਆ, ਮੈਂ ਤਾਂ ਫਿਰ ਤੁਹਾਡੇ ਵਾਸਤੇ ਬੜਾ ਵੱਡਾ ਆਲਮ ਦੀਨ ਆ। ਜਾਹਿਲੋ ਐਸੀ ਮੁਸ਼ਕਲ ਗੱਲ ਤੁਹਾਡੇ ਅੱਗੇ ਰੱਖ ਦਿੱਤੀ ਜਿਹਦਾ ਤੁਹਾਡੇ ਕੋਲ ਜਵਾਬ ਹੀ ਹੈ ਨਹੀਂ। ਐਸਾ ਸ਼ਖਸ ਜਾਂ ਨਬੀ ਬਣ ਸਕਦਾ ਜਾਂ ਨਹੀਂ ਬਣ ਸਕਦਾ? ਦੱਸੋ ਬਣ ਸਕਦਾ ਕਿ ਨਹੀਂ ਬਣ ਸਕਦਾ? नहीं दे सकते जवाब, क्योंकि पीछे लिखे है बन सकता, अगे जाके लिखा नहीं बन सकता। जलेबियां बनाई ने ਇਹੋ ਹੀ ਗੱਲ ਅਸੀਂ ਕਹਿੰਦੇ ਆ ਕਿ ਉਸ ਬੰਦੇ ਨੂੰ ਕਾਹਦੇ ਲਈ ਫਾਲੋ ਪੇ ਕਰਦੇ ਹੋ ਜਿਹਨੇ ਇਹ ਜਲੇਬੀਆਂ ਬਣਾ ਕੇ ਤੁਹਾਨੂੰ ਦਿੱਤੀਆਂ ਨੇ, ਜਿਹਦੀ ਗੱਲ ਦਾ ਜਵਾਬ ਤੁਸੀਂ ਸਿੱਧਾ ਦੇ ਹੀ ਨਹੀਂ ਸਕਦੇ। ਨਾ ਤੁਸੀਂ ਕਹਿ ਸਕਦੇ ਹੋ ਕਿ ਐਸਾ ਸ਼ਖਸ ਨਬੀ ਬਣ ਸਕਦਾ, ਨਾ ਤੁਸੀਂ ਕਹਿ ਸਕਦੇ ਹੋ ਕਿ ਨਹੀਂ बन सकता। जिंदगी है या कोई तूफान है, आंखों ना मरजाइयो, हम तो इस जीने के हाथों मर चले। ये जिंदगी है कि तूफान है, लानत नहीं। ना असी कह सकने बन सकता है, ना असी कह सकने नहीं बन सकता। क्यों? क्योंकि तलीम ही ऐसी बेहतरीन पेश। ये ਤੁਹਾਡੀ ਗੱਲ ਮੈਂ ਸੁਣੀ ਹੈ, ਇਹਦੇ ਵਿੱਚ ਜੋ ਮੈਂ ਸਮਝਿਆ ਦੱਸਾਂ ਮੇਰੇ ਸਾਥ ਕੀ ਗੱਲ। जी जी दसो। मिर्जा साहब असल में क्या है कि हम ये रहे हैं कि नबी बन सकता है ऐसा शख्स, ठीक है, ਉਹਦਾ इम्कान मौजूद है, लेकिन बनेगा नहीं। लेकिन मिर्जा साहब नहीं ये नहीं कह रहे। मिर्जा साहब कह रहे हैं कि जिधर तक हमने गौर किया है ना
अभी तक तो उससे यही नजर आ रहा है कि ऐसा शख्स अल्लाह ने ना नबी कोई बनाया है ना कोई बनाया, ठीक है। लेकिन फिर भी कोई पता नहीं आएगा इन फ्यूचर ऐसा कोई बंदा नबी बन जाए। इम्कान सुभान ਇਹਦਾ अल्लाह। ਮਿਰਜ਼ਾ ਸਾਹਿਬ ਨੇ ਛੱਡਿਆ ਨਹੀਂ ਹੈ। ਇਹ ਵਾ ਮਿਰਜ਼ਾ ਸਾਹਿਬ ਦੀ ਤਹਿਰੀਰ ਦਾ ਪੂਰਾ ਜੈਨੂਇਨ ਮਤਲਬ ਬਣਦਾ। ਯਾਨੀ ਨਾ ਇਨਕਾਰ ਕੀਤਾ ਨਾ ਇਕਰਾਰ ਕੀਤਾ, ਇਹੋ ਹੀ ਹੈ ਹਾਂਜੀ ਨਾ। ਦੋਨੋਂ ਕੰਮ ਆ। ਹਾਂਜੀ ਹਾਂਜੀ, ਨਾ ਇਨਕਾਰ ਹੈ ਜੀ। ਨਾ ਇਕਰਾਰ ਹੈ, ਦਰਮਿਆਨੀ ਹੈ ਮਾਮਲਾ। ਮੇ ਬੀ ਨਾ। ਇਹੀ ਮੈਂ ਕਹਿ ਰਿਹਾ ਸਰ, ਮੈਂ ਵੀ ਇਹੀ ਕਹਿ ਰਿਹਾ ਕਿ ਉਹ ਬੰਦਾ ਕਿਸੇ ਗੱਲ ਦਾ ਵੀ ਨਾ ਇਨਕਾਰ ਹੈ ਨਾ ਇਕਰਾਰ ਹੈ। ਨਬੂਵਤ ਦਾ ਦਾਵਾ ਹੈ ਵੀ, ਇਨਕਾਰ ਵੀ ਹੈ। ਇਮਕਾਨੇ ਨਬੂਵਤ ਹੈ ਵੀ ਹੈ, ਨਬੂਵਤ ਬੰਦ ਵੀ ਹੈ। ਇਹੋ ਹੀ ਮੈਂ ਕਹਿ ਰਿਹਾ ਹਾਂ। ਮੇਰਾ ਵੀ ਇੰਨਾ ਹੀ ਮਤਲਬ ਹੈ। ਜੋ ਅਦਨਾਨ ਮਤਲੂਬ ਨੇ ਆਉਂਦਿਆਂ ਪਹਿਲੇ ਫਿਕਰੇ 'ਚ ਕਹਿ ਦਿੱਤਾ ਨਾ, ਮੈਂ ਕਿਹਾ ਅਗਲੀ ਜਿਹੜੀ ਐਕਸਪਲੇਨੇਸ਼ਨ ਹੈ ਉਹਦਾ ਕੀ ਮਤਲਬ ਹੈ, ਬਣ ਸਕਦਾ? ਉਹਨੇ ਕਿਹਾ ਨਹੀਂ ਬਣ ਸਕਦਾ। ਅਗਲੀ ਐਕਸਪਲੇਨੇਸ਼ਨ ਦਾ ਇਹੋ ਹੀ ਮਤਲਬ ਨਿਕਲਦਾ ਕਿ ਨਬੀ ਨਹੀਂ ਬਣ ਸਕਦਾ। ਹਾਂਜੀ, ਲੇਕਿਨ ਪਹਿਲੇ ਸਫੇ ਦੇ ਉੱਤੇ ਇਹ ਲਿਖਿਆ ਕਿ ਉਹ ਨਬੀ ਹੋ ਸਕਦਾ, ਅੱਲਾਹ ਨੂੰ ਨਬੀ ਬਣਾ ਦੇਵੇ। ਨਹੀਂ ਆਮਿਰ ਭਾਈ, ਜਿਹੜੀ ਅਗਲੀ ਐਕਸਪਲੇਨੇਸ਼ਨ ਤੁਸੀਂ ਪੜ੍ਹ ਕੇ ਦੱਸੀ ਆ ਨਾ, ਉਹਦੇ ਵਿੱਚ ਵੀ ਇਹ ਮਤਲਬ ਨਹੀਂ ਬਣਦਾ ਪਿਆ ਕਿ ਇਨ ਫਿਊਚਰ ਐਸਾ ਬੰਦਾ ਨਬੀ ਨਹੀਂ ਬਣ ਸਕਦਾ। ਉਹਦੇ ਵਿੱਚੋਂ ਸਿਰਫ ਇੰਨੀ ਗੱਲ ਨਿਕਲਦੀ ਪਈ ਆ ਕਿ ਮੈਂ ਅਗਰ ਪਿੱਛੇ ਮੁੜ ਕੇ ਆਪਾਂ ਵੇਖੀਏ ਜ਼ਿੰਦਗੀ ਦੁਨੀਆ ਦੇ ਵਿੱਚ, ਤੇ ਅੱਲਾਹ ਨੇ ਐਸਾ ਕੋਈ ਬੰਦਾ ਬਣਾਇਆ ਨਹੀਂ ਹੈ ਨਬੀ। ਫਿਊਚਰ ਦੇ ਵਾਸਤੇ ਤਾਂ ਕਹਿੰਦੇ ਪਏ ਨੇ ਇਮਕਾਨ ਮੌਜੂਦ ਹੈ। ਇਮਕਾਨ ਮੌਜੂਦ ਹੈ। ਹਾਂ ਤਾਂ ਹਾਂਜੀ। ਫਿਰ ਮੰਨਣਾ ਪਏਗਾ ਨਾ। ਫਿਰ ਇਹ ਆਖਣ 'ਚ ਜੇ ਅਸੀਂ ਕਹੀਏ ਕਿ ਮਰਜ਼ਾਈਆਂ ਦੇ ਨਜ਼ਦੀਕ ਇਹ ਮਿਆਰ ਨਬੂਵਤ ਹੈ, ਤੇ ਗੁੱਸੇ ਵਾਲੀ ਕਿਹੜੀ ਗੱਲ ਹੈ? ਹਾਂ ਨਹੀਂ ਇਮਕਾਨ ਜਦੋਂ ਮੌਜੂਦ, ਬੰਦਾ ਹਾਂ ਹਾਂਜੀ, ਇਮਕਾਨ ਜਦੋਂ ਮੌਜੂਦ ਹੈ ਤਾਂ ਫਿਰ ਇਹਦਾ ਮਤਲਬ ਇਹ ਕਿ ਬੰਦਾ ਬਣ ਗਿਆ ਤੇ ਕੱਲ ਨੂੰ ਕੋਈ ਮਸਲਾ ਨਹੀਂ ਹੋਏਗਾ ਇਹਦੇ ਵਿੱਚ। ਉਹਨੂੰ ਮੰਨਣਾ ਚਾਹੀਦਾ, ਮੰਨਣਾ ਚਾਹੀਦਾ। ਬਣ ਸਕਦਾ ਜੀ। ਇਹ ਗੱਲ ਆਖੀਏ ਤੇ ਕੋਈ ਗਾਲਾਂ ਕੱਢਦੇ ਨੇ, ਆਨੇ ਸਾਡੀ ਗੱਲ ਨੂੰ ਤਰੋੜ ਕੇ ਪੇਸ਼ ਕਰਦੇ। ਸਾਡਾ ਇਹ ਮਤਲਬ ਨਹੀਂ ਹੈ। ਤੁਹਾਡਾ ਮਤਲਬ ਕੀ ਹੈ? ਤੁਸੀਂ ਆਪ ਦੱਸ ਦਿਓ। ਘੰਟਾ ਲਾ ਕੇ ਦੱਸ ਦਿਓ, 2 ਘੰਟੇ ਲਾ ਕੇ ਦੱਸ ਦਿਓ। ਇਹ ਆ ਗਿਆ ਟਰੂ ਮੁਸਲਮ। ਅੱਜ ਨਵਾਂ ਕੇਸ ਬਣਿਆ ਆਬਦ ਸਾਹਿਬ, ਇਹ ਹੱਲ ਕਰਾ ਦੇ। आज केड़ा बार खुले आज की कट्टा खोले मरजाइयां दे खिलाफ। खोलो हां जरा रूहानी खजान दी जिल्द 15। बस 1 मिनट कंप्यूटर ऑन कर लिया। हां, बहुत बड़ा मसला खड़ा हो गया रात का। अच्छा, तो मसला बैठ जाएगा, कोई मसला नहीं। तेल शेल लाओ तो बह जाए शायद। मुझे तो नहीं बहता फिलहाल। नहीं मसले खड़े ही होंदे ने हल होने वास्ते। ਚਲੋ ਜੀ, ਅੱਜ ਬਿਠਾ ਦਿਓ ਤੇ ਮੈਂ ਤੁਹਾਨੂੰ ਮੰਨ ਜਾਗਾ। ਮੈਂ ਤੇ ਤੁਹਾਡੇ ਅੱਗੇ ਪੇਸ਼ ਕਰਨਾ ਵੀ ਤੁਹਾਡੀ ਉਧਰ ਰਸਾਈ ਹੈ, ਜਾ ਆ ਸਕਦੇ ਹੋ। ਸਾਡੇ ਤੇ ਉਹਨਾਂ ਨੇ ਕੰਧਾਂ ਮਾਰ ਲਈਆਂ ਨੇ, ਸਾਡੇ ਅੱਗੇ ਤੇ ਉਹਨਾਂ ਨੇ ਉੱਚੀਆਂ ਉੱਚੀਆਂ ਦੀਵਾਰਾਂ ਖੜੀਆਂ ਕਰਤੀਆਂ ਨੇ ਕਿ नहीं ਕੁੜੀ ਤੋਂ ਇਲਾਵਾ ਸਾਰੀਆਂ वो तो ऐसी गल नहीं है, थानू ही लावणगे वो ਪਹਿਲਾਂ ਨਹੀਂ ਲੈ ਰਹੇ। वो शुक्र करते ने कोई गैर आमदी आए ਅਸੀਂ ਉਹਦੇ ਨਾਲ ਡਿਬੇਟ ਕਰੀਏ। ਆਨੇ ਉਹ ਡਿਬੇਟ ਵਾਲੇ ਸਾਰਿਆਂ ਨੂੰ ਲੈਂਦੇ ਨੇ, ਮੈਨੂੰ ਨਹੀਂ ਲੈਂਦੇ। ਮੇਰੀ ਡਿਬੇਟ ਜਿਹੜੀ ਉਹਨਾਂ ਮੈਂ ਤੇ ਮੁਸੀਬਤ। ਤੁਸੀਂ ਨਾ ਡੰਗ ਮਾਰਿਆ ਕਰੋ ਉਹਨੂੰ। ਇਹ ਦੱਸੋ ਨਾ, ਮੈਂ ਪੜ੍ਹ ਕੇ ਤੇ ਤੁਹਾਨੂੰ ਪੁੱਛਣਾ ਵਾ ਵੀ ਜੇ ਮੈਂ ਸਵਾਲ ਕਰਾਂ ਤੇ ਕਿਆ ਮੈਂ ਡੰਗ ਮਾਰਿਆ, ਕਿਆ ਮੈਂ ਜ਼ਿਆਦਤੀ ਕੀਤੀ ਹੈ, ਇਹਦੇ ਵਿੱਚ ਕੋਈ ਜ਼ੁਲਮ ਕੀਤਾ ਤੇ ਮੈਨੂੰ ਦੱਸ ਦਿਓ। ਮੈਂ ਨਹੀਂ ਕਹਿਣ ਲੱਗਾ। ਕਿਹੜਾ ਇਨਸਾਫ ਤੁਹਾਡੇ ਕੋਲ ਮੈਂ ਕਰਵਾਉਣਾ। 15ਵੀਂ ਜਿਲਦ ਹੈ ਨਾ, 480 ਸਫਾ ਖੋਲਣਾ ਹੈ। ठीक है। रूहानी खजाइन जिल्द 15 सफ़ा 480। जी हाँ, मिर्जा साहब ने अपनी लिखी हुई है ना? जी जी, अपने हथ ही सोहने सोहने कूले कूले हथां नाल आप लिखी ने। वो तो बजा ही लिखा होना उन्होंने कुछ ना कुछ। ਜੇ ਗਲਤ ਕਿਉਂ ਲਿਖਣਾ ਨੇ? ਹੁਣ ਮੁਸੀਬਤ ਇਹ ਵੇ ਕਿ ਉਹ ਗੱਲ ਜੋ ਕੋਈ ਲਿਖਿਆ ਹੈ ਉਹੀ ਮੈਂ ਪੁੱਛਿਆ ਹੈ ਵੀ ਇਹ ਕੀ ਲਿਖਿਆ ਹੈ, ਤੇ ਉਹ ਛੱਡ ਕੇ ਦੌੜ ਗਿਆ ਦਨਾਨ ਮਤਲਬ। ਕਹਿੰਦਾ ਮੈਂ ਇਸ ਤੋਂ ਬਾਅਦ ਤੈਨੂੰ ਨਹੀਂ ਸਮਝਾ ਸਕਦਾ। ਮੈਂ ਕਿਹਾ ਮੈਂ ਕਿਹੜੀ ਯਾਰ? आया कौन सी उत्ते? ਅਦਨਾਨ ਮਤਲਬ। अदनान मतलूब को और मैं नहीं कदे नहीं देखा पहले। ਨਹੀਂ ਨਹੀਂ, ਇੱਥੇ ਆਮ ਹੁੰਦਾ, ਤੁਸੀਂ ਨਹੀਂ ਦੇਖਿਆ ਤੇ ਅੱਜ ਮਿਲਾ ਦਿੰਦੇ। ਸ਼ਾਇਦ ਥੱਲੇ ਹੀ ਹੋਇਆ, ਥੱਲੇ ਵਾਲੀ ਤੇ ਰਹਿਣਾ ਜ਼ਰਾ। ਮੈਂ ਤੁਹਾਨੂੰ अदनान मतलूब साहब जरा उत्ते तशरीफ ले साढ़े नाल थोड़ी आरफ तुरफ हो जाए थोड़ा। मैं देखता हूँ 1 मिनट। ਪਹਿਲਾਂ ਇਹਦਾ ਮਤਾਲਿਆ ਕਰ ਲਓ ਨਾ, ਫਿਰ ਪਹਿਲਾਂ ਮਤਾਲਿਆ ਕਰਕੇ ਤੇ ਫਿਰ ਕਿਸੇ ਨਾਲ ਤਾਰਫ ਸ਼ਾਰਫ ਕਰਿਓ ਨਾ। ਪਹਿਲਾਂ ਮਤਾਲਿਆ ਕਰ ਲਓ ਲਿਖਿਆ ਕੀ ਮਿਰਜ਼ਾ ਸਾਹਿਬ। अच्छा, नहीं मेरी अदनान मतलूब नाल गल नहीं हुई ना, मैं कदे सुनिया उन्होंने।
2 ਵਾਰੀ 3 ਵਾਰੀ ਗੱਲ ਪੁੱਛੀਏ ਅੱਗੋਂ ਗੁੱਸਾ ਕਰ ਜਾਂਦੇ ਨੇ, ਆਂਦੇ ਨੇ ਤੁਸੀਂ ਅਬੂ ਜਹਿਲ ਹੋ, ਤੁਸੀਂ ਫਲਾਣੇ ਟਮਕਾਣੇ ਹੋ। ਮੈਂ ਕਿਹਾ ਇਹਦੇ 'ਚ ਕੀ ਐਸੀ ਗੱਲ ਲਿਖੀ ਹੈ ਜਿਹਦੇ ਤੇ ਬੰਦਾ ਸਵਾਲ ਕਰੇ ਤੇ ਤੁਹਾਡੇ ਵਾਸਤੇ ਮਸਲੇ ਮਸਾਇਲ ਪੈਦਾ ਹੋ ਰਹੇ ਨੇ। ਆਮਰ ਭਾਈ ਚੌਹਾਨ ਸਾਹਿਬ ਦੇ ਦਰਵਾਜ਼ੇ ਬੰਦ ਕੀਤੇ ਨੇ ਅੱਜ? ਨਹੀਂ ਕਿੰਨੇ ਬੰਦ ਕੀਤੇ? ਪਤਾ ਨਹੀਂ, ਚੌਹਾਨ ਸਾਹਿਬ ਅੱਜ ਕਾਫੀ ਦੇਰ ਤੋਂ ਮੈਂ ਦੇਖ ਰਿਹਾ ਨੀਚੇ ਹੀ ਬੈਠੇ ਆ, ਰਿਕੁਐਸਟ ਨਹੀਂ ਪਾ ਰਹੇ। ਉਹਨਾਂ ਨੇ ਉੱਪਰ ਜਾਣਾ ਬੰਦ ਕਿਹੜੀ ਕੀਤਾ। ਆਈਡੀ? ਕਿਹੜੀ ਆਈਡੀ ਉਹਨਾਂ ਦੀ? ਤਾਰਕ ਚੌਹਾਨ ਦੇ ਨਾਂ ਦੀ। ਨਹੀਂ, ਉਹ ਮੈਂ ਕਿਹਾ ਜਿਹੜੀ ਮੁਜੱਦਦ ਵਾਲੀ ਆਈਡੀ ਹੈ ਨਾ, ਉਹਦੇ ਨਾਲ ਉਹ ਕਾਲ ਨਹੀਂ ਪਾ ਸਕਦੇ, ਪ੍ਰੋਬਲਮ ਬਣਦੀ ਹੈ। ਤੇ ਤਾਰਕ ਚੌਹਾਨ ਦੀ ਆਈਡੀ ਨਾਲ ਸਕਦੇ, ਲੇਕਿਨ ਇਸੇ ਭਾਰਤ ਉੱਤੇ ਮੇਰਾ ਤੇ ਉਹਨਾਂ ਦਾ ਇਖਤਲਾਫ, ਮੇਰਾ ਤੇ ਉਹਨਾਂ ਦਾ ਰਾਤੀ ਐਸੇ ਗੱਲ ਤੇ ਇਖਤਲਾਫ ਹੋਇਆ ਨਾ, ਉਹਨਾਂ ਨੂੰ 1 ਮਿੰਟ ਖਾਮੋਸ਼ ਰਹਿਣਾ। ਤੁਸੀਂ ਚੌਹਾਨ ਸਾਹਿਬ ਮੈਨੂੰ ਆਬਦ ਸਾਹਿਬ ਨੂੰ ਗੱਲ ਪੁੱਛ ਲੈਣ ਦਿਓ ਵੀ ਇਹ ਕੀ ਸਮਝਦੇ ਨੇ ਇਸ ਗੱਲ ਦੀ, ਫਿਰ ਚੌਹਾਨ ਸਾਹਿਬ ਨਾਲ ਤੁਹਾਡੀ ਗੱਲ ਕਰਾਉਂਦੇ ਹਾਂ। ਆਬਦ ਸਾਹਿਬ रूहानी खजाइन जिल्द 15 ਕੀ ਲਿਖਿਆ? ਹੁਜਤੁਲ ਇਸਲਾਮ ਕਿਤਾਬ ਦਾ ਨਾਮ। ਸਫਾ ਨਹੀਂ, ਤਰਿਆਕੁਲ ਕਲੂਬ ਸਫਾ 480 ਦੇ ਉੱਤੇ ਤਰਿਆਕੁਲ ਕਲੂਬ ਪਈ। ਇਹ ਜਿਲਦ 15 ਤੇ ਹੁਜਤੁਲ ਇਸਲਾਮ ਆ ਰਹੀ ਹੈ। ਉੱਥੇ 4-5 ਕਿਤਾਬਾਂ ਪਈਆਂ ਨੇ, ਵਿੱਚ ਤਰਿਆਕੁਲ ਕਲੂਬ ਵੀ ਹੈ ਨਾ। ਕੱਲੀ ਹੁਜਤੁਲ ਇਸਲਾਮ ਤੇ ਨਹੀਂ ਨਾ ਹੈ 15ਵੀਂ ਜਿਲਦ ਵਿੱਚ। ਚਲੋ ਆਰਕਾਈਵ ਤੇ ਖੋਲ ਲੈਨੇ ਆ। ਕਿਉਂ, ਇੱਥੇ ਕੀ ਮਸਲਾ ਹੋ ਗਿਆ? ਪਤਾ ਨਹੀਂ। ਇਹ ਆ ਗਈ ਹੈ ਜੀ ਤੁਹਾਡੀ ਰੂਹਾਨੀ ਖਜ਼ਾਇਨ ਸ਼ਰੀਫ ਜਿਲਦ 15। ਦਫਾ 400 ਸਮਥਿੰਗ 80 480। ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਬਹੁਤ ਬੜੇ ਸਫ਼ੇ ਨੇ ਇਹਨਾਂ ਦੇ, 700 800। ਇਹਦੇ 2 3 4 ਕਿਤਾਬਾਂ ਹੋਣਗੀਆਂ ਨਾ। ਇਹ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਸਾਰੀਆਂ ਆਪਣੇ ਜ਼ਹਿਨ ਨਾਲ ਲਿਖੀਆਂ ਨੇ। ਇਹ ਹੁਣ ਅਸੀਂ ਕਿਸ ਤਰ੍ਹਾਂ ਜਵਾਬ ਦੇ ਸਕਨੇ ਆ? ਤੇ ਬਹੁਤ ਉਲਮਾ ਦੀ ਮਦਦ ਹੋਈ ਨੇ, ਉਹਨਾਂ ਨੇ ਵੀ ਕੁਝ ਦੱਸਿਆ। ਤੁਹਾਡਾ ਜ਼ੇਨ ਲੈ ਕੇ ਗਏ ਸੀ ਉਹ ਕਿਰਾਏ ਤੇ? ਨਹੀਂ ਹੁੰਦਾ ਹੈ ਨਾ ਕਿ ਇੱਕ ਬੰਦਾ ਜਿਹੜਾ ਹੁੰਦਾ ਹੈ ਮੁਸੰਨਫ ਦਾ ਨਾਂ ਤੇ ਹੁੰਦਾ ਇਸ ਕਿਤਾਬ ਲਿਖੀ ਹੈ, ਲੇਕਿਨ ਕਦੀ ਕਦੀ ਇਸ ਤਰ੍ਹਾਂ ਹੁੰਦਾ ਹੈ ਕਿ ਉਹਦੇ ਪਿੱਛੇ ਬੈਕਗਰਾਉਂਡ ਹੋਰ ਹੁੰਦਾ। ਕਿਤਾਬ ਦੀ ਮਦਦ ਜਿਹੜੀ ਲਿਖੀ ਹੁੰਦੀ ਹੈ ਜ਼ਿਆਦਾ ਕਿਸੇ ਹੋਰ ਬੰਦੇ ਨੇ, ਉਹਦੀ ਮਦਦ ਕੀਤੀ ਜਾਂਦੀ ਹੈ। ਉਹਨੂੰ ਕਿਹਾ ਜਾਂਦਾ ਇੰਝ ਲਿਖਿਆ ਗੱਲ ਇੰਝ ਬਣਾ ਇੰਝ ਕਰ। ਮੌਲਵੀ ਚਿਰਾਗ ਦੀਨ ਕੋਲੋਂ ਲੈ ਕੇ ਮਦਦ ਲਿਖਦੇ ਰਹੇ ਨੇ ਬਰਾਈ ਨੇਮ ਦੀ ਵਗੈਰਾ। ਉਹ ਸਾਰੀ ਮੁਸੰਨਫ ਇੱਕ ਬੰਦਾ ਨਹੀਂ ਹੁੰਦਾ, ਉਹਦੇ ਪਿੱਛੇ ਹੋ ਸਕਦਾ 4-5 ਹੋਵਣ, ਤੇ ਕਿਤਾਬ ਦੇ ਉੱਤੇ ਇੱਕੇ ਬੰਦੇ ਦਾ ਨਾਮ ਲਿਖ ਦਿੱਤਾ ਗਿਆ। ਲਿਖਣ ਵਾਲੇ ਨੂੰ ਕੁਝ ਗੱਲਾਂ ਯਾਦ ਹੀ ਨਾ ਹੋਵਣ ਕਿ ਮੈਂ ਕੀ ਲਿਖਿਆ ਸੀ, ਕੀ ਜਵਾਬ ਦਿੱਤਾ ਸੀ, ਕੀ ਕਿਹਾ ਸੀ, ਉਹਨੂੰ ਪਤਾ ਹੀ ਨਹੀਂ ਹੁੰਦਾ। ਉਹ ਕਦੀ ਕਦੀ ਭੁੱਲ ਜਾਂਦਾ, ਇੱਕ ਗੱਲ ਲਿਖ ਕੇ ਨਾ ਅੱਗੇ ਉਹਦੇ ਆਪੋਜ਼ਿਟ ਲਿਖ ਦਿੰਦਾ। ਉਹ ਆਪਣੇ ਜ਼ਹਿਨ ਦੇ ਨਾਲ ਤਾਂ ਨਹੀਂ ਲਿਖਦਾ, ਉਹਨੂੰ ਨਹੀਂ ਪਤਾ ਹੋਣਾ ਕਿ ਮੈਂ ਅੱਗੇ ਇੱਕ ਗੱਲ ਦੇ ਮੁਤਜ਼ਾਦ ਲਿਖ ਰਿਹਾ। ਆਮਰ ਸਾਹਿਬ ਤੁਹਾਡਾ ਮਾਈਕ ਹੋ ਗਿਆ ਬੰਦ। ਮੈਂ ਆ ਗਿਆ 477 ਸਫ਼ੇ ਤੇ 80 ਸਫ਼ਾ। ਇਹ ਆ ਗਿਆ ਜੀ 80 ਸਫ਼ਾ 480। ਮੈਂ ਆ ਪਹੁੰਚਿਆ ਜੀ। ਇਹ ਜਿੱਥੋਂ ਸ਼ੁਰੂ ਹੁੰਦਾ ਹੈ ਨਾ, ਇਸ ਤੋਂ 2 ਲੈਣਾ ਉੱਤੋਂ ਪੜ੍ਹਨਾ ਸ਼ੁਰੂ ਕਰੋ। ਪਿਛਲੇ ਸਫ਼ੇ ਦੀਆਂ ਆਖਰੀ 2 ਲੈਣਾ ਪੜ੍ਹੋ।
479 दियाँ। हाँ जी, आखिरी 2 लाइन। अच्छा, अहले कशफ ने महदी ख़ातम अल वलायत की अलामतों में से लिखा है और बयान किया है कि वो आखिरी महदी जिसकी वफ़ात के बाद और कोई महदी पैदा नहीं होगा। अच्छा, ये लिखते रहे कि अहले कशफ ने महदी ख़ातम अल वलायत की अलामतों में ये से नहीं है, लिखा है कि आखिरी महदी जिसकी वफ़ात के बाद कोई और महदी नहीं पैदा होना चाहिए। अगला फिक्रा किए, खुदा से बराह रास्त हिदायत पाएगा, अगला यानी कि फिक्रा वो किए। जरा हिदायत मिलेगी डायरेक्ट अल्लाह के थ्रू मिलेगी इन्हें, जिस तरह आदम ने खुदा से हिदायत पाई और वो उन अगर अलूम पढ़ो हम भला ये सफ़ा वो नहीं है, 2 लाइना में क्या 400। रूहानी खजाइन जिल्द 15 480 त्रियाकुल कुलूब, हाँ यही है ना। तो इधर से मैं आ गया हूँ। हाँ, पढ़ो हाँ अगों, आदम खुदा 2-3 से लाइना हामल कट्ठियां पढ़ो। और ज़ाहिर मुनासब आदम से कि वो भी जोज की सूरत पैदा हो गई, यानी मज़कूर और मुज़क्कर नहीं और नहीं, ये मुअन्नस। नहीं है, ये नहीं है, ये ये पेज किड़ा गलत है यहाँ ते। कि कितों खोलिया जा आर्काइव तो? जी आर्काइव तो नहीं नहीं, तुसी इन्हां दी वैबसाइट ते ਉਹੀ चेक करो। ਕਿਤਾਬਾਂ ਨੇ ਜਿਹੜੀਆਂ ਉਹਨਾਂ ਦੀਆਂ नहीं, वो alislam.org। पुराना एडिशन जेड़ा पुराने एडिशन दे विच सफ़ियां दा फर्क हुंदा है ना। ਅੱਛਾ ਚਲੋ ਇਹਨਾਂ ਦੀ आर्काइव ते पुराना किसी ने अपलोड। alislam.org ਤੇ ਚਲੇ ਜਾਣੇ ਆ, ਇਹ ਸਾਰੀਆਂ ਕਿਤਾਬਾਂ ਆ हाँ ਗਈਆਂ। जी हाँ जी। ਅੱਛਾ, ਕਿਤਾਬ ਰੂਹਾਨੀ ਖਜ਼ਾਨ ਦਾ ਨੰਬਰ ਕਿੱਥੇ ਲਿਖਿਆ ਨੇ? ਇਹ ਦੇਖੋ ਨੇ ਤੇ ਲਾਇਬ੍ਰੇਰੀ च गए हो? ਹਾਂਜੀ, ਇਹ ਦੇਖੋ ਨੇ, ਇਹ ਤੇ ਮਤਲਬ 82 ਸ਼ੁਰੂ ਕਿਤਾਬਾਂ ਆ ਤੇ ਗਈਆਂ ਕਿਸੇ ਨੇ। ਬੰਦੇ ਨੂੰ ਪੜਾਉਣਾ ਪਏ, ABC ਸਿਖਾਓ ਉਹਨੂੰ ਪਹਿਲੇ, ਕਿੱਥੇ ਲਿਖਿਆ ਹੈ कोई ਨਾਲ। गल नहीं। मिर्जा साहब ਦੀਆਂ ਕਿਤਾਬਾਂ ਵੇਖੋ ਨਾ ਪਈਆਂ ਨੇ ਉੱਤੇ। ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਵੀ ਇੰਝ ਨੇ ਜਿਸ ਤਰ੍ਹਾਂ ਉਹਨਾਂ ਦੀਆਂ ਤਾਰੀਰਾਂ ਨੇ, ਇੱਕ ਜਗ੍ਹਾ ਕਹਿੰਦੇ ਨੇ ਮੈਂ ਇਕਰਾਰ ਆ, ਮੈਂ ਨਬੀ ਆ, ਦੂਸਰੀ ਜਗ੍ਹਾ ਕਹਿੰਦੇ ਨੇ ਮੈਂ ਤੇ ਨਹੀਂ ਆ, ਮੈਂ ਤਾਂ ਇੰਝ ਆ, ਤੇ ਮੈਂ ਇਹ ਤਾਂ ਇਹ ਉਂਝ ਇਹ ਇੰਜ ਨਾ ਕਰੋ, ਇਹ ਇੰਜ ਨਾ ਕਰੋ, ਇਹ ਸਬਰ ਰੱਖੋ, ਕਿਤਾਬਾਂ ਤੁਹਾਨੂੰ ਵੀ ਉਹਨਾਂ ਦੱਸਣੇ ਦੀਆਂ ਕੀ। ਇੰਝ ਹੀ ਉਂਝ ਨੇ ਨਾ, ਇਹਦੇ ਪੜ੍ਹਨ ਤੁਸੀਂ ਵਾਲਾ ਇਬਾਰਤ ਪੜਨ ਤੋਂ ਪਹਿਲਾਂ ਹੀ ਭੰਡੀ ਪਾਣ ਲੱਗੇ ਹੋ ਨਾ, ਪਹਿਲਾਂ ਇਬਾਰਤ ਨਹੀਂ, ਪੜ੍ਹ ਇਹ ਲਓ ਨਾ। ਪੜ੍ਹਿਆ ਲਿਖਿਆ ਬੰਦਾ ਕਨਫਿਊਜ਼ ਹੋ ਜਾਣਾ, ਮੈਂ ਕਸਮ ਖਾ ਕੇ ਕਹਿ ਸਕਦਾ। ਕੋਈ ਕਾਫਰ ਲੈ ਆਏ, ਉਹ ਵੀ TC ਨਾ ਸਾਹਿਬ ਨਾ 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 ਲੈ ਲਓ ਨਾ, ਤੁਸੀਂ ਲੈ ਰਹੇ ਹੋ ਉਹਨਾਂ ਨੇ, ਨਹੀਂ, ਤੁਸੀਂ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਿਉਂ ਕਹਿੰਦੇ? ਮੈਂ ਤੁਹਾਨੂੰ ਕਹਿ ਰਿਹਾ ਕਿ ਸਮਝ ਨਹੀਂ ਆ ਮਿਰਜ਼ਾ ਰਹੀ ਇਹਨਾਂ ਸਾਹਿਬ ਦੀਆਂ ਕਿਤਾਬਾਂ ਦੀ, ਮਤਲਬ ਕਿਹੜੀ ਤਰਫ ਲਿਖਿਆ, ਉਹਨਾਂ ਦਾ ਕਿਤਾਬਾਂ ਦਾ ਨੰਬਰ ਲਿਖਿਆ। ਉਹ ਪਰ ਬਾਅਦ ਚ ਕਰਿਆ ਜੇ ਨਾ, ਪਹਿਲਾਂ ਦਲੀਲ, ਪਹਿਲਾਂ ਸਬੂਤ ਦੇ ਤੌਰ ਤੇ ਕੋਈ ਚੀਜ਼ ਰੱਖ ਕੇ ਫਿਰ ਆਖਿਆ ਜੇ ਨਾ ਕਿ ਵੀ ਇਹ ਤਹਿਰੀਰ ਜਿਹੜੀ ਹੈ, ਇਹਦੇ ਚ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ, ਐਵੇਂ ਨਾ ਰਿਵਾਜ ਨਾ। ਅੱਛਾ, ਇਹ ਆ ਗਿਆ। ਸਾਰੀ ਜੀ ਆਲਾ ਜਿਹੜਾ ਪਈ ਹੈ ਸਮਝ ਨਹੀਂ ਮੇਰੇ ਇਹ ਦੇਖੋ ਕਿਹੜੀ ਕਿਤਾਬ ਹੈ 15 ਚ? ਤਰੀਆਕ ਹਾਂ, ਕੁਲੂਬ ਇਹਦੇ ਤੇ ਖੋਲਿਆ ਕਲਿੱਕ ਕਰੋ। ਡਾਇਰੈਕਟ। ਹਾਂ ਜੀ, ਇਹੀ ਖੋਲਿਆ। ਆ ਖੋਲੋ। ਹੁਣ ਇਹਦਾ ਕੀ ਪਤਾ ਚੱਲੇ ਕਿਤਨਾ ਸਫਾ ਹੈ?
मेहदी ख़ातमुल वलायत की अलामतों में से लिखा और बयान किया कि वह आखिरी मेहदी जिसकी वफ़ात के बाद और कोई मेहदी पैदा नहीं होगा। ये तो वही आ गया। ਰੀਜ਼ੀ ਉਹਦੇ ਥੱਲੋਂ ਜ਼ਾਹਿਰ ਭਾਈ ਨੂੰ ਬੁਲਾ ਲਿਆ ਸ਼ਾਇਦ ਉਹ ਆ ਗਏ 482 ਕਾਸੇ मिर्ज़ा साहब सफ़िया की उलझाए हुए ਸਫਾ ਹੀ ਮੈਂ ਫਿਰ ਗਲਤ ਦੱਸਣ ਲੱਗਿਆ, ਫਿਰ ਕਸੂਰ ਮੇਰਾ ਹੀ ਹੈ ਕਿ ਇਹ ਤਾਂ ਵਾਕਈ ਸਫਾ ਹੋ ਗਈ। नहीं तुसी कोई तहरीर पढ़ी होनी है मिर्ज़ा साहब की, तो बंदा उलझ जाना ना। ਨਹੀਂ ਨਹੀਂ, ਇੱਕ ਮਿੰਟ ਮੈਨੂੰ ਦੇਖਣ ਦਿਓ। ਰਾਤੀ ਮੈਂ ਸਫਾ ਜਿਹੜਾ ਖੋਲ੍ਹਿਆ ਸੀ ਨਾ, ਉਹਦੇ 'ਚ ਮੈਂ ਇੱਥੇ ਹੁਣ ਤੁਹਾਨੂੰ ਚੈੱਕ ਕਰ। अच्छा, एक पेज के उत्ते 2 सफ़े लिखे हुए ने, इसकी की वजह है? उत्ते सफ़ा और लिखे आ ते थल्ले और लिखे आ नंबर। 280 ਕਹਿਣਾ ਸੀ, 480 ਕਹਿ 280 ਕਹਿਣਾ ਸੀ, 280 ਕਹਿਣਾ ਸੀ ਤੇ ਮੈਂ 480 ਕਹਿ ਦਿੱਤਾ। अच्छा 280। अच्छा, सफ़े के उत्ते नंबर हो रहे ते सफ़े के बॉटम ते थल्ले नंबर हो रहे। ਨਹੀਂ ਉਹ ਛੱਡ ਦੋ, ਮੈਂ ਬਾਅਦ 'ਚ ਦੱਸਣਾ ਵਾ। 280 ਕਹਿਣਾ ਸੀ, ਮੇਰੇ ਮੂੰਹ 'ਚ 480 ਨਿਕਲ ਗਿਆ। ਤੁਸੀਂ ਉਹ ਮੈਨੂੰ ਗਲਤੀ ਦੀ ਮਾਫੀ ਦੇ ਦਿਓ ਤੇ 280 ਸਫਾ ਖੋਲੋ ਤੇ ਉਹਦੇ ਚੂੜਾ सिर्फ चूड़े ही भंग पींदे ने, बाकी नहीं पींदे। ਨਹੀਂ, ਉਸ ਜ਼ਮਾਨੇ 'ਚ ਭੰਗੀ ਹੋਰ ਬੰਦੇ ਨੂੰ ਕਿਹਾ ਜਾਂਦਾ ਸੀ ਜਿਹੜਾ ਗੰਦ ਚੁੱਕਦਾ ਸੀ। ਅੱਜ ਕੱਲ ਭੰਗੀ ਉਹਨੂੰ ਕਹਿੰਦੇ ਨੇ ਜਿਹੜਾ ਭੰਗ ਪੀਂਦਾ ਹੈ। ਇਹਨਾਂ ਦੋਵਾਂ 'ਚ ਫਰਕ ਹੈ। ਅੱਜ ਕੱਲ ਜਿਹੜਾ ਭੰਗ ਪੀਂਦਾ ਉਹਨੂੰ ਭੰਗੀ ਕਹਿੰਦੇ ਨੇ। ਉਸ ਜ਼ਮਾਨੇ ਜਿਹੜਾ ਗੰਦਗੀ ਉਠਾਉਂਦਾ ਸੀ, ਸਫਾਈ ਵਾਲਾ ਜਿਹੜਾ, ਜਿਹਨੂੰ ਉਹਨੂੰ ਭੰਗੀ ਕਹਿੰਦੇ ਸੀ। ਜਿਹੜਾ ਖਾਕ ਰੋਬ ਸੀ, ਉਹਨੂੰ ਖਾਕ ਰੋਬ। ਉਰਦੂ ਦੀ ਕਲਾਸ ਵੀ ਨਾਲ ਲਗਾਉਣੀ ਪਏਗੀ जिन्हों आज कल कानों की नजासत उठाता है और 1-2 दफ़ा चोरी भी पकड़ा गया है और चंद दफ़ा जना में भी गिरफ्तार होकर उसकी रसवाई हो चुकी है और चंद साल जेल खाना में कैद भी रह चुका है और चंद दफ़ा ऐसे ਇਹਦੇ ਬਾਅਦ ਗੱਡੀ ਪਿੱਛਾ ਮੁੜਨ ਲੱਗੀ, ਧਿਆਨ ਕਰਿਓ। ਅੱਗੋਂ ਰਿਵਰਸ ਗੇਅਰ ਲੱਗਣ ਲੱਗਾ, ਯੂ ਟਰਨ ਆਉਣ ਲੱਗਾ। ਅੱਗੋਂ पढ़ो। और उसे गांव के शरीफ लोगों की तरफ दावत का पैगाम लेकर आवे और कहे कि जो शख्स तुम में से मेरी इताअत नहीं करेगा तो उसे जहन्नम में डालेगा। अच्छा, आगे। लेकिन बावजूद इस इम्कान के जब से कि दुनिया पैदा हुई है कभी खुदा ने ऐसा नहीं किया। कभी खुदा ने ऐसा नहीं किया। आ रही कि इस तरह दियां मतलब बंदा इतना गंदा होए, गुनहगार होए, मुजरम होए
ऐसे ऐसे घटिया ਪਹਿਲਾਂ ਕਹਿੰਦੇ ਨੇ ਬਣ ਜਾਏ, ਅੱਗੂ पढ़ो ना, ਅੱਗੂ पढ़ो तो पता लगेगा ना ਅੱਗੇ ਜਾ ਕੇ ਕੀ ਆਂਦੇ ਨੇ। अगू कहते हैं ना, अच्छा और कहे कि जो शख्स तुमसे मेरी इताअत नहीं करेगा खुदा उसे जहन्नम में डालेगा। लेकिन बावजूद इस मकान के जब से कि दुनिया पैदा हुई है कभी खुदा ने ऐसा नहीं किया। वो कहते हैं कि अल्लाह ताला ने जदू दुनिया पैदा की ऐसा किता ही नहीं है कि इस तरह के चूड़े भंगी नूं मतलब है कि नबी बनाया हुए, क्योंकि अच्छा ऐसा करना ਅੱਗੇ उसकी हिकमत और मसलहत के ख़िलाफ़ है। और वो जानता है कि लोगों के लिए ये एक फोकल ताकत ठोकर की जगह है कि एक ऐसा शख्स जो पुश्त दर पुश्त वो नीच है। बाप और दादा भी परदादा जहाँ तक मालूम है कौम की नीच हैं और हमेशा से शरीर और बदकार होते चले हैं और मवेशियों की तरह अदना खिदमतें करते रहे हैं। अब अगर लोगों से उसकी इताअत कराई जाए तो किसी जगह बात करने के लिए फिक्री है इंसान के अल्लाह ताला ने पुराना का नबी नबी बनाना ਉਹਦਾ ਖਾਨਦਾਨ ਵੀ अल्लाह ने देखना, खानदान भी अल्लाह होना चाहिए ना। ये गल भी मिर्जा साहब की दुरुस्त है, ਇਹਦੇ 'ਚ कोई हर्ज वाली मजाकी वाली गल नहीं है, उन्होंने बिल्कुल दुरुस्त फरमाया। को अगला चाल फिक्रा चलन है, सब अच्छे समझ हो आ क्योंकि माफरू को ऐसी अलग खानदान और जाति के साथ भेजे ताकि कोई दिल इनकी इताअत से कराहत ना करे, ताकि ਜਿਹੜੇ ਉਹਨਾਂ ਨੇ ਮੰਨਣੇ ਵਾਲੇ ਨੇ ਉਹ ਮਤਲਬ ਕਰਾਹਤ ਨਾ ਉਹਨਾਂ ਦੇ ਦਿਲ ਵਿੱਚ ਕੋਈ ਖਿਆਲ ਨਾ ਆਏ ਕਿ ਇਹ ਚੂੜਾ ਭੰਗੀ ਚਮਾਰ लानी किसे भेज देता इन्हों ठीक अगे अगे यही वजह है कि जो तमाम नबी अलैहिस्सलाम आला कौम और ख़ानदान में से आते रहे हैं, इसी हिकमत और मसलहत की तरफ इशारा है कि अल्लाह ताला ने कुरान में हमारे सईदा मौला नबी सल्लल्लाहु अलैहि वसल्लम के वजूद बावजूद की निस्बत इन दोनों खूबियों का तज़किरा जैसा कि वो फरमाता है, यानी तुम्हारे पास वो रसूल आया है जो ख़ानदान और ठीक कबीला और कौम के लिहाज से तुमसे लिहाज से तमाम दुनिया से बढ़कर है और सबसे ज़्यादा पाक और बुज़ुर्ग ख़ानदान रखता है। और एक और जगह कुरान शरीफ और रास्तबाजों की ठीक बुजुर्ग हो वालदा आमना मासूमा के पेट में पड़ा। ठीक हो ये मिर्जा साहब ये ਹੁਣ त्रै ਦੱਸੋ चार गल्लां ते बड़ियां दिल की छूने वालियां ने, इन्हां दा इनकार ते कोई कर ही नहीं ਬਿਲਕੁਲ सकता। ਠੀਕ ਨੇ। ਇਹ ਜਿਹੜੀਆਂ ਗੱਲਾਂ ਨੇ ਮੇਰੇ ਵੀ ਦਿਲ ਨੂੰ ਛੂੰਦੀਆਂ ਨੇ, ਮੈਂ ਕਦੋਂ ਇਹਨਾਂ ਨਹੀਂ ਛੂੰਦੀਆਂ। ਹੁਣ ਇਹਨਾਂ ਸਾਰੀ ਤਹਿਰੀਰ ਜਿਹੜੇ ਤੁਸੀਂ ਪੜ੍ਹੀ ਹੈ, ਇਹਦੇ जी ਤੋਂ ਨਤੀਜਾ ਕੀ ਕੱਢਿਆ ਹੈ ਕਿ ਇੱਕ ਚੂੜਾ ਤੇ
ਇਹਦੇ ਬਾਵਜੂਦ ਪਹਿਲੀ ਦਫਾ ਬਣ ਸਕਦਾ ਹੈ। ਉਹਨਾਂ ਨੇ ਕਿਹਾ ਠੀਕ ਹੈ ਬਣ ਸਕਦਾ, ਅੱਗੇ ਜਾ ਕੇ ਦੀ ਮਿਰਜ਼ਾ ਸਾਹਿਬ ਨੇ ਉਸੇ ਨਹੀਂ ਉਹਦੀ ਹਿਕਮਤ ਦੇ ਖਿਲਾਫ ਹੈ। ਇੰਨੀ ਜੀ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ, ਐਵੇਂ ਹੀ ਲੈ ਕੇ ਬੈਠੇ ਹੋਏ ਹੋ। ਅਨਪੜ੍ਹ ਤੇ ਜਾਹਿਲ ਗੱਲ ਹੈ ਕਿ ਅੱਲਾਹ ਤਾਲਾ ਦੀ ਕੁਦਰਤਾਂ ਤੇ ਸਭ ਹੈ, ਅੱਲਾਹ ਤਾਲਾ ਹਰ ਚੀਜ਼ ਕਰਦਾ ਹੈ। ਇਹਨਾਂ ਨੇ ਕੁਦਰਤ ਦਾ ਨਹੀਂ ਖੋਤੇ ਨੂੰ ਬੰਦਾ ਵੀ ਬਣਾ ਸਕਦਾ ਹੈ ਅੱਲਾਹ ਚਾਹੇ ਤੇ, ਲੇਕਿਨ ਉਹ ਹਿਕਮਤ ਵਾਲਾ ਵੀ ਹੈ, ਅਜ਼ੀਜ਼ੁਲ ਹਕੀਮ ਹੈ, ਗਾਲਿਬ ਵੀ ਹੈ ਮਗਰ ਹਿਕਮਤ ਵਾਲਾ ਵੀ ਹੈ। ਇਸ ਵਜ੍ਹਾ ਨਾਲ ਕੁਝ ਚੀਜ਼ਾਂ ਉਹ ਕਰ ਤੇ ਸਕਦਾ ਹੈ ਲੇਕਿਨ ਉਹਦੀ ਹਿਕਮਤ ਦੇ ਖਿਲਾਫ ਨੇ, ਇਸ ਲਈ ਹੁੰਦੀਆਂ ਨੇ। ਇਹ ਬਿਆਨ ਕੀਤਾ ਗਿਆ ਇਹਦੇ ਵਿੱਚ। ਯਾਨੀ ਯਾਦ ਸਕਦਾ ਪਰ ਆਏਗਾ ਨਹੀਂ। ਪਹਿਲੀ ਤਾਰੀਰ ਚ ਇਹ ਹੈ ਕਿ ਇਸ ਤਰ੍ਹਾਂ ਦਾ ਗੰਦਾ ਗਲੀਦ ਚੂੜਾ ਭੰਗੀ ਹੋਏ ਤੇ ਮਿਰਜ਼ਾ ਸਾਹਿਬ ਲਿਖਦੇ ਨੇ ਉਹ ਨਬੀ ਬਣ ਸਕਦਾ। ਉਹਨਾਂ ਨੇ ਇਹ ਇਕਰਾਰ ਕੀਤਾ ਹੈ ਤੇ ਤਾਰੀਰਨ ਇਕਰਾਰ ਕੀਤਾ ਹੈ, ਲਿਖਿਆ ਹੈ ਕਿ ਬਣ ਸਕਦਾ ਨਹੀਂ ਲਿਖਿਆ, ਇਹ ਲਿਖਿਆ ਕਿ ਅੱਲਾਹ ਤਾਲਾ ਨੂੰ ਤੇ ਕੁਦਰਤ ਹੈ, ਵੈਸਾ ਕਰ ਸਕਦਾ ਹੈ ਲੇਕਿਨ ਉਹ ਕਰਦਾ ਨਹੀਂ ਕਿਉਂਕਿ ਉਹਦੀ ਹਿਕਮਤ ਦੇ ਖਿਲਾਫ ਹੈ। ਸਮਝੋ ਜੀ ਆਬਾ ਸਾਹਿਬ, ਹੁਣ ਗੱਲ ਸਮਝ ਲਓ ਤੁਸੀਂ ਵੀ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ, ਇਹ ਦੱਸ ਬਣ ਸਕਦਾ ਨਾ। ਮਿਰਜ਼ਾ ਸਾਹਿਬ ਦੇ ਬਕੌਰ ਬਣ ਸਕਦਾ ਉਹਨਾਂ ਨੇ ਲਿਖਿਆ। ਨਹੀਂ ਜੀ, ਅਸਲਾਮ ਵਾਲੇਕੁਮ। ਗੱਲ ਇਸ ਤਰ੍ਹਾਂ ਸਿਰਫ ਇੰਨੀ ਹੈ, ਇਹ ਗੱਲ ਤਾਂ ਬੜੀ ਆਸਾਨ ਹੈ ਔਰ ਰੋਜ਼ਮਰਾ ਜ਼ਿੰਦਗੀ 'ਚ ਹੁੰਦਾ ਵੀ ਰਿਹਾ ਹੈ ਨਾ। ਅਮਰ ਨਜ਼ੀਰ ਸਾਹਿਬ ਵੀ ਵੇਖਿਆ, ਪਰ ਜਿਸਲੇ ਦਿਲ ਕਰੇ ਸਮਝ ਜਾਂਦੇ, ਜਿਸਲੇ ਦਿਲ ਨਾ ਕਰੇ ਸਮਝਦੇ ਨਹੀਂ ਹੈਗੇ। ਅੱਛਾ, ਮੈਂ ਇੱਕ ਦਫਾ ਥੋੜੀ ਜਿਹੀ ਤਾਰੀਰ ਨੂੰ ਦੁਬਾਰਾ ਪੜ੍ਹਨਾ ਚਾਹਣਾ ਅਮਰ ਸਾਹਿਬ, ਜਿੱਥੇ ਮੈਂ ਭਾਈ ਦੁਬਾਰਾ ਪੜ੍ਹ ਲਓ, ਦੁਬਾਰਾ ਪੜ੍ਹ ਲਓ, ਤੇਜ਼ੀ ਨਾਲ ਪੜ੍ਹ ਲਿਆ ਕਿ ਤਾਰਕ ਸਾਹਿਬ ਨੂੰ ਬੁਖਾਰ ਹੈ ਐਂਡ ਤੇ ਉਹਦਾ ਨਿਚੋੜ ਦੇਖਣਾ ਕੀ ਹੈ ਜਿਹੜਾ ਮਿਰਜ਼ਾ ਸਾਹਿਬ ਨੇ ਇਤਨੇ ਅਲਫਾਜ਼ ਦੁਹਰਾਏ ਨੇ ਤੇ ਇਹਨਾਂ ਮਕਸਦ ਕੀ ਹੈ ਕਿ ਆਖਰ ਤੇ ਕੀ ਲਿਖਿਆ ਨੇ ਉਹ ਅੱਲਾਹ ਬਣਾ ਸਕਦਾ ਹੈ। ਜੀ ਗੱਲ ਇਹ ਨਹੀਂ ਸਿਰਫ ਹੈਗੀ ਹੈ। ਤੇ ਹੁਣ ਤੁਸੀਂ ਆਈਨੇ ਪਾਕਿਸਤਾਨ ਦੀ ਇੱਕ ਮਿਸਾਲ ਦੇ ਰਿਹਾ ਮੈਂ। ਆਈਨੇ ਪਾਕਿਸਤਾਨ ਵਿੱਚ ਵਜ਼ੀਰ ਆਜ਼ਮ ਕੋਲ ਇਖਤਿਆਰ ਹੈ ਕਿ ਉਹ ਕਿਸੇ ਵੀ ਜਿਹੜੇ ਸੀਨੀਅਰ ਜਨਰਲ ਹੁੰਦੇ ਨੇ ਉਹਨਾਂ 'ਚ ਕਿਸੇ ਨੂੰ ਵੀ ਜਿਹੜਾ ਨਾ ਭਾਵੇਂ ਉਹਦੀ ਪੋਸਟਿੰਗ ਆਖਰੀ ਹੋਏ, ਜੂਨੀਅਰ ਤਰੀਨ ਹੋਏ, ਉਹਨੂੰ ਚੀਫ ਆਫ ਆਰਮੀ ਸਟਾਫ ਬਣਾ ਸਕਦਾ। ਗੱਲ ਸਿਰਫ ਇੰਨੀ ਹੈ, ਹਜ਼ਰਤ ਸਾਹਿਬ ਨੇ ਇਹੀ ਲਿਖਿਆ ਹੈ ਕਿ ਇਹ ਅੱਲਾਹ ਤਾਲਾ ਕੋਲ ਇਖਤਿਆਰ ਹੈ। ਉਹ ਕਿਹਨੂੰ ਬਣਾਉਂਦਾ ਹੈ? ਚੌਹਾਨ ਸਾਹਿਬ ਵੀ ਇਹੀ ਫਰਮਾ ਰਹੇ ਨੇ। ਉਹ ਕਰ ਸਕਦਾ ਲੇਕਿਨ ਇਹ ਸੁਨਨਤੁल्लाह ਹੈ ਨਹੀਂ ਕਿ ਉਸ ਤਰ੍ਹਾਂ ਦੀ ਸ਼ਖਸੀਅਤ ਨੂੰ ਉਹ ਮਾਮੂਰ ਕਰੇ ਜਿਹਦੇ ਤੋਂ ਲੋਕ ਜਿਹੜਾ ਉਹ ਫਿਰ ਹੈਜ਼ੀਟੇਟ ਕਰਨ, ਕਰਾਹਤ ਕਰਨ। ਮਤਲਬ ਇੰਨੀ ਆਸਾਨ ਗੱਲ ਤੁਹਾਨੂੰ ਕਿਉਂ ਨਹੀਂ ਸਮਝ 'ਚ ਆ ਰਹੀ? ਅਮਰ ਭਾਈ ਅਸੀਂ ਯਾਰ ਆਪਣਾ ਆਬਦ ਸਾਹਿਬ, ਹਾਂਜੀ ਆਬਦ ਸਾਹਿਬ, ਅਸੀਂ ਯਾਰ ਸਾਰੇ ਐਡੇ ਫੁੱਦੂ ਆ, ਇਹ ਆਸਾਨ ਜੀ ਗੱਲ ਇਹਨਾਂ ਨੂੰ ਸਮਝ ਆ ਜਾਏ, ਸਾਨੂੰ ਕਿਉਂ ਨਹੀਂ ਸਮਝ ਵੀ ਆਉਂਦੀ ਹੈ? ਮਸਲਾ ਕੀ ਹੈ? ਅਮਰ ਭਾਈ ਮੈਨੂੰ ਵੀ ਇਜਾਜ਼ਤ ਹੈ 1 ਮਿੰਟ ਬੋਲਣ ਦੀ ਜੀ। 1 ਮਿੰਟ ਬਸ, ਜ਼ਿਆਦਾ ਲੰਬੀ ਨਾ ਕਰੋ ਗੱਲ। ਦੇਖੋ ਜੀ, ਗੱਲ ਇਸ ਤਰ੍ਹਾਂ ਹੈ, ਮਿਰਜ਼ਾ ਸਾਹਿਬ ਨੇ ਜਿਹੜਾ ਪਹਿਲਾਂ ਲਿਖਿਆ ਨਾ, ਉਹਦੀ ਰੀਜ਼ਨ ਇਹ ਆ ਕਿ ਮਿਰਜ਼ਾ ਸਾਹਿਬ ਦਾ ਖਾਨਦਾਨ, ਪਹਿਲੀ ਗੱਲ ਹੈ ਕਿ ਇਹ ਖਾਕ ਰੂਬਾਂ ਦਾ ਮਹੱਲਾ ਸੀ ਜਿਹਨੂੰ ਆਮਦੀਆ ਮਹੱਲਾ ਨਾਂ ਰੱਖਿਆ। ਇਹਨੇ ਤੇ ਹਰਾਮਜ਼ਾਦਗੀ ਕਰਨੀ ਹੈ, ਬਕਵਾਸ ਕਰਨੀ ਹੈ, ਤੁਸੀਂ ਸੁਣੋ ਅੱਛਾ, ਬਕਵਾਸ। ਤੁਸੀਂ ਕਹਿਣਾ ਚਾਹ ਰਹੇ ਹੋ ਕਿ ਮਿਰਜ਼ਾ ਸਾਹਿਬ ਦਾ ਜਿਹੜਾ ਖਾਨਦਾਨ ਸੀ ਉਹ ਇਸ ਮਿਰਜ਼ਾ ਸਾਹਿਬ ਨੂੰ ਭਾਈ ਚੌਧਰੀ ਸਾਹਿਬ, ਕੁਝ ਨਹੀਂ ਕਹਿਣਾ। ਮੇਰੀ ਬੋਲਣ ਦੀ ਵਾਰੀ ਏ, ਬੋਲ ਤੇ ਲੈਣ ਦਿਓ ਨਾ। ਉਹ ਠੀਕ ਹੈ, ਲੇਕਿਨ ਉਹਨਾਂ ਦੇ ਮਿਰਜ਼ਾ ਸਾਹਿਬ ਨੂੰ ਰੂਬਾਂ ਦਾ ਮਹੱਲਾ। ਦੂਸਰੀ ਗੱਲ, ਮਿਰਜ਼ਾ ਜੀ ਦਾ ਖਾਨਦਾਨ, ਇਹਨਾਂ ਦੇ ਆਪਣੇ ਘਰ ਦੀ ਗਵਾਹੀ ਹੈ ਕਿ ਮਿਰਜ਼ਾ ਜੀ ਦਾ ਚਾਚੇ ਦਾ ਪੁੱਤਰ ਇਮਾਮਦੀਨ ਤੇ ਦੋਵੇਂ ਡਾਕਾ ਮਾਰਨ ਗਏ, ਉੱਥੇ ਫੜੇ ਗਏ। ਇਮਾਮਦੀਨ ਫੜਿਆ ਗਿਆ, ਡਾਕੂ ਵੀ ਸਾਬਤ ਹੋ ਗਏ। ਮਿਰਜ਼ਾ ਜੀ ਚੋਰੀ ਦੇ ਵਿੱਚ ਆਪ ਲਿਖਿਆ ਵੀ ਮੈਂ ਖਿਆਨਤ ਕੀਤੀ ਹੈ
ਠੀਕ ਹੈ। ਮਿਰਜ਼ਾ ਜੀ ਦੇ ਹਵਾਲਿਆਂ ਦੇ ਵਿੱਚ ਸ਼ਰਾਬ, ਭੰਗ, ਧਤੂਰਾ ਸਭ ਕੁਝ ਸ਼ਾਮਲ ਹੈ। ਮਿਰਜ਼ਾ ਜੀ ਨੂੰ ਪਤਾ ਸੀ ਕਿ ਇੰਜ ਦਾ ਨਬੀ ਸਾਰੇ ਕੰਮ ਵਿੱਚ ਪਾਏ ਜਾਂਦੇ ਨੇ, ਤੇ ਮਿਰਜ਼ਾ ਜੀ ਨੇ ਇਹ ਕਹਿਣਾ ਚਾਹ ਰਹੇ ਗੱਲ ਤੇ ਸੁਣ ਭਾਈ, ਮੇਰੀ ਵਾਰੀ ਹੈ, ਮੈਨੂੰ ਇਜਾਜ਼ਤ ਮਿਲੀ ਇੱਕ ਮਿੰਟ। ਇਹ ਸੀ ਉਹਦਾ ਬੈਕਗਰਾਉਂਡ ਲਿਖਣ ਦਾ ਇਹ ਮਿਆਰ। ਹਾਲਾਂਕਿ ਮਿਆਰ ਮਿਰਜ਼ਾ ਜੀ ਨੇ ਕਿੱਥੋਂ ਲੱਭਾ ਹੈ ਕਿ ਜ਼ਾਨੀ ਸ਼ਰਾਬੀ ਨਬੀ ਬਣ ਸਕਦਾ ਹੈ? ਇਹ ਕਿਹੜੀ ਕੁਰਾਨ ਹਦੀਸ ਦਾ ਹਵਾਲਾ ਹੈ? ਇਹ ਮਿਰਜ਼ਾ ਜੀ ਆਂਦਾ ਹੈ ਕਿ ਬਣ ਸਕਦਾ ਹੈ, ਕਿੱਥੋਂ ਨਾ ਕੱਢਿਆ? ਉਹਨਾਂ ਨੂੰ ਇਹ ਸੀ ਕਿ ਮੇਰੇ ਖਾਨਦਾਨ ਦੇ ਵਿੱਚ ਸਭ ਕੁਝ ਹੈ, ਇਹ ਉਂਗਲੀਆਂ ਉੱਠਦੀਆਂ ਨੇ ਪਈਆਂ। ਠੀਕ ਹੈ, ਨੰਬਰ 1। ਨੰਬਰ 2, ਮਿਰਜ਼ਾ ਜੀ ਲਿਖਦੇ ਨੇ ਕਿ ਇਹੋ ਜਿਹਾ ਅਗਰ ਬਣ ਜੇ ਤੇ ਉਹਨੂੰ ਲੋਕਾਂ ਨੂੰ ਮੰਨਣ ਲੱਗਿਆ ਕਰਾਹਤ ਆਏਗੀ। ਮੈਂ ਰੀਸੈਂਟਲੀ 2 ਵੀਕ ਪਹਿਲਾਂ ਇੱਕ ਸਰਦਾਰ ਨਾਲ ਗੱਲ ਕੀਤੀ। ਮੈਂ ਕਿਹਾ ਵੀ ਕਾਦੀਆਨ 'ਚ 25,000 26,000 ਆਬਾਦੀ ਹੈ ਕਾਦੀਆਨ ਦੇ ਪਿੰਡ ਦੀ। ਅੱਜ ਵੀ ਉੱਥੇ 24,000 ਜਿਹੜੇ ਨੇ ਉਹ ਹਿੰਦੂ ਸਿੱਖ ਨੇ, ਤੇ ਮਿਰਜ਼ੇ ਨੂੰ ਕਿਉਂ ਨਹੀਂ ਮੰਨਿਆ ਲੋਕਾਂ ਨੇ? ਉਹਨੇ ਕਿਹਾ, ਸਰਦਾਰ ਨੇ ਕਿਹਾ ਮੰਨਦਾ ਦੋ ਵਜ੍ਹਾ ਤੋਂ, ਜਾਂ ਹਸਬ ਨਸਬ ਹੋਏ ਜਾਂ ਕਿਰਦਾਰ ਹੋਏ। ਉਹਨੇ ਕਿਹਾ ਇਹ ਤੇ ਚੂੜਿਆਂ ਦਾ ਬਾਬਾ ਸੀ, ਖਾਕ ਰੂਪਾਂ ਦਾ, ਤੇ ਸਾਡੇ ਤੇ ਵੱਡ ਵਡੇਰੇ ਇਹਨਾਂ ਨੂੰ ਖਾਕ ਰੂਪਾਂ ਦਾ ਬਾਬਾ ਸਮਝਦੇ ਹਨ। ਉਹਨੇ ਕਿਹਾ ਸਾਡੇ ਤਾਂ ਇੱਕ ਬੰਦੇ ਨੇ ਮੂੰਹ ਲਾਇਆ, ਨਾ ਇਹਨਾਂ ਦਾ ਕਿਰਦਾਰ ਸੀ ਉੱਥੇ ਤੇ ਨਾ ਇਹਨਾਂ ਦਾ ਕੋਈ ਹਸਬ ਨਸਬ ਸੀ। ਔਰ ਉਹਦਾ ਜ਼ਿੰਦਾ ਮਿਸਾਲ ਹੈ ਕਿ 140 ਸਾਲਾਂ 'ਚ ਵੀ ਜਿਹੜੇ ਲੋਕ ਇਹਨਾਂ ਨੂੰ ਜਾਣਦੇ ਸਨ ਉਹਨਾਂ ਨੇ ਅੱਜ ਤੱਕ ਮੂੰਹ ਨਹੀਂ ਲਾਇਆ। ਜਿਹੜੇ ਆਮਦੀਆ ਮਹੱਲੇ 'ਚ ਅੱਜ ਵੀ ਕਾਦੀਆਨੀ ਮਲੰਗ ਮਲੰਗਣੀਆਂ ਬੈਠੇ ਨੇ, ਉਹ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ ਚੀਮੇ ਚੱਠਿਆਂ ਦੇ ਮੁੰਡੇ ਨੇ। ਸਾਡੇ ਬਾਜਵਾ ਦਾ ਮੁੰਡਾ ਉੱਥੇ ਹੈਗਾ, ਲਕਮਾਨ ਬਾਜਵਾ ਮੇਰੀ ਫੁੱਫੀ ਦਾ ਮੁੰਡਾ ਆ, ਜਾਂ ਉਹਨੂੰ ਫੋਨ ਕਰ ਲਓ। ਅੱਛਾ, ਹਾਂ, ਲਕਮਾਨ ਬਾਜਵਾ। ਦੇਖੋ, ਲਕਮਾਨ ਬਾਜਵੇ ਦੀਆਂ 2-3 ਹਮਸ਼ੀਰਾ ਮੇਰੇ ਚਾਚੇ ਦੇ ਪੁੱਤਰ ਵਾਲ ਨੇ, ਠੀਕ ਹੈ, ਪਾਕਿਸਤਾਨ 'ਚ। ਲਕਮਾਨ ਬਾਜਵੇ ਨੂੰ ਤੁਸੀਂ ਫੋਨ ਕਰਕੇ ਪੁੱਛੋ ਵੇ ਸਿਰ ਤੇ ਕੁਰਾਨ ਰੱਖ ਕੇ ਕਸਮ ਦੇ ਕਿ ਆਮਦੀਆ ਮਹੱਲੇ 'ਚ ਜਿਹੜੇ ਲੋਕੀ ਬੈਠੇ ਨੇ ਉਹ ਪਾਕਿਸਤਾਨ ਦੇ ਨਹੀਂ। ਮਿਰਜ਼ੇ ਨੇ ਆਪਣੇ ਘਰ ਦਾ ਹਾਲ ਲਿਖਿਆ ਤੇ ਅੱਗੋਂ ਇਹ ਜਿਹੜੇ ਤਰਜਮੇ ਹੋ ਰਹੇ ਨੇ, ਇੱਕ ਬੰਦੇ ਨਹੀਂ ਮੰਨਿਆ। ਉਹ ਸਰਦਾਰ ਆਖਣ ਲੱਗਾ ਇਹ ਚੂੜਿਆਂ ਦਾ ਬਾਬਾ ਸੀ। ਇਹਨਾਂ ਦੀ ਜਿਹੜੀ ਮਰਦਮਸ਼ੁਮਾਰੀ ਪਹਿਲੀ ਹੋਈ ਏ, ਅੰਗਰੇਜ਼ਾਂ ਕੀਤੀ ਏ, ਉਹਦੇ 'ਚ ਉਹਨੇ ਲਿਖਿਆ ਹੈ ਕਿ ਮਿਰਜ਼ਾ ਜੀ ਖਾਕ ਰੂਪੋਂ ਕੀ ਜਮਾਤ ਹੈ ये। ਉੱਥੇ ਅਲਫਾਜ਼ 19-20 ਦਾ ਫਰਕ ਹੈ। ਤੇ ਮਿਰਜ਼ਾ ਜੀ ਨੇ ਉਹਦੇ ਤੇ ਗਾਲਾਂ ਕੱਢੀਆਂ। ਮਿਰਜ਼ਾ ਜੀ ਨੇ ਗਾਲਾਂ ਕੱਢੀਆਂ ਕਿ ਮੈਨੂੰ ਖਾਕ ਰੂਪਾ ਚੂੜਾ ਕਿਹਾ ਏ। ਇਹ ਕਾਦੀਆਨ 'ਚ ਚੂੜਿਆਂ ਦਾ ਬਾਬਾ ਮਸ਼ਹੂਰ ਸੀ। ਇਹ ਤੇ ਸਾਡੇ ਪਿੰਡ ਦੇ ਇਹ ਮਹੱਲਾ ਖਾਕ ਰੂਪਾਂ ਦਾ, ਜਿਹਦਾ ਨਾਂ ਆਮਦੀਆ ਮਹੱਲਾ ਰੱਖਿਆ ਗਿਆ, ਤੇ ਪਿੰਡ ਦੇ ਲੋਕਾਂ ਨੇ ਇਸ ਵਾਸਤੇ ਨਹੀਂ ਮੂੰਹ ਲਾਇਆ ਇਹਨੂੰ ਅੱਜ ਤੱਕ ਕਿ ਚੂੜਿਆਂ ਦਾ ਬਾਬਾ ਸੀ। ਆ ਸਾਡੇ ਇਲਾਕੇ ਦੇ ਨੇ ਚੁੰਮ ਕੇ ਤੇ ਉੱਤੋਂ ਥੱਲਿਓਂ ਬਾਬਾ ਚਿੱਟਾ ਕੱਢਿਆ। ਵੈਸੇ ਮਿਰਜ਼ਾ ਜੀ ਨੇ ਆਪਣੇ ਘਰ ਦਾ ਹਾਲ ਲਿਖਿਆ ਜੀ। ਅਮਰ ਭਾਈ, ਇਹ ਤਾਰੀਖ ਲਿਖਣ ਦਾ ਮਕਸਦ ਕੀ ਸੀ ਮਿਰਜ਼ਾ ਸਾਹਿਬ ਦਾ? ਇਹ ਮੈਨੂੰ ਯਾਰ, ਮੈਂ ਜਿਹੜੇ 2 ਮਿੰਟ ਬੋਲਿਆ ਤੈਨੂੰ ਸਮਝ ਨਹੀਂ ਆਈ? ਇਹ ਹੁਣ ਬਸ ਜੀ ਨਜ਼ੀਰ ਸਾਹਿਬ ਮਤਲਬ ਇਹ ਸੀ, ਪਹਿਲੇ ਪਹਿਰੇ ਦਾ ਮਤਲਬ ਇਹ ਸੀ ਕਿ ਜੋ ਕੁਝ ਲਿਖਿਆ ਮਿਰਜ਼ਾ ਜੀ ਨੂੰ ਪਾਇਆ ਜਾਂਦਾ ਹੈ। अपने आप नो कवर करने वास्ते इशारा। अमर साहब, मेरे पास इसका हवाला नंबर है, मैं वो पढ़ दूं जरा। ये इस तरह जी जी सुने जरा, मेरे पास इसका हवाला है। इसका ये जो अभी बात कर रहे थे ना मरदमशुमारी की, जो वो उसका मेरे पास हवाला है। ये इनकी अल हाकम अखबार है, 28 फरवरी 1903 का। ये कादियान से निकलता था। ये मिर्ज़ा साहब का अखबार है। आजकल ये निकल रहा है, ये 2018 से इसका इंग्लिश प्रिंट अब वीकली निकल रहा है। उसका जो पेज नंबर 12 और 13 है, तो इसके उस टाइम पे जो एडिटर थे वो यकूब अली तराब अहमदी थे। तो उन्होंने मिर्ज़ा साहब का इश्तिहार प्रिंट किया था 28 फरवरी 1903 को। तो उसका जो उन्होंने लिखा था कि मरदमशुमारी पंजाब और फ़िरका अहमदिया के मतलब ख़तरनाक गलती। तो उन्होंने लिखा कि सूबा पंजाब शुमाली मगरबी सूबा की मरदमशुमारी की रिपोर्ट सफ़ा 143 पैराग्राफ 39 ख़तरनाक गलती का अर्तकाब हुआ है। इस गलती पर नोटिस लेकर लेफ्टिनेंट बहादुर
सर चार्ल्स रिवाज की गवर्नमेंट से तवक्का करते हैं कि वो बहुत जल्द इसकी इस्लाह करके फ़िरका अहमदिया की तकरीबन 2 लाख पब्लिक को, ये भी उन्होंने झूठ बोला था उस टाइम, 2 लाख पब्लिक को ममनून फरमा देंगे, जिसके पेशवा और अवाम के मतलब गलती हो गई है। अच्छा, अब गलती क्या हुई है जो दुरुस्त करनी है? कहते हैं कि पंजाब की मरदमशुमारी की रिपोर्ट हिस्सा अव्वल बाप फ़िक्रा 39 सफ़ा 143 मेरे मतलब लिखा गया है कि मेरा पहला काम बहसीयत एक मौलवी चूड़ों को तबलीग का था, बल्कि वो मैं नहीं, वो इमामुद्दीन है। चूड़े एक जलील कौम और जराइम पेशा है। तो मिर्ज़ा साहब ने अपने बेटे की शादी जो है इमामुद्दीन की बेटी से ही की थी, तो केस इमामुद्दीन पे डाल दिया है। अब देखें, वो कहता है मेरा काम नहीं है, मैं नहीं था, वो मेरा चाचे का बेटा था, नंबर 1। और वो आगे कहता है कि वो एक जलील लोग हैं। ये मिर्जा जी ने घर की गल लिखी है कि साडे खानदान वालों जिहड़ियां उंगलियां उठदियां ने, कोई मसला नहीं, नबी बन सकदा है लेकिन बनदा नहीं। ये सारियां मिर्जा जी घर दियां लिखियां ने। मिर्जा जी लिखिया है 2 लाख आबादी ਇਹਨਾਂ ਦੀ ਕਿਦੋਂ ਅੱਗੋਂ ਮਿਰਜ਼ਾ ਜੀ ਨੇ ਅੱਗੋਂ ਜਿਹੜੇ ਮਿਰਜ਼ਾ ਜੀ ਤਾਂ ਲਿਖਿਆ ਹੈ, ਤਾਂ ਨਹੀਂ ਇਹੋ ਜਿਹੇ ਨੂੰ ਲੋਕੀ ਮੰਨਦੇ ਕਿ ਲੋਕੀ ਕਰਾਹਤ ਕਰਦੇ ਨੇ। ਉਹਦਾ ਅਮਲੀ ਨਮੂਨਾ ਹੈ, ਜਿਹੜੇ ਲੋਕੀ ਇਹਨਾਂ ਨੂੰ ਜਾਣਦੇ ਹਨ ਮਿਰਜ਼ਿਆਂ ਨੂੰ, ਉਹਨਾਂ ਇੱਕ ਵੀ ਮੂੰਹ ਨਹੀਂ ਲਾਇਆ। ਇਹ ਚੂੜਿਆਂ ਦਾ ਬਾਬਾ ਸੀ। ਇਹ ਸਾਡੇ ਇਲਾਕੇ ਦੇ ਚਿੱਟਾ ਕੱਢਿਆ ਮਲੰਗਾਂ ਨੇ ਚੁੰਮ ਚੁੰਮ ਕੇ। ਹਾਂ ਜੀ ਆਬਦ ਭਾਈ ਦੱਸੋ ਹੁਣ ਕਿੰਨੇ ਕੁ ਹਵਾਲੇ ਚਾਹੀਦੇ ਜੇ? ਅੱਛਾ, ਦੂਸਰੀ ਚੀਜ਼ ਇਹਦੇ ਇੱਕ ਮਰਦਮਸ਼ੁਮਾਰੀ ਹੈ, ਇਹਨਾਂ ਦੀ ਕਿਤਾਬਾਂ 'ਚ 20 ਜਗ੍ਹਾ ਲਿਖਿਆ ਹੈ मिर्जा जी तांगा लेके निकले जब वो खाक रूबों के महल्ले तक पहुंचे। खाक रूबा का महल्ले का तो इंज ना लेंदे ने, फुफी दे पुत्र दा लेंदे ने। 20 बारी इन्हां दी किताब च लिखिया है खाक रूबा दा महल्ला। एक हवाला दे है ना, खाक रूबा दा महल्ला इन्हां दे लिटरेचर च 20 जगह लिखिया है। मैं दोबारा तहरीर पढ़ी है इन्हां दी, जिथे उन्होंने बुराइयां लिखी ने, उन्हें च इन्हां ने एक गल नजर आ रही है कि कहते वो अपने कामों से तायब होकर मुसलमान हो जाए। तायब का मतलब कि तौबा करके, और फिर ये भी मुमकिन है, उन्होंने लिखा फिर ये भी मुमकिन है खुदा ताला उसको ऐसा फजल उस पर हो कि वो रसूल और नबी बन जाए। इधर की मतलब होया है ये तो चलो ठीक हो गया, तौबा था, माफी मांग ली, मुसलमान हो गया। तौबा तो कोई भी बंदा कर सकता है, लेकिन नबी बनने की गल है, नबी बन सकता है। नबी पहले दिन तो मासूम हुंदा है। ये मुसलमानों दा कीता है, ये मिर्जा जी दा कीता है कि जानी भी नबी बन सकता है। मुसलमानों दा कीता है वे कि मुसलमानों दा ये कीता है कि नबी जम्मन तो लग के अल्लाह दे हिसार च हुंदा है। इसका हवाला नंबर दे दें, कौन सी बुक है पढ़ रहे हैं जो भाईजान? ठीक है जी, देना जी, आबद साहब हवाला दो। रूहानी खजाइन जिल्द 15 सफ़ा 280। हां जी, सफ़ा 280। हाँ जी, मुसलमानों का कीता है कि नबी पहले दिन तो जम्मन तो रब दे हिसार च हुंदा है। ते कादियानियां दा कीता है कि उस जनाज नू करे, टट्टी साफ करे, लंबड़ा को छितर खाए, फिर भी बन सकदा है। गुनाह तो पाक हुंदा है बिल्कुल, लेकिन उत्थे मिर्जा तो पाक बिल्कुल है कि मुमकिन है। उन्हें ये नहीं क्या वाज़ेह तौर पे कि वो नबी बन सकता है, उन्हें क्या मुमकिन है, ऐसा पॉसिबल है, ऐसा हो ही सकना मुमकिन है, पॉसिबल है ना। हाँ पॉसिबल है, इस्लामी तलीम में पॉसिबल है ना, मुमकिन है। जानी शराबी चोर सिर ते जुत्तियां खान नबी बन जांदा है ना, मुमकिन वाली गल कोई नहीं है, मुमकिन है। उन्होंने ऐ सिर्फ क्या है। हां जी, ओदा अमली नमूना वेख लो। अगर एक कादियान जो 2 सिख या 2 हिंदू मैनू वहा देन जेड़ा मिर्जे नू मन्निया होए, मैं दोबारा मलंग बन जाना। वो लोकी ते मुंह नहीं हिलांदे। वो क्यों नहीं सिर मुंह लांदे? वो आंदे गूं दा भरिया, इन्हां दा टट्टी मूत्र दा भरिया, चूड़ियां दा बाबा है, तां ही उन्हां मन्निया नहीं। अगर इहदा किरदार अच्छा, इहदा मतलब तुसीं ये कहना चाह रहे हो कि मिर्जा साहब ने जिहड़ियां उपर गल्लां लिखियां ने, गंदा होए चोर डाकू रानी वगैरह वगैरह, ये नबी बन सकता मुमकिन है। इस वास्ते क्या ने कि मिर्जा साहब अपने आप नू एक एक्सेप्टेबल बनान ताकि लोग ही उन्होंने एक्सेप्ट कर लेवन। बिल्कुल बिल्कुल बिल्कुल। नहीं अगे लिखिया ना कि अगर इंज दा बन जे तो लोग मुंह नहीं लाते। ये भी लिखिया, इन्हां जेड़े जानदे सन उन्होंने नहीं मुंह लाया।
ਜਿਨ੍ਹਾਂ ਵੇਖਿਆ ਇਹਨੂੰ। ਆ ਸਾਡੇ ਇਲਾਕੇ ਤੇ ਇਹਨੂੰ ਜਾਣਦੇ ਨਹੀਂ ਹਨ, ਇਹਨਾਂ ਚੁੰਮ ਚੁੰਮ ਕੇ ਮਿਰਜ਼ਾ ਚਿੱਟਾ ਘੜਿਆ ਥੱਲੇ ਉੱਤੋਂ, ਇਹ ਅਜੇ ਵੀ ਕਰੀ ਜਾਂਦੇ ਨੇ। ਕਾਦੀਆਂ 'ਚ ਜੰਮਿਆ ਨਾ ਮਿਰਜ਼ਾ। ਦੂਸਰਾ ਇਹ ਵੇ ਕਿ ਮਿਰਜ਼ਾ ਸਾਹਿਬ ਨੇ ਆਪਣਾ ਨਸਬ ਜਿਹੜਾ ਕਈ ਜਗ੍ਹਾ ਤੇ ਮੁਖਤਲਿਫ ਪੇਸ਼ ਕੀਤਾ, ਮਤਲਬ ਮੁਗਲ ਬਰਲਾਸ ਫਾਰਸ ਤੇ ਫਿਰ ਸੈਯਦ ਸਦਾਤ ਹੋਣ ਦਾ ਵੀ। ਤੇ ਉਹਦੇ ਜੇ ਬੌਂਗੀਆਂ ਨੇ ਨਾ, ਉਹ ਤੇ ਬੌਂਗੀਆਂ ਨੇ ਜਿਹੜਾ ਮਰਜੀ ਪੇ ਮਾਰੇ। ਉਹ ਤੇ ਮਿਰਜ਼ਾ ਮਸਰੂਰ ਵੀ ਕਹਿ ਸਕਦਾ ਹੈ ਮਾਈਕਲ ਜੈਕਸਨ ਨੂੰ ਡਾਂਸ ਕਰਦਾ। ਮਿਰਜ਼ਾ ਸਾਹਿਬ ਦੀ ਕਾਸਟ ਕੀ ਸੀ ਵੈਸੇ ਸਹੀ ਰੀਅਲ? ਉਹਨਾਂ ਨੇ ਆਪਣੀ 2-3 ਜਗ੍ਹਾ ਤੇ ਬਦਲੀ ਹੈ। ਆਬਦ ਯਾਰ ਜਿਹੜਾ ਕੰਮ ਸੀ ਉਹ ਤੇ ਪਿੱਛੇ ਹੀ ਰਹਿ ਗਿਆ। ਸਵਾਲ ਅਸਲ ਇੰਨਾ ਹੀ ਹੈ ਵੀ ਇਹ ਹੁਣ ਮਿਰਜ਼ਾ ਸਾਹਿਬ ਦੀ ਗੱਲ ਦਾ ਕੀ ਮਾਇਨਾ ਕੱਢਿਆ ਜਾਏ, ਵੀ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ। ਇਹ ਸਵਾਲ ਇਹਦੇ ਤੋਂ ਗਾਲਾਂ ਰਾਤੀਆਂ ਮਿਰਜ਼ਾ ਕਹਿ ਰਹੇ ਨੇ ਮੁਮਕਿਨ ਹੈ, ਵੈਸੇ ਮੁਮਕਿਨ ਦਾ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤੇ ਹੈ, ਲੇਕਿਨ ਉਹਨਾਂ ਨੇ ਖੁੱਲ ਕੇ ਇਕਰਾਰ ਨਹੀਂ ਕੀਤਾ ਕਿ ਅੱਲਾ ਉਹਨੂੰ ਬਣਾਏਗਾ। ਕਹਿੰਦੇ ਨੇ ਕਿ ਅੱਲਾਹ ਤਾਲਾ ਦੀ ਕੁਦਰਤ ਹੈ ਕਿ ਉਹਨੂੰ ਨਬੀ ਬਣਾ। ਮੈਂ ਕਹਿੰਦਾ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਦਾ ਪੜ੍ਹਨ ਦਾ ਕੋਈ ਫਾਇਦਾ ਹੈ? ਬਈ ਬੰਦਾ ਕਿਸੇ ਨਤੀਜੇ ਤੇ ਪਹੁੰਚ ਜਾਂਦਾ ਹੈ ਜਾਂ ਨਹੀਂ ਪਹੁੰਚ ਜਾਂਦਾ, ਬਣ ਸਕਦਾ ਨਬੀ ਇਹੋ ਜਿਹਾ ਜਾਂ ਨਹੀਂ ਬਣ ਸਕਦਾ। ਇੱਕ ਦਫਾ ਇੱਕ ਤਹਰੀਰ ਪੜ੍ਹੋ ਤਾਂ ਨਤੀਜੇ 'ਚ ਪਹੁੰਚ ਜਾਣਾ, ਵਾਕਈ ਇਸ ਗੱਲ ਦਾ ਇਹ ਮਤਲਬ ਹੈ। ਦੂਸਰੀ ਤਹਰੀਰ ਪੜ੍ਹੋ ਤਾਂ ਉਸ ਨਤੀਜੇ 'ਚ ਉਤਰ ਜਾਂਦਾ। ਫਿਰ ਦੋ ਚੀਜ਼ਾਂ ਹੁੰਦੀਆਂ ਨੇ ਨਾ। ਹੁਣ ਇਸ ਦੇ ਵਿੱਚ ਵੀ ਜਿਹੜਾ ਹੈ ਵੇ, ਹੁਣ ਜਿਹੜਾ ਪੜ੍ਹ ਰਹੇ ਹੋ ਤੁਸੀਂ, ਜਿਹੜੀ ਮੇਨ ਮੁੱਦਾ ਹੈ, ਇਹਦੇ ਵਿੱਚ ਵੀ ਦੋ ਗੱਲਾਂ ਨਜ਼ਰ ਆ ਰਹੀਆਂ ਨੇ। ਪਹਿਲੀ ਇਹ ਜਤਾਇਆ ਜਾ ਰਿਹਾ ਕਿ ਚੂੜਾ ਭੰਗੀ ਮਤਲਬ ਮੁਸ਼ਰਕ ਹੋਏ, ਉਹ ਗੰਦਗੀ ਉਠਾਉਣਾ, ਉਹਦੀਆਂ ਨਾਨੀਆਂ ਦਾਦੀਆਂ ਤੱਕ ਉਹਨਾਂ ਨੇ ਕਿਹਾ ਉਹਨਾਂ ਦਾ ਕਿਰਦਾਰ ਚਾਲ ਚੱਲਣ ਵੀ ਠੀਕ ਨਾ ਹੋਵਣ, ਉਹਦਾ ਖਾਨਦਾਨ ਵੀ ਠੀਕ ਨਾ ਹੋਏ, ਤਾਂ ਉਹ ਵੀ ਨਬੀ ਬਣ ਸਕਦਾ ਅੱਲਾ ਦੇ ਫਜ਼ਲ ਨਾਲ। दूसरी दफ़ा उन्होंने मिर्ज़ा साहब ने फिर इनकार कर दिता, नहीं ये तो अल्लाह की सुन्नत ही नहीं है, अल्लाह का तरीका ही नहीं है। ਉਹਦੇ ਤੇ ਲੋਕੀ ਈਮਾਨ ਕਿਸ ਤਰ੍ਹਾਂ ਲਾਵਾਂਗੇ ਕਿ ਪਹਿਲੇ ਤੂੰ ਸਾਰਾ ਗੰਦਗੀ ਚੁੱਕਣਾ ਸੀ, ਹੁਣ ਤੂੰ ਨਬੂਵਤ ਦਾ ਦਾਵਾ ਕਰ ਦਿੱਤਾ, ਉਹਦੇ ਤੇ ਕੌਣ ਈਮਾਨ ਲਾਏਗਾ? ਉਹਦੇ ਦੇਖ ਕੇ ਕਰਾਤ ਆਏਗੀ, ਉਹਦੇ ਪਿੱਛੇ ਨਮਾਜ਼ ਕੌਣ ਪੜੇਗਾ? ਹੁਣ ਨਤੀਜਾ ਕੀ ਹੈ? ਕੋਈ ਨਿਕਲਦਾ ਨਤੀਜਾ ਕਿ ਨਹੀਂ ਨਿਕਲਦਾ? ਨਤੀਜਾ ਇਹ ਨਿਕਲਦਾ ਹੈ ਕਿ ਮਿਰਜ਼ਾ ਸਾਹਿਬ ਨੇ ਇੱਕ ਬੁਰੇ ਕਿਰਦਾਰ ਵਾਲੇ ਬੰਦੇ ਨੂੰ ਨਬੀ ਬਣਾਉਣ ਕਿਹਾ ਕਿ ਅੱਲਾ ਬਣਾ ਸਕਦਾ, ਤੇ ਦੂਸਰੀ ਜਗ੍ਹਾ ਨਾਲ ਹੀ 2 ਕਦਮ ਚੱਲ ਕੇ ਮਿਰਜ਼ਾ ਸਾਹਿਬ ਨੇ ਕਿਹਾ ਨਹੀਂ ਅੱਲਾ ਦੀ ਸੁन्नत ਨਹੀਂ ਹੈ। ਦੋ ਤਜ਼ਾਦ ਗੱਲਾਂ ਪਾਈਆਂ ਜਾਣੀਆਂ ਨੇ, ਦੋਵੇਂ ਇੱਕ ਦੂਸਰੇ ਦੀ ਜ਼ਿੱਦ ਨੇ, ਤਨਾਕੁਜ਼ ਪਾਇਆ ਜਾਣਾ ਇਸ ਤਹਰੀਰ ਵਿੱਚ, ਇਸ ਸਫੇ ਜੀ। ਇਹ ਜਿਹੜੀ ਅਸੀਂ ਸਾਡੀ ਨਜ਼ਰ 'ਚ ਤਨਾਕੁਜ਼ ਹੈ, ਤੇ ਉਹ ਆਂਦੇ ਨੇ ਕਿ ਐਡੀ ਆਸਾਨ ਗੱਲ ਹੈ, ਤੁਹਾਨੂੰ ਸਮਝ ਨਹੀਂ ਆਉਂਦੀ, ਤੁਸੀਂ ਸਾਰੇ ਫੁੱਦੂ ਹੋ। ਮਿਰਜ਼ਾ ਸਾਹਿਬ ਨੇ ਤਾਂ ਬੜੀ ਸੋਹਣੀ ਗੱਲ ਲਿਖੀ, ਸਾਫ਼ ਕਰ ਲਿਖੀ। नहीं, मुख्तसर ये है कि मिर्ज़ा साहब ने क्या, एक बुरा शख्स जो मर्जी हो, गुनहगार हो, मुजरम हो, सज़ा याफ्ता हो, वो नबी बन सकता जी। दूसरी जगह कहते हैं नाल ही कि नहीं बन सकता क्योंकि अल्लाह की कुदरत नहीं है, उसका तरीका नहीं है, उसका पुराना तरीका है नहीं है, वो नबी नहीं बन सकता। लोग ईमान नहीं लाएंगे, उन्होंने कराहत आएगी। यह मुख्तसर जायदा जड़ा मफहूम है इस पूरे सफ़े का। बिल्कुल ठीक है, मैं भी एग्री हाँ। ये ਇਹਦੇ ਤਸਵੀਰ ਦੇ ਦੋ ਰੁਖ ਨੇ, ਇੱਕ ਵਿੱਚ ਹਾਂ, ਇੱਕ ਵਿੱਚ ਪਹਿਲੇ ਇਕਰਾਰ ਹੈ ਫਿਰ ਇਨਕਾਰ ਹੈ। ਮਤਲਬ ਹੈ ਕਿ ਤਜ਼ਾਦ ਵਾਲੀ ਗੱਲ ਹੈ। ਤੇ ਜੇ ਅਸੀਂ ਆਖੀਏ ਵੀ ਇਹ ਤਜ਼ਾਦ ਹੈ ਕਿ ਗਾਲਾਂ ਕੱਢਦੇ ਨਹੀਂ ਆਉਂਦੇ ਨੇ, ਤੁਹਾਨੂੰ ਸਮਝ ਨਹੀਂ ਆ ਰਹੀ ਹੈ ਮਤਲਬ ਬਜ਼ਾਹਿਰ ਤੇ ਹੀ ਨਜ਼ਰ ਆ ਰਿਹਾ, ਤਹਰੀਰ ਪੜ੍ਹ ਕੇ ਤਾਂ ਇਹ ਨਤੀਜਾ ਨਿਕਲ ਰਿਹਾ ਤਜ਼ਾਦ ਹੈ। ਤੇ ਲਿਹਾਜ਼ਾ ਇਸ ਮੁਕੱਦਮੇ ਦੀ ਸਮਾਤ ਖਤਮ ਹੋਈ ਤੇ ਇਹ ਨਤੀਜਾ ਨਿਕਲਿਆ ਕਿ ਇਸ ਤਹਰੀਰ ਵਿੱਚ ਤਜ਼ਾਦ ਹੈ, ਤਨਾਕਜ਼ ਹੈ, ਦੋਵੇਂ ਗੱਲਾਂ ਇੱਕ ਦੂਸਰੇ ਦੀ ਜ਼ਿੱਦ ਨੇ, ਤੇ ਇਸ ਮੁਕੱਦਮੇ ਨੂੰ ਹੁਣ ਐਡਜਰਨ ਕੀਤਾ ਜਾਣਾ। ਮੈਂ ਕਹਿੰਦਾ ਵੀ ਜਿਹੜਾ ਸਾਨੂੰ ਲੇਲਾ ਦਿਸਦਾ, ਇਹਨਾਂ ਨੂੰ ਕੁੱਤਾ ਕਿਉਂ ਦਿਸਦਾ ਹੈ? ਮਸਲਾ ਕੀ ਹੈ? ਨਤੀਜਾ ਨਿਕਲਿਆ ਜਾਣਾ ਜੀ, ਨਤੀਜਾ ਨਿਕਲਿਆ ਕਿ ਮਤਲਬ ਤਜ਼ਾਦ ਪਾਇਆ ਜਾਣਾ। ਮੈਂ ਕਹਿੰਦਾ ਵੀ ਸਾਡੀਆਂ ਮੱਥੇ ਤੇ ਅੱਖਾਂ ਨੇ ਲੱਗੀਆਂ ਤੇ ਇਹਨਾਂ ਦੇ ਟਿੱਚ ਬਟਨ ਨੇ, ਇਹਨਾਂ ਨੂੰ ਕਿਉਂ ਨਹੀਂ ਦਿਸਦਾ? ਜਿਹੜਾ ਸੀ ਇਹਨਾਂ ਤਜ਼ਾਦ ਹੈ, ਉਹ ਆਂਦੇ ਨੇ ਬੜੀ ਸਰਾਹਤ ਹੈ। ਸਾਨੂੰ ਲੇਲਾ ਦਿਸਦਾ ਹੈ, ਉਹਨਾਂ ਨੂੰ ਕੁੱਤਾ ਦਿਸਦਾ ਹੈ। ਉਹ ਮਿਰਜ਼ਾ ਸਾਹਿਬ ਦੇ ਉੱਤੇ ਈਮਾਨ ਰੱਖਦੇ ਨੇ ਨਾ, ਉਹ ਤਾਂ ਮਿਰਜ਼ਾ ਸਾਹਿਬ ਨੂੰ ਹਰ ਪਹਿਲੂ, ਹਰ ਕੋਈ ਵੀ ਤਹਰੀਰ ਰੱਖੋਗੇ ਉਹਨੂੰ ਪੋਜ਼ੀਟਿਵ ਤਰੀਕੇ ਨਾਲ ਦੇਖਣਗੇ। ਅੱਛਾ, ਮਾਨ ਰੱਖਣ ਦਾ ਨਤੀਜਾ ਹੈ ਕਿ ਜਿਹੜਾ ਲੇਲਾ ਆਵੇ ਉਹ ਕੁੱਤਾ ਬਣ ਜਾਂਦਾ ਹੈ। ਦੂਜਿਆਂ ਨੂੰ ਲੇਲਾ ਦਿਸਦਾ, ਇਹਨਾਂ ਨੂੰ ਕੁੱਤਾ ਦਿਸਦਾ ਹੈ। ਨਹੀਂ ਆਬਦ ਭਾਈ, ਤੁਹਾਡੇ ਤੋਂ ਫੇਰ ਬੰਦਾ ਕੋਈ ਹੋ ਸਕਦਾ? ਤੁਹਾਡੇ ਨਾਲ ਸਾਡੀਆਂ ਵੀ ਲੜਾਈਆਂ ਨੇ ਤੇ ਉਧਰੋਂ ਵੀ ਲੜਾਈਆਂ ਨੇ, ਤੁਹਾਡੇ ਤੋਂ ਫੇਰ ਬੰਦਾ ਕੋਈ ਹੈ? ਤੁਸੀਂ ਇਸ ਗੱਲ 'ਚ ਤਨਾਕਸ ਬਿਆਨ ਕਰ ਦਿੱਤਾ, ਇਹਦਾ ਮਤਲਬ ਤਨਾਕਸ ਹੈ ਵੇ ਕਿ ਨਹੀਂ ਹੈ? ਮੈਂ 2 ਦਫਾ ਦੱਸਿਆ ਕਿ ਹੈ ਤਨਾਕਸ ਹੈ, ਤਜ਼ਾਦ ਹੈ,
ਮੈਂ ਤਨਾਕਜ਼ ਕਿਹਾ, ਤਨਾਕਜ਼ ਦਾ ਮਾਨੀ ਵੀ ਦੱਸਿਆ, ਇੱਕ ਦੂਸਰੇ ਦੀ ਜ਼ਿੱਦ ਤਜ਼ਾਦ। ਬਿਲਕੁਲ, ਫਿਰ ਇਹਦਾ ਮਤਲਬ ਹੈ ਵੇ ਉਹ ਕਿਉਂ ਗਾਲਾਂ ਕੱਢਦੇ ਨੇ ਰਾਤ ਦੀਆਂ? ਵੇ ਇੰਨੀ ਗੱਲ ਪੁੱਛੀ ਮੈਂ ਹੁਣ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ? ਚੋਰ ਡਾਕੂ ਜ਼ਾਨੀ ਸ਼ਰਾਬੀ ਬਣ ਸਕਦਾ? ਅਹਿਮਦੀ ਹਜ਼ਰਤ ਅਗਰ ਕੋਈ ਥੱਲੇ ਘੁੰਮ ਫਿਰ ਰਿਹਾ ਤੇ ਉੱਤੇ ਆ ਜਾਓ, ਉਹਨਾਂ ਕੋਲ ਪੁੱਛ ਲੈਣੇ ਆ ਕਿ ਅਲੀ ਮੋਡਰੇਟਰ ਬਣਾ ਅਬਸ ਸਾਹਿਬ ਨੂੰ ਥੱਲੇ ਕੋਈ ਬੁਲਾ ਕੇ ਪੁੱਛ ਲੈਣ ਯਾਰ, ਸਾਨੂੰ ਸਮਝ ਨਹੀਂ ਆਉਂਦੀ। ਮਤਲਬ ਹੈ ਕੋਈ ਅਗਰ ਥੱਲੇ ਅਹਿਮਦੀ ਫਿਰ ਘੁੰਮ ਰਹੇ ਨੇ, ਸੁਣ ਰਹੇ ਨੇ, ਮੂਦ ਸਾਹਿਬ ਹੈ ਨੇ, ਮੈਂ ਉਹਨਾਂ ਨੂੰ ਆਖਿਆ ਉੱਤੇ ਆ ਕੇ ਦੱਸ ਦਿਓ, ਸਾਬਤ ਕਰ ਦਿਓ ਕਿ ਤਨਾਕਜ਼ ਨਹੀਂ ਹੈ। ਪਹਿਲੀ ਗੱਲ ਦਾ ਮਫਹੂਮ ਵੀ ਉਹੀ ਹੈ ਤੇ ਦੂਸਰੀ ਦਾ ਵੀ ਉਹੀ ਹੈ। ਤੁਸੀਂ ਸਮਝਾ ਦਿਓ ਤੇ ਮੈਂ ਅਗਰ ਸਮਝ ਆ ਗਈ ਤੇ ਮੈਂ ਗਵਾਹੀ ਦੇ ਦਿਆਂਗਾ ਵਾਕਈ ਜਿਹੜਾ ਨਾ ਹੁਣ ਮੈਨੂੰ ਸਮਝ ਆ ਗਈ, ਕਿਉਂਕਿ ਮੈਂ ਤਾਂ ਖੁਦ ਆਪਣੀਆਂ ਅੱਖਾਂ ਨਾਲ ਪੜ੍ਹਿਆ, ਇੱਕ ਦਫਾ ਵੀ ਨਹੀਂ, ਦੂਸਰੀ ਦਫਾ ਫਿਰ ਮੋਟਾ ਪੜ੍ਹਿਆ ਮੈਂ ਕਿ ਕਿਧਰੇ ਗਲਤੀ ਨਾ ਲੱਗ ਗਈ ਹੋਏ। ਮੇਰਾ ਸਵਾਲ ਯਾਦ ਰੱਖਿਆ, ਮੇਰਾ ਸਵਾਲ ਨਾ ਭੁੱਲਿਆ। ਬਸ ਮੇਰਾ ਸਵਾਲ ਇੰਨਾ ਹੀ ਹੈ ਵੀ ਇਸ ਕਿਰਦਾਰ ਦਾ ਬੰਦਾ ਨਬੀ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ? ਬਸ ਸਿੰਪਲ ਹੈ, ਨਹੀਂ ਬਣ ਸਕਦਾ। ਅੱਲਾਹ ਨੂੰ ਬਣਾਏ, ਇਹ ਤੇ ਮੁਮਕਿਨ ਹੈ ਕਿ ਅੱਲਾਹ ਉਹਨੂੰ ਮਾਫ ਕਰ ਦੇਗਾ, ਉਹਦੇ ਗੁਨਾਹ ਮਾਫ ਕਰ ਦੇਗਾ, ਚਾਹੇ ਉਹਨੇ ਸ਼ਿਰਕ ਵੀ ਕੀਤਾ ਹੈ। ਉਹ 100 ਕਾਤਲ ਜਿਹਨੇ ਕਤਲ ਕੀਤੇ ਉਹਨੂੰ ਮਾਫ ਕਰ ਦੇਗਾ, ਇਹਨੂੰ ਵੀ ਮਾਫ ਕਰਕੇ ਜੰਨਤ ਪਾ ਦੇਗਾ। ਨਬੀ ਨਹੀਂ ਬਣਾਏਗਾ ਇਹਨੂੰ, ਇਸ ਤਰ੍ਹਾਂ ਦੇ ਕਿਰਦਾਰ ਵਾਲੇ ਬੰਦੇ ਨੂੰ। ਤੇ ਫਿਰ ਮਕਾਨ ਕਿੱਥੋਂ ਨਿਕਲ ਆਇਆ? ਇਹ ਮਿਰਜ਼ਾ ਸਾਹਿਬ ਨੇ ਕੀ ਪਤਾ ਹੈ ਕਿੱਥੋਂ ਮਕਾਨ ਕੱਢਿਆ। ਇਹ ਤੇ ਕੋਈ ਅਹਿਮਦੀ ਬੰਦਾ ਹੀ ਆ ਕੇ ਸਮਝਾ ਸਕਦਾ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਬੰਦਾ ਕਿਰਦਾਰ ਦਾ ਮਾਲਕ ਹੋਏ, ਉਹਦਾ ਸਭ ਨਸਬ ਵੀ, ਉਹਦੇ ਚਾਲ ਚੱਲਣ ਵੀ ਠੀਕ ਨਾ ਹੋਣ। ਉਹਨਾਂ ਨੇ ਮਿਰਜ਼ਾ ਸਾਹਿਬ ਨੇ ਵਾਜ਼ਿਆ ਲਿਖਿਆ ਕਿ ਉਹਦੀਆਂ ਨਾਨੀਆਂ ਦਾਦੀਆਂ ਵੀ ਬਦ ਚੱਲਣ ਹੋਣ, ਕਿ ਪਤਾ ਨਹੀਂ ਕੀ ਹੋਣ। ਮਕਸਦ ਕੀ ਹੈ? ਇਹਦੇ ਚ ਹੀ ਨਿਕਲਦਾ ਹੈ ਭਾਈ ਮੋਨੀਟਰ ਨੂੰ ਬਣਾਏ ਹੈ ਤੇ ਆਪਣੀ ਮਰਜ਼ੀ ਨਾਲ ਆਪਸ ਆਪ ਚੁੱਕ ਸਕਦੇ ਨੇ ਕਿਸੇ ਵੀ ਬੰਦੇ ਨੂੰ। ਇਹ ਜਿਹੜੇ ਆਏ ਅਸਦ ਹੈ ਨੇ, ਕੋਈ ਇਹ ਕਿਹੜੇ ਅਹਿਮਦੀ ਦੇ ਨਹੀਂ, ਕੋਈ ਅਹਿਮਦੀ ਲਿਆ ਹੋਏ ਮੁਸਲਮਾਨ ਨੇ, ਅਹਿਮਦੀ ਲਿਆ ਹੋਏ। ਅੱਛਾ, ਅਹਿਮਦੀ ਹੋਰ ਕੋਈ ਥੱਲੇ ਨਜ਼ਰ ਆਏ ਤੇ ਪਤਾ ਚਲੇ ਨਾ ਅਹਿਮਦੀ ਭਾਈ ਉੱਤੇ ਆਏ, ਐਕਸਪਲੇਨੇਸ਼ਨ ਕਰੇ, ਸਾਨੂੰ ਦਵੇ। ਅਗਰ ਉਹ ਸਾਨੂੰ ਮੈਨੂੰ ਸੈਟੀਸਫਾਈ ਕਰ ਦੇਵਨ ਅਹਿਮਦੀ ਹਜ਼ਰਤ, ਕੋਈ ਵੀ ਆਏ ਬੰਦਾ, ਤੇ ਵੱਲਾ ਮੈਂ ਸੱਚੀ ਗਵਾਹੀ ਦੇਵਾਂਗਾ, ਮੈਂ ਕਹਾਂਗਾ ਇਸ ਬੰਦੇ ਨੇ ਬਿਲਕੁਲ ਦਰੁਸਤ ਫਰਮਾਇਆ। ਮੈਨੂੰ ਤਾਂ ਇਹੀ ਲੱਗ ਰਿਹਾ ਕਿ ਤਜ਼ਾਦ ਹੈ, ਮਤਲਬ ਦੋ ਮੁਖਤਲਿਫ ਗੱਲਾਂ ਮਿਰਜ਼ਾ ਸਾਹਿਬ ਨੇ ਤਹਰੀਰ ਕੀਤੀਆਂ ਨੇ। ਪਹਿਲੇ ਇੱਕ ਬੁਰੇ ਸ਼ਖਸ ਦੀ ਉਹਨਾਂ ਨੇ ਇੱਕ ਤਸਵੀਰ ਬਣਾ ਕੇ ਦੱਸਿਆ ਹੈ ਕਿ ਇਸ ਤਰ੍ਹਾਂ ਦਾ ਬੰਦਾ ਨਬੀ ਬਣ ਸਕਦਾ, ਨਾਲ ਹੀ ਉਸੇ ਸਫੇ ਪਰ ਟੁਰਦੇ ਟੁਰਦੇ ਕਹਿੰਦੇ ਨਹੀਂ ਬਣ ਸਕਦਾ ਇਸ ਤਰ੍ਹਾਂ ਦਾ ਬੰਦਾ ਨਬੀ, ਅੱਲਾਹ ਨਹੀਂ ਬਣਾਉਂਦਾ, ਉਹਦੀ ਸੁਨਨਤ ਹੀ ਨਹੀਂ, ਉਹਦਾ ਤਰੀਕਾ ਹੀ ਨਹੀਂ। ਬਸ ਮੈਨੂੰ ਤੁਸੀਂ ਇਹਦਾ ਜਵਾਬ ਲੈ ਕੇ ਦੇਣਾ ਹੈ ਬਈ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ, ਐਨੀ ਮੇਰੀ ਗੱਲ। ਮੈਂ ਇੱਥੇ ਹੀ ਲੈ ਕੇ ਦੇ ਸਕਣਾ, ਉਹਨਾਂ ਦੀ ਬਰੋਡ ਤੇ ਜਾ, ਉਹਨਾਂ ਨੇ ਸਵਾਲ ਤੇ ਸੁਣ ਦੇਣਾ, ਫਿਰ ਉਹਨਾਂ ਨੇ ਅੱਗੋਂ ਐਸਾ ਰਗੜਾ ਦੇਣਾ ਜਵਾਬ ਵਿੱਚ ਕਿ ਬੰਦਾ ਸਮਝ ਹੀ ਨਹੀਂ ਆਏਗਾ। ਤੁਸੀਂ ਮਾਈਕ ਖੋਲੋਗੇ, ਉਹਨਾਂ ਨੇ ਕਹਿਣਾ ਕਿ ਚੁੱਪ ਤੁਹਾਡਾ ਸਵਾਲ ਆ ਗਿਆ, ਦੂਸਰੀ ਵਾਰ ਖੋਲੋਗੇ ਮਿਊਟ ਕਰ ਦੇਣਗੇ, ਤੀਸਰੀ ਬਾਰ ਖੋਲਣੇ ਕਹਾਂ ਹੈਲੋ ਮੋਟੋ। ਅੱਛਾ ਜੀ, ਥੱਲੋਂ ਇੱਕ ਨਾ ਗੁਜ਼ਾਰਿਸ਼ ਆਈ ਹੈ ਕਿ ਅਮਨ ਨਜ਼ੀਰ ਸਾਹਿਬ ਨਾ ਹੋਣਾ ਤੇ ਮਰਦਈ ਉੱਤੇ ਕਾਲ ਤੇ ਆ ਸਕਦੇ ਨੇ, ਮੈਨੂੰ ਥੱਲੇ ਲਾ ਦਿਓ। ਇਹ ਹੀ ਹੋ ਸਕਦਾ, ਹੁਣ ਕੀ ਐਡੀ ਜ਼ਰੂਰਤ ਥੱਲੇ ਲਾ। ਚੋਰ ਡਾਕੂ ਜ਼ਾਨੀ ਸ਼ਰਾਬੀ ਛਿੱਤਰ ਖਾਣ ਵਾਲਾ ਗੰਦ ਚੁੱਕਣ ਵਾਲਾ ਜ਼ਨਾ 'ਚ ਫੜਿਆ, ਸ਼ਰਾਬ 'ਚ ਫੜਿਆ, ਉਹ ਨਬੀ ਬਣ ਸਕਦਾ ਹੈ ਨਹੀਂ ਬਣ ਸਕਦਾ? ਮਰਜ਼ੀਆਂ ਦੇ ਕੀ ਨਤੀਜਾ ਕੀ ਇਹਦਾ? ਲੋ ਜੀ, ਮੈਂ ਚੱਲਾ ਜੇ ਥੱਲੇ, ਆਬਦ ਸਾਹਿਬ ਟੁਰ ਗਏ ਨੇ, ਉਹ ਕਿਉਂ ਥੱਲੇ ਗਏ ਨੇ? ਮੈਂ ਚੱਲਾਂ ਥੱਲੇ, ਨਹੀਂ ਮਵਾਨ ਸਾਹਿਬ ਵੀ ਤੇ ਰਾਜਾ ਜਵੇਦ ਸਾਹਿਬ ਵੀ ਤੇ ਆਮਰ ਭਾਈ, ਮਾਜ਼ਰਤ ਦੇ ਨਾਲ ਤੁਸੀਂ ਵੀ ਅੱਜ ਵੇਖਨੇ ਆ ਕੀ ਜਵਾਬ ਲੱਭਦਾ ਹੈ। ਬੰਦਾ ਤੁਸੀਂ ਦੱਸ ਦਿੱਤਾ ਸਵਾਲ ਆਪਣਾ ਰਾਜ ਨਹੀਂ ਆ ਗਏ ਜੀ, ਹੌਸਲਾ ਕਰ ਗਏ ਜੀ। ਨਹੀਂ ਮੇਰੀ ਕਾਲ ਆਈ ਨਾਲ ਹੀ ਇਧਰੋਂ ਡਿਸਕਨੈਕਟ ਹੋ ਗਿਆ। ਮੈਨੂੰ ਤੇ ਉਹ ਰਿਕੁਐਸਟ ਆਈ ਸੀ ਤੇ ਮੈਂ ਆਪਣੇ ਵੱਲੋਂ ਕੈਂਸਲ ਕਰਨ ਲੱਗਾ ਤੇ ਐਕਸੈਪਟ ਹੋ ਗਈ। ਓਏ ਨਹੀਂ ਇਮਤਿਆਜ਼ ਸਾਹਿਬ ਮਸੀ ਦੇ ਸ਼ੇਰ ਹੋ, ਖਲੋਣਾ ਚਾਹੀਦਾ। ਉਹ ਆਪਸ ਆਵਾਜ਼ਾਂ ਮਾਰਦਾ ਕਿ ਕੋਈ ਆਏ ਕੈਸੇ ਸ਼ੇਰ ਹੋ। ਟਾਈਮ ਨਾ ਹੋਏ ਤੇ ਕੀ ਕਰੇ? ਅਸੀਂ ਮਿਊਟ ਕਰਨੇ ਆ, ਅਸੀਂ ਮਿਊਟ ਕਰਦੇ ਆ। ਆਬਦ ਸਾਹਿਬ ਦਾ ਟਾਈਮ ਕੱਢੋ, ਆਬਦ ਸਾਹਿਬ ਕੋਈ ਗੱਲ ਜਾਣਨਾ ਯਾਰ। ਜੇ ਬੰਦੇ ਕੋਲ ਟਾਈਮ ਨਾ ਹੋਏ ਫਿਰ ਕੀ ਬੰਦਾ ਕਰੇ? ਮੇਰੇ ਕੋਲ 2 ਮਿੰਟ ਨੇ, ਮੈਂ 2 ਮਿੰਟਾਂ ਬਾਅਦ ਫਿਰ ਥੱਲੇ ਉਤਰ ਜਾਵਾਂਗਾ, ਫਿਰ ਤੁਸੀਂ ਆਖੋ ਬੰਦਾ ਅੱਛਾ 1122 ਸਾਹਿਬ ਟਾਈਮ 2 ਮਿੰਟ ਤੇ ਗੱਲ ਨਹੀਂ ਹੋਣੀ, 2 ਮਿੰਟ ਤੇ ਲੱਗਣਗੇ ਤੁਹਾਨੂੰ ਇਹ ਗੱਲ ਸਮਝਾਉਣ ਨੂੰ।
ਠੀਕ ਹੈ ਤੇ ਇਹਦੇ ਵਾਸਤੇ ਥੋੜਾ ਟਾਈਮ ਚਾਹੀਦਾ ਤੇ ਫਿਰ ਬਿਹਤਰ ਹੈ ਕਿ ਤੁਸੀਂ ਠੀਕ ਹੈ ਟਾਈਮ ਕੱਢੋ ਠੀਕ ਹੈ ਤੇ ਨਹੀਂ ਰੁਕੋ ਮੈਂ 2 ਥੋੜੀ ਮਿੰਟ ਦੇ ਵਿੱਚ ਯਾਰ ਗੱਲ ਆਪਣੇ ਉਹਨੇ ਤੋਂ ਸਾਰੀ ਜਵਾਬ ਸੁਣ ਦੇ ਲਈ। ਦੇਣਾ ਸੁਨਨਤ ਰਸੂਲ ਦੇ ਵਿੱਚ ਹਾਂ ਜਵਾਬ ਦੇ ਦੇਣਾ ਵਾ ਠੀਕ ਹੈ ਕਿ ਹਾਂ ਸੁਨਨਤ ਰਸੂਲ ਸਾਨੂੰ ਕੀ ਸਿਖਾਉਂਦੀ ਹੈ ਸੁਨਨਤ ਰਸੂਲ ਸਾਨੂੰ ਸਿਖਾਉਂਦੀ ਹੈ ਕਿ ਇੱਕ ਮੁਸ਼ਰਕ ਬੰਦਾ ਜਿਹੜਾ ਹੁੰਦਾ ਹੈ ਨਾ ਠੀਕ ਹੈ ਉਹ ਵੀ ਨਬੀ ਬਣ ਸਕਦਾ ਹੈ। ਠੀਕ ਹੈ ਉਹ ਮਿਸਾਲ ਇਹ ਵੇ ਕਿ ਹਜ਼ਰਤ ਉਮਰ ਸੁਣ ਲਓ हाँ मैं ਹਜ਼ਰਤ सुन नहीं ਉਮਰ समझ ਜਿਹੜੇ आया ਸਨ ਯਾਰ ਸੁਣ ਤੇ ਲਵੋ ਹੁਣ ਹਜ਼ਰਤ ਉਮਰ ਜਿਹੜੇ ਸਨ ਉਹ ਈਮਾਨ ਲਿਆਉਣ ਤੋਂ ਪਹਿਲਾਂ ਮੁਸ਼ਰਕ ਸਨ ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਈਮਾਨ ਨਬੀ ਬਣ ਗਏ ਲਿਆਂਦਾ ਸਨ। ਈਮਾਨ ਲਿਆਉਣ ਤੋਂ ਬਾਅਦ ਨਬੀ ਕਰੀਮ सल्लल्लाहु अलैहि वसल्लम ने ये गल आखी कि मेरे बाद अगर कोई नबी होता उमर होता ठीक है क्योंकि हजरत उमर क्योंकि नबी बाद ही थी इस वजह तो हजरत उमर नहीं बने वरना ये कि वो नबी तो बढ़ सकते सन नबी ਉਹਨਾਂ ਇੱਥੋਂ ਵਾਸਤੇ ਨਤੀਜਾ ਕੱਢਿਆ ਕਿ ਬਣ ਸਕਦਾ। ਗੱਲ ਤੁਹਾਨੂੰ ਮਿਲਦੀ ਹੈ ਕਿ ਮੁਸ਼ਰਕ ਜਿਹੜਾ ਹੈ ਉਹ ਬਣ ਸਕਦਾ ਤੇ ਮੁਸ਼ਰਕ ਤੋਂ ਇਲਾਵਾ ਜਿਹੜਾ ਕੰਮ ਹੈ ਨਾ ਸੁਣ ਲਓ ਜਿਹੜੇ ਹਜ਼ਰਤ ਉਮਰ ਨੇ ਕੰਮ ਕੀਤੇ ਨੇ ਉਹਨਾਂ ਈਮਾਨ ਲਿਆਉਣ ਤੋਂ ਪਹਿਲਾਂ ਹੁਣ ਈਮਾਨ ਲਿਆਉਣ ਤੋਂ ਪਹਿਲਾਂ ਉਹ ਤੁਹਾਨੂੰ ਖੁਦ ਪਤਾ ਚੱਲਣਾ ਚਾਹੀਦਾ ਕਿ ਕੀ ਕੁਝ ਲਿਖਿਆ ਹੁਣ ਕੁਝ ਕਰਾਂਗੇ ਤੇ ਉਹ ਕਹਿਣਗੇ ਕਿ ਨਹੀਂ ਵੀ ਨਹੀਂ ਉਹ ਹੁਣ ਇੰਜ ਨਹੀਂ ਤੇ ਉਂਝ ਨਹੀਂ ਮੈਂ ਫਿਰ ਉਹ ਗੱਲਾਂ ਨਹੀਂ ਕਰਦੀ ਲੇਕਿਨ ਉਹਦੇ ਵਿੱਚ ਤਕਰੀਬਨ ਸਾਰੀਆਂ ਕੈਟੇਗਰੀਆਂ ਤਕਰੀਬਨ ਆ ਜਾਂਦੀਆਂ ਹਾਂਜੀ ਮੈਂ ਪਹਿਲਾਂ ਉਹਦੀ ਲੋੜ ਹੀ ਨਹੀਂ ਗੱਲ ਸਮਝ ਆ ਗਈ ਬਈ ਇੱਕ ਮੁਸ਼ਰਕ ਵੀ ਜ਼ਾਨੀ ਵੀ ਸ਼ਰਾਬੀ ਵੀ ਚੋਰ ਵੀ ਉਚੱਕਾ ਵੀ ਮੂੰਹ ਖਾਲਾ ਕਰਾਉਣ ਵਾਲਾ ਵੀ ਗੰਦ ਚੁੱਕਣ ਵਾਲਾ ਵੀ ਲੰਬੜਦਾਰ ਕੋ ਛਿੱਤਰ ਖਾਣ ਵਾਲਾ ਵੀ ਤੁਹਾਡੇ ਨਜ਼ਦੀਕ ਨਬੀ ਬਣ ਸਕਦਾ। ਮਿਰਜ਼ਾ ਸਾਹਿਬ ਨੇ ਪਹਿਲੇ ਵਾਲੀ ਗੱਲ ਸਹੀ ਲਿਖੀ ਹੈ ਨਾ। ਇਹ ਮੈਂ ਨਹੀਂ ਕਹਿ ਰਿਹਾ ਇਹ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਅਸੂਲ ਦੇ ਮੁਤਾਬਕ ਉਹ ਨਬੀ ਕਰੀਮ ਦੇ ਮੱਥੇ ਨਾ ਲਾਓ ਨਬੀ ਕਰੀਮ ਦੇ ਮੈਨੂੰ ਸਮਝ ਆਈ ਤੁਹਾਡਾ ਨਜ਼ਰੀਆ ਮੇਰੀ ਗੱਲ ਸੁਣੋ ਸਰ ਮੈਨੂੰ ਤੇ ਮੈਂ ਤੁਹਾਡਾ ਨਜ਼ਰੀਆ ਪੁੱਛ ਰਿਹਾ ਜੇ ਜਿਹੜਾ ਦਲੀਲ ਪੁੱਛੀ ਨਾ ਮੇਰੀ ਗੱਲ ਸੁਣ ਲਓ ਜੇ ਤੁਹਾਡੇ ਕੋਲ ਦਲੀਲ ਕਿਸੇ ਪੁੱਛੀ ਫਿਰ ਨਬੀ ਕਰੀਮ ਦੀ ਮਿਸਾਲ ਦਿਆ ਜੇ ਉਹਨਾਂ ਦੀ ਗੱਲ ਬਿਆਨ ਕਰਿਆ ਜੇ ਦਲੀਲ ਤਾਂ ਪੁੱਛ ਹੀ ਨਹੀਂ ਰਹੇ ਸਿਰਫ ਦਾਵਾ ਪੁੱਛ ਰਹੇ ਹਨ ਕਿ ਤੁਹਾਡੇ ਨਜ਼ਦੀਕ ਬਣ ਸਕਦਾ ਹੈ ਚੋਰ ਉਚੱਕਾ ਸ਼ਰਾਬੀ ਡਾਕੂ ਜ਼ਾਨੀ ਛਿੱਤਰ ਖਾਣ ਵਾਲਾ ਗੰਦ ਚੁੱਕਣ ਵਾਲਾ ਨਾਲੀਆਂ ਸਾਫ਼ ਮੇਰਾ ਸਿਗਨਲ ਲੋ ਹੋ ਗਏ ਨੇ ਤੇ ਮੈਂ ਬਹੁਤ ਮੈਂ 2 ਮਿੰਟ ਲੈ ਸਨ 2 ਮਿੰਟ ਲੈਣ ਉਹਦਾ ਟਰੁਥ ਮੁਸਲਮ ਸਾਹਿਬ ਨੂੰ ਮੇਰੀ ਗੱਲ ਸਮਝ ਲੇਕਿਨ ਮੇਰੇ ਅੱਛਾ 1122 ਸਾਹਿਬ ਆਖਰੀ ਲੋਕ ਨੇ ਤਾਂ ਮੈਂ ਰਹਿਣਾ ਫੇਰ ਮਿਰਜ਼ਾ ਸਾਹਿਬ ਤੇ ਕਹਿੰਦੇ ਨੇ ਇਸ ਤਰ੍ਹਾਂ ਦਾ ਨਹੀਂ ਬਣ ਸਕਦਾ ਇਸ ਤਰ੍ਹਾਂ ਦੇ ਬੰਦੇ ਨੂੰ ਦੇਖ ਕੇ ਤੇ ਲੋਕਾਂ ਨੂੰ ਕਰਾਹਤ ਆਏਗੀ ਤੇ ਉਹਨੂੰ ਕਿਸ ਤਰ੍ਹਾਂ ਐਕਸੈਪਟ ਕਰਨਗੇ ਮਿਰਜ਼ਾ ਸਾਹਿਬ ਤੇ ਇਹ ਫਰਮਾਉਂਦੇ ਨੇ ਅੱਗੇ ਮੈਂ ਤੁਹਾਨੂੰ ਨਬੀ ਕਰੀਮ ਤੁਹਾਡੇ ਸਿਗਨਲ ਨਹੀਂ ਆ ਰਹੇ ਆਵਾਜ਼ ਨਹੀਂ ਆ ਰਹੀ ਸੱਲੱਲਾਹੁ ਅਲੈहि ਵਸੱਲਮ ਦਾ ਫਤਵਾ ਸੁਣਾਤਾ ਹੈ ਕਿ ਉਹਨਾਂ ਦੇ ਨਜ਼ਦੀਕ ਕੀ ਕੁਝ ਹੋ ਸਕਦਾ ਹੈ आपको क्या भी जुर्म नहीं होनी चाहिए ਇਹਨਾਂ ਨਬੀ ਕਰੀਮ ਦੀ ਗੱਲ ਚ ਇਹ ਗੱਲ ਕੱਢੀ ਹੈ ਕਿ ਬਣ ਸਕਦਾ ਹੈ। ਅੱਛਾ ਇਹਨਾਂ ਨੇ ਹਜ਼ਰਤ ਉਮਰ ਰਜ਼ੀ ਅੱਲਾਹ ਤਾਲਾ ਅਨਹੂ ਦੀ ਮਿਸਾਲ ਦਿੱਤੀ ਹੈ ਕਿ ਨਬੀ ਪਾਕ ਨੇ ਕਿਹਾ ਸੀ ਮੇਰੇ ਤੋਂ ਬਾਅਦ ਕੋਈ ਨਬੀ ਅਗਰ ਹੁੰਦਾ ਆਂਦਾ ਤੇ ਹਜ਼ਰਤ ਉਮਰ ਹੁੰਦੇ ਇਹ ਵੀ ਨਾਲ ਕਨਫਰਮ ਕਰ ਗਏ ਨੇ ਕਿ ਨਬੀ ਪਾਕ ਦੇ ਫਰਮਾਨ ਦੇ ਮੁਤਾਬਕ ਕੋਈ ਨਬੀ ਨਹੀਂ ਆ ਸਕਦਾ ਅਗਰ ਕੋਈ ਆਂਦਾ ਤਾਂ ਹਜ਼ਰਤ ਉਮਰ ਹੁੰਦੇ। ਅੱਛਾ ਲੇਕਿਨ ਹਜ਼ਰਤ ਉਮਰ ਸਨ ਜਿਹੜੇ ਉਹਨਾਂ ਵਿੱਚ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਸੀ ਪਾਈ ਜਾਣੀ ਨਾ ਜਿਹੜੀ ਮਿਰਜ਼ਾ ਸਾਹਿਬ ਨੇ ਲਿਖੀ ਨਹੀਂ ਹੈ ਜੋ ਮਰਜ਼ੀ ਰੱਬੇ ਦੀ ਪੇਗਨ ਸਾਨੂੰ ਕਿਹੜੀ ਲੋੜ ਉਹਦਾ ਦਫਾ ਕਰਨ ਦੀ ਐਸੀ ਗੱਲ ਦਾ ਝੂਠ ਬੋਲਦੇ ਪਏ ਬੋਲਣ ਦੇ ਅਸਲ ਨਤੀਜਾ ਤੁਸੀਂ ਵੇਖੋ ਨਤੀਜਾ ਕਿੱਡਾ ਸੋਹਣਾ ਕੱਢ ਨਤੀਜਾ ਇਹ ਵੇ ਕਿ ਮਿਰਜ਼ਾਈਆਂ ਦੇ ਨਜ਼ਦੀਕ ਐਸਾ ਸ਼ਖਸ ਵੀ ਨਬੀ ਬਣ ਸਕਦਾ ਏ ਜਿਨਨੇ ਬੁੱਤ ਪ੍ਰਸਤੀ ਵੀ ਕੀਤੀ ਹੈ ਸ਼ਿਰਕ ਵੀ ਕੀਤਾ ਹੈ ਜ਼ਨਾ ਵੀ ਕੀਤਾ ਹੈ ਚੋਰੀਆਂ ਵੀ ਕੀਤੀਆਂ ਨੇ ਸ਼ਰਾਬ ਵੀ ਪੀਤਾ ਹੈ ਗਲੀਆਂ ਦਾ ਗੰਦ ਗਟਰ ਸਾਫ਼ ਕਰਦਾ ਰਿਹਾ ਇਹਨਾਂ ਦੇ ਨਜ਼ਦੀਕ ਉਹ ਵੀ ਨਬੀ ਬਣ ਸਕਦਾ ਏ ਇਨਕਾਰ ਨਹੀਂ ਹੈ। ਇੱਕ ਗੱਲ ਤਾਂ ਕਲੀਅਰ ਹੋ ਗਈ ਬਾਅਦ ਵਾਲੀ ਗੱਲ ਜਿਹੜੀ ਉਹਨੂੰ ਤੁਸੀਂ ਉਹ ਕਹਿੰਦੇ ਨੇ ਚੁੱਲ੍ਹੇ ਪਾਓ ਜਿਹੜੀ ਪਹਿਲੇ ਵਾਲੀ ਗੱਲ ਉਹ ਠੀਕ ਹੈ ਜੀ ਆਬਦ ਸਾਹਿਬ ਤੇ ਮਿਰਜ਼ਾ ਸਾਹਿਬ ਜਿਹੜਾ ਦੂਸਰਾ ਕਹਿੰਦੇ ਨੇ ਨਹੀਂ ਬਣ ਸਕਦਾ ਅਗਰ ਇਹਨਾਂ ਦੇ ਨਜ਼ਦੀਕ ਬਣ ਲਈਏ ਤੇ ਮਿਰਜ਼ਾ ਸਾਹਿਬ ਨਾਲ ਹੀ ਕਹਿੰਦੇ ਨੇ ਨਹੀਂ ਬਣ ਸਕਦਾ ਇਸ ਤਰ੍ਹਾਂ ਦੇ ਬੰਦੇ ਕੋਲ ਤੇ ਕਰਾਹਤ ਆਉਂਦੀ ਹੈ ਗਿਣ ਆਉਂਦੀ ਹੈ ਦੇਖ ਕੇ ਮਤਲਬ ਕਹਿੰਦੇ ਨੇ ਨਹੀਂ ਬਣ ਸਕਦਾ ਤੇ ਫਿਰ ਨਹੀਂ ਬਣ ਸਕਦਾ ਨਹੀਂ ਤੇ ਫਿਰ ਉਹਦਾ ਦੂਸਰੀ ਗੱਲ ਦਾ ਮਿਰਜ਼ਾ ਸਾਹਿਬ ਦੀ ਜਿਹੜੇ ਦੂਸਰਾ ਹਿੱਸਾ ਹੈ ਉਹਦਾ ਕੀ ਕਰਨਗੇ ਇਹ ਦੂਸਰੇ ਹਿੱਸੇ 'ਚ ਜੋ ਉਹਨਾਂ ਆਖਿਆ ਹੈ ਬਈ ਬਣ ਸਕਦਾ ਹੈ ਕਿ ਨਹੀਂ ਬਣ ਸਕਦਾ ਜੋ ਉਹਨਾਂ ਦੂਸਰੇ ਹਿੱਸੇ 'ਚ ਆਖਿਆ ਉਹ ਵੀ ਠੀਕ ਹੈ ਜਿਹੜਾ ਪਹਿਲੇ ਹਿੱਸੇ 'ਚ ਆਖਿਆ ਉਹ ਵੀ ਠੀਕ
नहीं, दो गल्लां तो नहीं ठीक हो सकती। एक बंदा कहना कि शराब पियो ठीक है जायज़ है, नाल ही कहता नहीं नहीं इस्लाम विच हराम है ना पियो। तो ਉਹਦੀ ਕਿਹੜੀ ਗੱਲ ਮੰਨੀਏ, ਪੀਆਂ ਜਾਂ ਨਾ ਪੀਆਂ? ਇਹ ਹੁਣ ਫਿਰ ਉਹ ਤਾਂ ਅਗਲੇ ਦਾ ਤੇ ਹੱਥ ਲੱਗ ਗਿਆ ਗਲਤੀ ਨਾਲ, ਤੁਸੀਂ ਫੜ ਕੇ ਇਸਦਾ ਹੱਥ ਲਵਾਓ ਤੇ ਨਹੀਂ ਨਹੀਂ ਅਮਰ ਭਾਈ ਇੱਕ ਹੋਰ ਆਪਸ਼ਨ ਹੈ ਨਾ ਇਹਨਾਂ ਨੂੰ, ਉਹ ਜਾਓ ਜਰਾ ਘੰਟਾ ਕੋ ਫਿਰ ਕੇ ਉਹ ਦੂਜੀ ਬਰਾਡਾ ਤੋਂ, ਤੇ ਫਿਰ ਉਹਨੂੰ ਜਵਾਬ ਉੱਥੇ ਲੱਭਦਾ ਉੱਥੇ ਲੈ ਕੇ, ਉਹ ਨਹੀਂ ਲੱਭਦਾ ਤੇ ਫਿਰ ਇੱਥੇ ਆ ਜਾਓ। ਉਹ ਉੱਥੇ ਤੇ ਮੈਂ ਬੈਠਾ ਨਹੀਂ, ਜਵਾਬ ਇੱਥੇ ਚਾਹੀਦਾ, ਕੋਈ ਬੰਦਾ ਆਇਆ ਨਹੀਂ ਹੈ, ਉੱਥੇ ਗਾਲਾਂ ਪੈਂਦੀਆਂ ਨੇ, ਜਵਾਬ ਇੱਥੇ ਚਾਹੀਦਾ। ਰਾਤੀ ਗਾਲਾਂ ਨਹੀਂ ਕੱਢੀਆਂ ਤਾਰਕ ਚੌਹਾਨ ਸਾਹਿਬ ਨੇ? ਤਾਰਕ ਚੌਹਾਨ ਸਾਹਿਬ ਇੱਥੇ ਵੀ ਛੇੜ ਰਹੇ ਸਨ, ਮਤਲਬ ਗਾਲਮ ਗਲੋਚ ਵਾਲੇ ਪਾਸੇ ਆ ਰਹੇ ਸਨ ਆਸਤੇ ਆਸਤੇ। ਨਹੀਂ ਹੁਣ ਇਹੀ ਹੱਲ ਹੈ ਕਿ ਬਾਕੀ ਸਾਰੇ ਜਾਣ ਥੱਲੇ, ਤੇ ਟਰੂ ਮੁਸਲਿਮ ਸਾਹਿਬ ਅੱਜ ਵੇਖਨੇ ਤੁਹਾਡੇ ਕੋਲੋਂ ਡਰਦੇ ਨੇ ਕਿ ਨਹੀਂ ਡਰਦੇ। ਥੱਲੇ ਕਮੈਂਟ ਵੀ ਨਹੀਂ ਲਿਖਿਆ ਜਾਏਗਾ। ਅਲੀ ਤੂੰ ਨਹੀਂ ਮਾਈਕ ਖੋਲ। 45 ਬੰਦੇ ਨੇ, ਅਗਰ ਕੋਈ ਅਹਿਮਦੀ ਨੀਚੇ ਹੈ ਨੇ ਥੱਲੇ ਕੋਈ ਸੁਣ ਰਿਹਾ, ਕੋਈ ਕਮੈਂਟ ਕਰ ਦਿਓ, ਉੱਤੇ ਆ ਜਾਓ, ਉੱਤੇ ਤਸ਼ਰੀਫ ਲੈ ਆਓ, ਜਗ੍ਹਾ ਖਾਲੀ ਹੈ ਸੀਟ। ਉਹ ਮਹਿਮੂਦ ਸਾਹਿਬ ਨੂੰ ਮੈਂ 5 ਵਾਰੀ ਰਿਕੁਐਸਟ ਪਾਈ ਹੈ ਲੇਕਿਨ ਨਹੀਂ ਪਿਆਉਂਦੇ। ਹੁਣ ਮੈਂ ਦੱਸੋ ਕੀ ਕਰਾਂ? ਉੱਤੇ ਤਸ਼ਰੀਫ ਲੈ ਆਓ, ਐਮਐਨਏ ਦੀ ਸੀਟ ਖਾਲੀ ਹੈ ਤੁਹਾਡੇ ਵਾਸਤੇ ਉੱਤੇ ਇੱਕ। ਆ ਵੀ ਜਾ ਹਫੀਜ਼ ਸ਼ੇਖ ਸਾਹਿਬ ਤੁਸੀਂ ਆ ਜਾਓ। ਨਹੀਂ, ਹਫੀਜ਼ ਸ਼ੇਖ ਸਾਹਿਬ ਬੜੇ ਅੱਛੇ ਬੰਦੇ ਨੇ, ਅਖਲਾਕ ਨਾਲ ਗੱਲ ਕਰਦੇ ਨੇ, ਕੋਈ ਬਦਤਮੀਜ਼ੀ ਨਹੀਂ, ਗਾਲਮ ਗਲੋਚ ਨਹੀਂ ਕਰਦੇ। ਹਫੀਜ਼ ਸ਼ੇਖ ਸਾਹਿਬ ਥੱਲੇ ਸੁਣ ਰਹੇ ਨੇ? अस्सलाम वालेकुम। ਵਾਲੇਕੁਮ अस्सलाम। ਅੱਛਾ, ਹਫੀਜ਼ ਸ਼ੇਖ ਸਾਹਿਬ ਹੈ ਨੇ, ਇਹਨਾਂ ਨੂੰ ਭੇਜਣੇ ਆ ਦਾਵਤਨਾਮਾ ਕਾਰਡ ਭੇਜਣੇ ਆ ਇਹਨਾਂ ਨੂੰ। ਤੁਹਾਡੇ ਆਖਰ ਤੋਂ ਪਹਿਲਾਂ ਭੇਜ ਦਿੱਤਾ ਅੱਲਾ ਦੇ ਬੰਦਿਓ। ਨਹੀਂ 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 ਉਹਦੇ ਕੋਲ ਜਾ ਕੇ ਬਹਿੰਦਾ ਨਹੀਂ, ਅਮਨ ਨਜ਼ੀਰ ਉਹਨੂੰ ਫੜ ਕੇ ਲੈ ਜਾਂਦਾ ਆਪਣੀ ਬਰਾੜ ਦੇ। ਇੱਕ ਵਾਰੀ ਜਿਹੜਾ ਇੱਕ ਵਾਰੀ ਲੈ ਜਾਂਦਾ, ਇਹ ਕੰਮ ਤੇ ਜਹਾਜ਼ ਹੈ। ਅਮਨ ਨਜ਼ੀਰ ਦੇ ਵਿੱਚ ਸ਼ਿਕਾਰ ਲੱਭਦਾ, ਜਾ ਕੇ ਸ਼ਿਕਾਰ ਲੱਭ ਕੇ ਤੇ ਫੜ ਕੇ ਆਪਣੇ ਕੋਲ ਲੈ ਆਉਂਦਾ। ਇਹਨੂੰ ਲੈ ਕੇ ਆਓ, ਜੇ ਆਪਣੇ ਨਾਲ ਨਾ ਆਵੇ ਫਿਰ ਵਾਮ ਨੂੰ ਭੇਜਿਆ ਵਾ, ਇਹਨੂੰ ਲੈ ਕੇ ਆਓ। ਅਮਨ ਨਜ਼ੀਰ ਦਾ ਇਹ ਫਨ ਹੈ ਵੀ ਉਹ ਕਹਿੰਦਾ ਨਾਸਲ ਬਾਟ। ਮੈਂ ਤੇ ਇਹਨੂੰ ਬੜਾ ਬੁਰਾ ਜਾਣਦਾ ਸਾਂ, ਟਰੂ ਮੁਸਲਿਮ ਨੂੰ ਬਹੁਤ ਬੁਰਾ ਜਾਣਦਾ ਸਾਂ, ਲੇਕਿਨ ਇਹ ਵੇਖ ਕੇ ਸ਼ਾਇਦ ਮੈਨੂੰ ਸਮਝਾਉਣ ਦਾ ਵੱਲ ਨਹੀਂ ਆਇਆ ਇਹਨਾਂ ਨੂੰ। ਟਰੂ ਮੁਸਲਿਮ ਸਾਹਿਬ, ਹਫੀਜ਼ ਸ਼ੇਖ ਸਾਹਿਬ ਉੱਤੇ ਚੜੋ, ਹਜ਼ਰਾ ਕੇ ਉੱਤੇ ਸਵਾਲ ਪੁੱਛਣਾ ਤੁਹਾਡੇ ਕੋਲ। ਨੀਚੇ ਸੁਣ ਰਹੇ ਤੁਸੀਂ ਤਾਂ ਮਤਲਬ ਬੋਲਦੇ ਵੀ ਅੱਛੇ ਹੋ, ਬਾਤ ਵੀ ਤੁਹਾਡੇ ਅੱਛੇ, ਦਲੀਲ ਵੀ ਅੱਛੀ।
ਇਹ ਗੱਲ ਇਹਦੀ ਗੱਲ ਸੱਚੀ ਹੈ ਆਪਣਾ ਮੀਰ ਭਾਈ। ਇਹ ਤਾਂ ਆਸਾਨ ਹੈ ਕਿ ਰੂਹਾਨੀ ਖਜ਼ਾਨ ਪੜੋ ਤੇ ਤੁਹਾਡੇ ਮੂੰਹ ਚ ਗਾਲਾਂ ਹੀ ਨਿਕਲਦੀਆਂ ਨੇ। ਨਹੀਂ ਨਾਲੇ ਕੋਲ ਗੱਲ ਉਪਾਜ ਦੀ ਬਰਾੜ ਦੇ ਨਾ, ਉਹ ਨਹੀਂ ਮੁਹੰਮਦ ਅਹਿਮਦ ਸੁਰਹ ਡੀਪੀ ਵਾਲਾ, ਉਹਨੇ ਕਹੀ ਤੁਸੀਂ ਅਹਿਮਦੀਆਂ ਦੇ ਖਿਲਾਫ ਕਿਉਂ ਬੋਲਦੇ ਹੋ, ਤੇ ਜੇ ਹੈ ਤੇ ਉਹ ਨੇ ਆਖਿਆ ਤੂੰ ਇੰਜ ਕਰ, ਜੇ ਅਹਿਮਦੀ ਵੇਖਣਾ ਹੀ ਨਾ ਤੇ ਨਾਸਰ ਬੱਟ ਕੋ ਝੱਟ ਟੁੱਟ ਜਾ। ਹਿਸਾਬ ਲਾਓ ਉਹ ਮੁਹੰਮਦ ਅਹਿਮਦ ਵੀ ਹੁਣ ਜਿਹੜਾ ਬੋਲਣ ਲੱਗ ਪਿਆ, ਕਹਿੰਦਾ ਜੇ ਨਹੀਂ ਦਿਲ ਵੇ ਕਰਦਾ ਜੇ ਅਹਿਮਦੀ ਵੇਖਣੇ ਨਾ ਗਾਲੀ ਬਾਜ਼ ਤੇ ਉੱਥੇ ਟੁੱਟ ਜਾ ਨਾਸਰ ਬੱਟ ਕੋਲ। ਉਹ ਕਹਿੰਦੇ ਨੇ ਅਮਨ ਨਜ਼ੀਰ ਸਾਹਿਬ ਦੇ ਬਰੋਡ ਤੇ ਬੈਠਦਾ ਸੀ ਤੇ ਕੀ ਕੀਤਾ ਉਹਨੇ, ਪਹਿਲੇ ਬੜਾ ਅੱਛਾ ਮੁੰਡਾ ਸੀ ਉਹ, ਇਸ ਤਰ੍ਹਾਂ ਦੀ ਕੋਈ ਸਮਝ ਆਈ ਹੈ? ਮੈਂ ਸਹੀ ਨਹੀਂ ਸਮਝਿਆ। ਇਹ ਕਿਹੜੇ ਬੰਦੇ ਦੇ ਬਾਰੇ ਗੱਲ ਕਰ ਰਹੇ ਸਨ? ਮੇਰੀਆਂ ਸਿਫਾਤ ਹਮੀਦਾ ਬਿਆਨ ਕਰ ਰਹੇ ਨੇ ਨਾ। ਅੱਛਾ, ਕਹਿੰਦੇ ਮੇਰੀ ਵਾਲੀ ਦੁਕਾਨ ਤੇ ਬੈਠੋ ਦੇ ਕੋਲ। ਉਹ ਕਹਿੰਦਾ ਪਿਆ ਸੀ ਕਿ ਪਹਿਲੇ ਲੋਕ ਸਾਡੇ ਨਾਲ ਬਹਿੰਦੇ ਸਨ, ਅਸੀਂ ਨਾਲ ਬਹਾਨੇ ਸਾਂ, ਤੇ ਫਿਰ ਅਮਨ ਨਜ਼ੀਰ ਨੇ ਕੰਮ ਪਤਾ ਕੀ ਸ਼ੁਰੂ ਕਰ ਲਿਆ, ਸਾਡੇ ਕੋਲ ਬੰਦੇ ਨਾਲ ਲੈ ਕੇ ਜਾ ਕੇ ਤੇ ਉਹੀ ਬੰਦੇ ਹੁਣ ਬਰਾਡਾਂ ਲੱਗ ਪਏ ਨੇ, ਮੇਰਾ ਵੀ ਤੇ ਵਲੀਦ ਦਾ ਵੀ। ਹੁਣ ਵਲੀਦ ਵੀ ਬਰਾੜ ਲਾਉਂਦਾ ਤੇ ਮੈਂ ਵੀ ਲਾਉਂਦਾ ਵਾ ਕਿ ਨਹੀਂ, ਇਹ ਕੰਮ ਹੈ ਅਮਨ ਨਜ਼ੀਰ ਦੇ, ਕੋਈ ਬਚ ਕੇ ਰਹੋ। ਕੱਲ ਨੂੰ ਅਮਨ ਨਜ਼ੀਰ ਨੇ ਤੁਹਾਡੇ ਕੋਲ ਵੀ ਬਰਾੜ ਲਵਾਉਣੀ ਹੈ, ਗੱਲ ਜੇ ਛਪਾ ਲਿਓ ਤੇ ਤੁਸੀਂ ਵੀ ਬਰਾੜ ਲਾਣੀ ਕਰਨੀ ਤੇ ਅਮਨ ਨਜ਼ੀਰ ਨੇ ਤੁਹਾਡੇ ਕੋਲ ਆ ਕੇ ਬਹਿਣਾ ਕਰਨਾ। ਉਹਨਾਂ ਨੇ ਕਹਿਣ ਦਾ ਮਤਲਬ ਕਿ ਗੈਰ ਅਹਿਮਦੀ ਸਾਡੇ ਕੋਲ ਬਹਿੰਦੇ ਸਨ, ਪਹਿਲੇ ਆ ਕੇ ਸਵਾਲ ਜਵਾਬ ਗੱਲਾਂ ਬਾਤਾਂ ਕਰਦੇ ਸਨ। ਫਿਰ ਅਮਨ ਨਜ਼ੀਰ ਕੋਲ ਗਏ ਨੇ ਤੇ ਉਹ ਮਤਲਬ ਹਟ ਗਏ ਨੇ ਸਾਡੇ ਕੋਲ, ਆਪਣੀਆਂ ਬਰੋਡਾਂ ਲਾਉਣਾ ਸ਼ੁਰੂ ਕਰ ਦਿੱਤੀਆਂ ਸਾਡੇ ਖਿਲਾਫ। ਬ੍ਰੇਨ ਵਾਸ਼ਿੰਗ ਇਹਨੂੰ ਕਹਿੰਦੇ ਨੇ ਨਾ, ਬ੍ਰੇਨ ਵਾਸ਼ਿੰਗ। ਅੱਛਾ ਮਤਲਬ ਅੱਛਾ ਮਤਲਬ ਗੈਰ ਅਹਿਮਦੀ ਉਹਨਾਂ ਕੋਲ ਬਹਿ ਕੇ ਅਹਿਮਦੀ ਹੋਣ ਲੱਗਾ ਸੀ ਤੇ ਅਮਨ ਨਜ਼ੀਰ ਦੀ ਜਿਹੜੇ ਉਹਨੂੰ ਹਵਾ ਲੱਗੀ ਹੈ ਤਾਂ ਉਹ ਦੂਰ ਹੋ ਗਿਆ ਸਾਡੇ ਕੋਲ, ਉਲਟਾ ਸਾਡੇ ਖਿਲਾਫ ਹੋ ਗਿਆ। ਇਸ ਗੱਲ ਦਾ ਬਾਨੀ ਹੈ ਤੇ ਤੁਸੀਂ ਇਹਦਾ ਮਤਲਬ ਉਹਨਾਂ ਦਾ ਇੱਕ ਵੋਟ ਭੰਨ ਕੇ ਆਪਣੀ ਸਾਈਡ ਲੈ ਆਏ ਹੋ। ਟਰੂ ਮੁਸਲਮ ਆਪਣਾ ਸੋਚ ਲੈਣਾ, ਕਿਸ ਤਰ੍ਹਾਂ ਤੂੰ ਤਨਕੀਦਾਂ ਕਰਦਾ ਸੀ ਸਾਡੇ ਤੇ, ਤਾਂ ਹੁਣ ਤੂੰ ਮਰਜ਼ੀਆਂ ਤਾਂ ਕਰਨੀਆਂ ਸ਼ੁਰੂ ਕਰਤੀ। ਨਹੀਂ ਮੈਂ ਤਾਂ ਦੇਖੋ ਜਿਹੜੀ ਹੱਕ ਸੱਚ ਦੀ ਗੱਲ ਏ ਉਹ ਕਰਦਾ ਵਾ। ਮਰਜ਼ੀ ਹੱਕ ਸੱਚ ਕਹਿੰਦੇ ਨੇ ਇਸਨੂੰ। ਉਹ ਆਏ ਜੇ ਚੁੱਪ ਕਰ ਜਾਓ ਵੀ ਸਾਰੇ ਜੀ। अस्सलाम वालेकुम आमिर साहब। ਇਹਦੇ ਪਿੱਛੇ ਸਿੱਧੂ ਦਾ ਗਾਣਾ ਲਾਣਾ ਬਣਦਾ ਹੈ, ਅਨਲਿਮਿਟਿਡ ਚੱਲਦੇ ਆ ਵੈਰ ਨਹੀਂ ਤੇ ਲਿਮਿਟਿਡ ਕਾਊਂਟ ਨੇ ਬਰੈਥ ਦੇ, ਮੈਂ ਦੁਨੀਆ ਦੇ ਆਪੋਜ਼ਿਟ ਚੱਲਦਾ, ਪੈਰਲਲ ਚੱਲਦਾ ਜਾਂ ਡੈਥ ਦੇ। ਜੀ ਕਰ ਲਓ ਆਪ ਸਭ ਗੱਲ ਉਹਨਾਂ ਨਾਲ। ਕੀ ਇਹਨਾਂ ਦਾ ਨਾਂ ਹੈ ਜੀ? ਬਾਬਾ ਜਾਨੀ ठीक है? हाँ जी अल्हम्दुलिल्लाह ठीक ठाक। तुम सुनाओ? जी अल्लाह का बड़ा करम। जे तो एक सवाल पूछना अगर माइंड ना करो ते। जी पूछ लो। कितों पूछना जे? एक किताब की रोशनी नाल पूछना है। मिर्जा साहब की किताब है रूहानी खजाइन है, तो उहदे विच जिहड़ा ना उहदे सफ़ा नंबर 4 रूहानी खजाइन जिल्द 15। तुसीं पढ़ी सारी किताब? जी सारी तो नहीं पढ़ी, मैं झूठ क्यों मतलब है कि तुम सिर्फ सुन के आए हो कि यह मिर्जा साहब ने लिखा है, इसका मतलब दस दियो। नहीं मैं ना उहदे विच एक ही मुद्दा है ना, एक ही गल है जिहड़ी मिर्जा नहीं साहब मैं फिर मेरी गल तो सुन लो ना, मैं तुहाडी गल सुन ली है, मेरे भी तो सवाल का जवाब दियो ना। जी इसका मतलब ये है कि जे तुसी किताब नहीं पढ़ी, इसका मतलब ये है कि तुसी कितों सुनिया है कि वेखो जी मिर्जा साहब ने यह लिखा है, तो यह जाके इन्हां कोलों सवाल जवाब कर लो। नहीं मैं खुद अपनी अखा ना पढ़ी है, मतलब जेडी मैं कोई गल पूछ रहा ना, मेरी गल सुनो, मैं खुद अपनी अखा ना पढ़ी है ऑनलाइन alislam.org ते। बिल्कुल ठीक है, बिल्कुल ठीक है। हुण मेरा सवाल तुहाडे नाल ये है। जी मैं तेरा बिल्कुल जवाब देंगा, तुसीं सवाल दा जवाब कर लेना, ठीक है। ਜਦੋਂ ਤੁਹਾਨੂੰ ਕਿਸੇ ਵੀ ਕਿਤਾਬ ਦਾ ਜਾਂ ਕਿਸੇ ਸ਼ਖਸ ਦਾ ਕੋਈ ਮਜ਼ਮੂਨ ਸਾਹਮਣੇ ਆਂਦਾ ਹੈ, ਅਹਿਲੇ ਇਲਮ ਲੋਕ ਬੈਠੇ ਨੇ ਥੱਲੇ, ਅਬੂ ਬਕਰ ਸਾਹਿਬ ਨੇ, ਨਾਮ ਨਜ਼ੀਰ ਸਾਹਿਬ ਨੇ, ਰਾਜਾ ਜਵੇਦ ਸਾਹਿਬ ਨੇ, ਜਦੋਂ ਤੁਹਾਡੇ ਸਾਹਮਣੇ ਕਿਸੇ ਚੀਜ਼ ਦੀ ਜਾਂ ਕਿਸੇ ਮਜ਼ਮੂਨ ਦੀ ਇੱਕ ਪੈਰਾਗ੍ਰਾਫ ਜਾਂ ਤਹਿਰੀਰ ਆਂਦੀ ਹੈ ਨਾ, ਤਾਂ ਫਿਰ ਇਹ ਤੁਹਾਡਾ ਹੱਕ ਬਣਦਾ ਹੈ ਕਿ ਤੁਸੀਂ ਕਹੋ ਯਾਰ ਮੈਂ ਸਵਾਲ ਕਰਨ ਤੋਂ ਪਹਿਲੇ ਮੈਂ ਇਸ ਸ਼ਖਸ ਜਿਹੜਾ ਉਹਨੇ ਮਜ਼ਮੂਨ ਲਿਖਿਆ ਉਹ ਕਮ ਅਜ਼ ਕਮ ਮਜ਼ਮੂਨ ਤੇ ਪੜ੍ਹਾਂ ਨਾ, ताकि जे समझ ना आवे तो फिर मैं किसी को पूछा, क्योंकि जिन्हें लिखिया उस सारे बेहतर वो एक्सप्लेन कर सकता है। इतनी जी मेरी अर्ज़ है। तुसी सवाल ए बाद तुसी मैनू जवाब ना देना, मगर सवाल कर लेना मेरी गल दे बाद, ठीक है। कि जो भी तुहानू कोई तहरीर सामने आवे किसी भी शख्स की
ये लाजमी नहीं है कि मिर्ज़ा साहब दी किसी भी शख्स दी, ठीक है। और एक पैराग्राफ होवे या एक लाइन होवे ते तुसी अहले इलम आदमी हो ते तुहानू इलम हासिल करन वास्ते सवाल कीता ते इलम वास्ते या तनकीद वास्ते दो चीज़ां ने। जे तनकीद करनी है फिर तो ਉਹਦੇ ਵਿੱਚ ਤੇ ਤੁਸੀਂ ਕੁਰਾਨ ਤੇ ਬਹਿ ਕੇ ਲੋਕੀ ਤਨਕੀਦ ਕਰਦੇ ਉਹਦਾ ਕੋਈ ਇਲਾਜ ਨਹੀਂ ਹੈ, ਉਹਨੂੰ ਅਸੀਂ ਸੈਟੀਸਫਾਈ ਨਹੀਂ ਕਰ ਸਕਦੇ। ਇਸ ਵਾਸਤੇ ਜਦੋਂ ਤੁਸੀਂ ਇਲਮ ਹਾਸਿਲ ਕਰਨਾ ਹੋਵੇ, ਜਿਸ ਸ਼ਖਸ ਨੇ ਉਹ ਕਿਤਾਬ ਲਿਖੀ ਹੈ ਉਹ ਲਾਈਨ ਪੜ੍ਹਨ ਦੇ ਬਾਅਦ ਤੁਹਾਨੂੰ ਉਹ ਸਵਾਲ ਦਾ ਜਵਾਬ ਲੈਣ ਵਾਸਤੇ ਉਹਦੇ ਸ਼ਖਸ ਦਾ ਮਜ਼ਮੂਨ ਪੜ੍ਹਨਾ ਚਾਹੀਦਾ, ਕੋਈ ਲਿਖ ਕੀ ਰਿਹਾ। ਹੁਣ ਤੁਸੀਂ ਸਵਾਲ ਕਰ ਲਓ। ਅੱਛਾ ਨਹੀਂ ਦੇਖੋ, ਪਹਿਲੀ ਗੱਲ ਹੈ ਕਿ ਅਸੀਂ ਕੋਈ ਤਨਕੀਦ ਨਹੀਂ ਕਰ ਰਹੇ, ਅਸੀਂ ਸਵਾਲ ਜਿਹੜਾ ਇੱਕ ਜੈਨੀਅਨ ਹੈ ਇਲਮ ਸਿੱਖ ਰਹੇ ਹਾਂ, ਸਾਨੂੰ ਸਮਝ ਨਹੀਂ ਆ ਰਹੀ। ਮੈਂ ਯਕੀਨ ਕਰੋ ਮੈਂ ਖੁਦ ਇੱਕ ਉਲਝ ਕੇ ਰਹਿ ਗਿਆ ਮਿਰਜ਼ਾ ਸਾਹਿਬ ਦੀ ਇਹ ਤਹਿਰੀਰ ਪੜ੍ਹ ਕੇ, ਤੇ ਮੈਂ ਇੱਕ ਗੈਰ ਜਾਨਬਦਾਰ ਆਦਮੀ ਹਾਂ। ਮੈਂ ਜਿਨ੍ਹਾਂ ਦੀ ਬਰੋਡ ਤੇ ਬੈਠਾ, ਯਕੀਨ ਕਰੋ ਇਹਨਾਂ ਨਾਲ ਮੈਂ ਪੌਣੇ 2 ਸਾਲ ਹੋ ਗਏ। ਇਹ ਮੇਰੇ ਇੱਕ ਕਿਸਮ ਦੇ ਮੁਖਾਲਫ ਨੇ, ਇਹਨਾਂ ਨਾਲ ਮੇਰੀ ਇੱਕ ਲੜਾਈ ਹੁੰਦੀ ਹੈ, ਗੱਲ ਮਗਲੋਚ ਤੇ ਨਹੀਂ ਮੈਂ ਕੱਢਦਾ, ਨਾ ਹੀ ਇਹ ਕੱਢਦੇ ਨੇ, ਲੇਕਿਨ ਜ਼ਬਰਦਸਤ ਕਿਸਮ ਦਾ ਮੇਰਾ ਇਹਨਾਂ ਦਾ ਤਲਖ ਕਲਾਮੀ ਹੁੰਦੀ ਰਹੀ ਹੈ। ਇਸ ਵਜ੍ਹਾ ਨਾਲ ਮੈਨੂੰ ਕਹਿੰਦੇ ਨੇ ਤੂੰ ਅਹਿਮਦੀ ਹੈ, ਤੂੰ ਉਹਨਾਂ ਦਾ ਸਾਥ ਦੇਣਾ ਹੈ, ਤੂੰ ਉਹਨਾਂ ਦੇ ਹੱਕ 'ਚ ਗੱਲ ਕਰਦਾ। ਮੈਂ ਕਿਹਾ ਮੈਂ ਕੋਈ ਅਹਿਮਦੀ ਨਹੀਂ, ਮੈਂ ਗੈਰ ਅਹਿਮਦੀ ਹਾਂ, ਲੇਕਿਨ ਮੈਂ ਕਿ ਜਿਹੜੇ ਸਾਹਮਣੇ ਇੱਕ ਚੀਜ਼ ਆ ਗਈ ਹੈ ਮੇਰੀ ਨਜ਼ਰ, ਮੈਂ ਤੁਸੀਂ ਕਿਤਾਬ ਨਹੀਂ ਪੜ੍ਹੀ ਮਗਰ ਉਸ ਲਾਈਨ ਤੇ ਜਾਂ ਪੈਰਾਗ੍ਰਾਫ ਤੁਸੀਂ ਕਹਿ ਰਹੇ ਹੋ ਕਿ ਇੱਕ ਲਾਈਨ ਜਾਂ ਪੈਰਾਗ੍ਰਾਫ ਵਾਲੀ ਗੱਲ ਨਹੀਂ ਹੈ, ਇੱਕ ਪੂਰਾ ਬਾਬ ਹੈ। ਤੁਹਾਨੂੰ ਪਤਾ ਇੱਕ ਕਿਤਾਬ ਹੁੰਦੀ ਹੈ, ਉਹਦੇ ਵਿੱਚ ਚੈਪਟਰ ਹੁੰਦੇ ਨੇ, ਬਾਬ ਹੁੰਦੇ ਨੇ। ਪੂਰਾ ਪੜ੍ਹਿਆ ਇੱਕ ਜਿਹੜਾ ਬਾਬ ਹੁੰਦਾ ਹੈ ਨਾ, ਮੇਰੀ ਗੱਲ ਸੁਣੋ, ਇੱਕ ਜਿਹੜਾ ਬਾਬ ਹੁੰਦਾ ਤੁਸੀਂ ਪੜ੍ਹੋ ਨਾ, ਤੇ ਉਸ ਬਾਬ ਦਾ ਸਾਰਾ ਨਤੀਜਾ ਜਿਹੜੀ ਵੀ ਗੱਲ ਹੁੰਦੀ ਹੈ ਉਹ ਇੱਕ ਬਾਬ ਦੇ ਅੰਦਰ ਹੁੰਦੀ ਹੈ। ਦੂਸਰਾ ਜਿਹੜਾ ਬਾਬ ਹੋਏਗਾ ਉਹਦੇ ਅੰਦਰ ਇੱਕ ਡਿਫਰੈਂਟ ਕਹਾਣੀ, ਡਿਫਰੈਂਟ ਚੀਜ਼, ਡਿਫਰੈਂਟ ਸਟੋਰੀ ਹੋਏਗੀ। ਪਹਿਲੇ ਬਾਬ ਦੇ ਅੰਦਰ ਹਰ ਚੀਜ਼, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਣਾ ਇੱਕ ਬਾਬ ਵਿੱਚ। ਇੱਕ ਮੇਰੀ ਗੱਲ ਸੁਣੋ, ਇੱਕ ਸਟੋਰੀ ਜਿਹੜੀ ਹੁੰਦੀ ਹੈ ਇੱਕ ਬਾਬ ਦੇ ਅੰਦਰ ਨਿਪਟਾ ਦਿੱਤੀ ਜਾਣੀ ਹੈ, ਉਹਦਾ ਐਂਡ ਹੋ ਜਾਣਾ, ਚਾਹੇ ਅੱਛਾ ਹੋਏ ਜਾਂ ਬੁਰਾ ਹੋਏ। ਔਰ ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਮਤਲਬ ਹੈ ਕਿ ਮੈਂ ਇੱਕ ਲਾਈਨ ਪੜ੍ਹੀ ਹੈ ਜਾਂ ਮੈਨੂੰ ਪੈਰਾਗ੍ਰਾਫ ਦੱਸਿਆ, ਮੈਂ ਪੂਰਾ ਇੱਕ ਕਿਸਮ ਦਾ ਬਾਬ ਪੜ੍ਹਿਆ। ਔਰ ਮੈਂ ਯਕੀਨ ਕਰੋ, ਮੈਂ ਕਸਮ ਖਾ ਕੇ ਕਹਿਣਾ ਕਿ ਮੈਂ ਅੱਜ ਹੀ ਹੋਣੀ ਮੈਂ 2 ਦਫਾ ਪੜ੍ਹਿਆ, ਦੂਸਰੀ ਦਫਾ ਫਿਰ ਮੈਂ ਪੜ੍ਹਿਆ, ਮੈਂ ਕਿਹਾ ਕਿਧਰੇ ਮੈਨੂੰ ਪੜ੍ਹਨ ਵਿੱਚ ਜਾਂ ਸਮਝਣ ਵਿੱਚ ਗਲਤਫਹਿਮੀ ਨਾ ਹੋਏ। ਮੈਂ ਦੁਬਾਰਾ ਪੜ੍ਹਿਆ, ਫਿਰ ਬਾਬ ਦਾ ਹਵਾਲਾ ਦਿਓ ਜਰਾ। ਦੁਬਾਰਾ ਪੜਾਂਗਾ, ਫਿਰ ਮੈਂ ਰਾਏ ਦਿਆਂਗਾ। ਪੜ੍ਹ ਲੈਣੇ ਆ, ਬਾਬ ਦਾ ਹਵਾਲਾ ਦਿਓ ਕੀ ਹੈ। ਅੱਛਾ, ਬਾਬ ਦਾ ਹਵਾਲਾ ਹੈ ਤਰਿਆਕੁਲ ਕਲੂਬ ਹੈ ਕਿਤਾਬ ਦਾ ਨਾਂ। ਇਹ ਰੂਹਾਨੀ ਖਜ਼ਾਨ ਚ ਕਿਹੜੀ ਹੈ? ਰੂਹਾਨੀ ਖਜ਼ਾਨ ਜਿਲਦ ਨੰਬਰ 15। ਇੱਕ ਮਿੰਟ ਮੈਨੂੰ ਖੋਲ ਲੈਂਦੇ ਦੂਸਰੇ ਕਿਤਾਬ ਦਾ ਨਾਂ ਹੈ ਤਰਿਆਕੁਲ ਕਲੂਬ ਤੇ ਉਹਦਾ ਸਫਾ ਹੈ ਜੀ ਜਨਾਬ 280। ਮੈਨੂੰ ਇੱਕ ਸੈਕਿੰਡ, ਮੈਨੂੰ ਇਹ ਉਰਦੂ ਖੋਲ ਲੈਣ ਦਿਓ ਉਹਦਾ। ਜੀ ਖੋਲੋ, ਟਾਈਮ ਲਵੋ, ਕੋਈ ਮਸਲਾ ਨਹੀਂ। ਇਹ ਆ ਗਈ ਜਨਾਬ ਕੁਤਬ ਸਿਲਸਿਲਾ ਆ ਗਈਆਂ, ਠੀਕ ਹੈ। ਔਰ ਇਹਦੇ ਵਿੱਚ ਆ ਗਈ ਜਨਾਬ ਮਿਰਜ਼ਾ ਸਾਹਿਬ ਦੀਆਂ ਕਿਤਾਬਾਂ ਆ ਗਈਆਂ, ਔਰ ਇਹਦੇ ਵਿੱਚ ਆ ਗਈ ਜਨਾਬ ਰੂਹਾਨੀ ਖਜ਼ਾਨ ਆ ਗਈ। ਔਰ ਰੂਹਾਨੀ ਖਜ਼ਾਨ ਦੀ ਜਿਲਦ ਨੰਬਰ 15 ਤੁਸੀਂ ਕਹਿ ਰਹੇ ਹੋ? ਜੀ ਜੀ, ਉਹਦੇ ਡਾਇਰੈਕਟ ਚਲੇ ਜਾਣਾ ਤਰਿਆਕੁਲ ਕਲੂਬ ਵਿੱਚ ਲੈਫਟ ਸਾਈਡ। ਮੈਂ ਕਰ ਲੈਣਾ, ਮੈਂ ਜਿਲਦ ਨੰਬਰ 15 ਖੋਇਆ, ਤਰਿਆਕੁਲ ਕਲੂਬ ਆ ਗਈ। ਹੁਣ ਸਫਾ ਨੰਬਰ ਕੀ ਦੱਸਿਆ ਤੁਸੀਂ? 280। 280, ਠੀਕ ਹੈ। ਫੋਨ ਤੇ ਜਰਾ 1 ਮਿੰਟ ਲੱਗਦਾ ਉੱਤੇ ਥੱਲੇ ਜਾਣ ਚ। ਕੋਈ ਨਹੀਂ, ਲੈ ਲਓ, ਤੂੰ ਨਾ ਖੋਲ ਲੈ। 280 ਜਨਾਬ ਰੂਹਾਨੀ ਖਜ਼ਾਨ ਦੀ 15 ਹੈ। ਇਹ ਆ ਗਈ ਜਨਾਬ 180 ਤੇ 280 ਕਰ ਲਓ। ਅੱਛਾ, ਤੁਸੀਂ ਕਹਿ ਰਹੇ ਹੋ ਨਾ? ਹਾਂਜੀ ਦੱਸੋ ਜੀ ਟਰੂ ਮੁਸਲਿਮ ਭਾਈ। ਖੋਲ ਲਿਆ? ਹਾਂਜੀ ਖੋਲ ਲਿਆ ਜੀ। ਚਲੋ ਇਹ ਪੁੱਛ ਲਿਆਂਗੇ ਨਾ ਇਹਨਾਂ ਦੇ ਐਂਡ ਤੇ। ਅੱਛਾ 280 ਸਫਾ ਖੋਲ ਲਿਆ? ਮੈਂ ਖੋਲ ਲਿਆ ਜੀ। ਤੇ ਇਹ 280 ਨਾਲ ਜਿਹੜੀ 279 79 ਦੀ ਆਖਰੀ ਜਿਹੜੀ ਲਾਈਨ ਹੈ, ਮਸलन एक शख्स, इतू पढ़ो वाला जी। ठीक है जी। मसलन एक शख्स जो कौम का चूड़ा यानी भंगी है। ठीक है, मैं पढ़ लेना। ये सारा बाब मजमून शुरू होंदा। मैं पढ़ लेना जी। ਉੱਚਾ ਪੜੋ ਤਾਂ ਕਿ ਥੋੜਾ ਨਹੀਂ ਇਹ ਮਜ਼ਮੂਨ ਸ਼ੁਰੂ ਹੁੰਦਾ, ਉਹ ਤੋਂ ਵੀ 4 ਲੈਣਾ ਪਹਿਲੇ, ਮੈਂ ਉੱਥੋਂ ਪੜ੍ਹਨਾ ਸ਼ੁਰੂ ਕਰ ਦੇਣਾ। ਠੀਕ ਹੈ, ਚਲੋ ਉੱਥੋਂ ਪੜ੍ਹ ਲਿਓ, 4 ਲੈਣਾ ਉੱਥੇ ਚੜੇ ਜਾਓ ਜਿੱਥੋਂ ਤੁਸੀਂ। ਯਾਨੀ ਕਿ ਜਿਹੜਾ ਪੈਰਾਗ੍ਰਾਫ ਸ਼ੁਰੂ ਹੁੰਦਾ ਨਾ 279 ਦੀ 3 ਲੈਣਾ ਬਾਅਦ ਇੱਕ ਪੈਰਾਗ੍ਰਾਫ ਸ਼ੁਰੂ ਹੁੰਦਾ ਹੈ। ਠੀਕ ਹੈ, हम इससे पहले अभी बयान कर चुके हैं। हाँ जी, ਉੱਥੇ ਬਹੁਤ ਲੰਬਾ ਹੋ ਜਾਏਗਾ ਫਿਰ। जी जी, कोई गल नहीं, मतलब किताब पढ़ लेनी चाहिए है जे समझना होवे ते। अच्छा चलो ठीक है, जिस तरह तुसीं राजी हो।
यार ये नीचे प्लीज लिखने वाले प्लीज थोड़ा सा एहतियात करें। अच्छा नहीं, नीचे कोई मिर्जा ज़ैन के बारे में कोई गलत कमेंट ना करे। ठीक है। अच्छा, अच्छा पढ़े जी, पढ़े, शुरू ये करें। सब लिखते हैं जी, हम इससे पहले अभी बयान कर चुके हैं कि ऐसे औलिया अल्लाह जो मामूर नहीं होते, यानी नबी या रसूल या मुहद्दस नहीं होते, उनमें से नहीं होते जो दुनिया को खुदा के हुक्म और इल्हाम से खुदा की तरफ बुलाते हैं। ऐसे वलियों को किसी आला ख़ानदान या आला कौम की ज़रूरत नहीं, क्योंकि इनका सब मामला अपनी ज़ात तक महदूद होता है। लेकिन इनके मुकाबिल पर एक दूसरी किस्म के वली हैं जो रसूल या नबी या मुहद्दस कहलाते हैं, और वो खुदा ताला की तरफ से एक मनसब हुकूमत और क़ज़ा का लेकर आते हैं, और लोगों को हुक्म होता है कि इनको अपना इमाम और सरदार और पेशवा समझ लें, और जैसा कि वो खुदा ताला की इताअत करते हैं, इसके बाद खुदा के उन नायबों की इताअत करें। इस मनसब के बुज़ुर्गों के मुतल्लिक़ कदीम से खुदा ताला की यही आदत है कि इनको आला दर्जा की कौम और ख़ानदान में से पैदा करता है, ता इनके कबूल करने और इनकी इताअत का जुआ उठाने में किसी को कराहत ना हो। और चूँकि खुदा निहायत रहीम व करीम है, इसलिए नहीं चाहता कि लोग ठोकर खावें, उनको ऐसा इब्तला पेश आवे जो इनको इस सादत उज़्मा से महरूम रखे कि वो उसके मामूर के कबूल करने से इस तरह पर रुक जाएं कि शख्स की नीच कौम के लिहाज से नंग और आर उन पर गालिब हो, और वो दिली नफ़रत के साथ इस बात से कराहत करें कि इसके ताबेदार बने और इसको अपना बुज़ुर्ग करार दें। और इंसानी जज्बात और तसव्वुरात पर नज़र करके ये बात खूब ज़ाहिर है कि ये ठोकर तबन नौ इंसान को पेश आती है। मसलन एक शख्स जो कौम का चूड़ा यानी भंगी है और गांव के शरीफ मुसलमानों की 30-40 साल से खिदमत करता है कि 2 वक्त इनके घरों की गंदी नालियों को साफ़ करने आता है और इनके पखानों की निजासत उठाता है, और 1-2 दफ़ा चोरी में भी पकड़ा गया है, और चंद दफ़ा ज़िना में भी गिरफ्तार होकर उसकी रसवाई हो चुकी है, और चंद साल जेल खाना में कैद भी रह चुका है, और चंद दफ़ा ऐसे बुरे कामों पर गांव के नंबरदारों ने इसको जूते भी मारे हैं, और इसकी माँ और दादियाँ और नानियाँ हमेशा से ऐसे ही नजस काम में मशगूल रही हैं, और सब मुर्दार खाते और गोह उठाते हैं। अब खुदा ताला की कुदरत पर ख्याल करके मुमकिन तो है कि वो अपने कामों से तायब होकर मुसलमान हो जाए, और फिर ये भी मुमकिन है कि खुदा ताला का ऐसा फजल इस पर हो कि वो रसूल और नबी भी बन जाए। और अच्छा, उसी एक मिनट ठहर जाओ ना, मैंने पहले पूरा पढ़ लेने दे, फिर सवाल कर लेना प्लीज। एक पार्ट मुकम्मल हो गया मैं मैं सर मैं थोड़ा पार्ट ही क्लियर पूरा कर करांगा, लेना, पार्ट पूरा नहीं होया इस तरह ना इजी हो करो। जाए यार ना। ਤੁਸੀਂ ਸਰ ਪਾਠ ਪੂਰਾ ਕਰ ਲੈਂਦੇ ਨਾ, ਤੁਸੀਂ ਸਵਾਲ ਜਿੱਥੋਂ ਕਰੋਗੇ ਉੱਥੋਂ ਹੀ ਜਵਾਬ ਦਿਆਂਗਾ। अच्छा, ठीक है। ठीक है, तायब होकर मुसलमान हो जाए। फिर ये भी मुमकिन है कि खुदा ताला का ऐसा फजल इस पर हो कि वो रसूल और नबी भी बन जाए, और उसी गांव के शरीफ लोगों की तरफ दावत का पैगाम लेकर आवे और कहे कि जो शख्स तुम में से मेरी इताअत नहीं करेगा, खुदा उसे जहन्नम में डालेगा। लेकिन बावजूद इस इम्कान के जब से कि दुनिया पैदा हुई है, कभी खुदा ने ऐसा नहीं किया, क्योंकि ऐसा करना इसकी हिकमत और मसलत के ख़िलाफ़ है, और वो जानता है कि लोगों के लिए ये एक फ़ौकुल ताकत ठोकर की जगह है कि ऐसा शख्स जो पश्त दर पुश्त रजील चला आता है और लोगों की नज़र में ना सिर्फ वो नीच है बल्कि उसका बाप और दादा और परदादा और जहाँ तक मालूम है कौम के नीच हैं और हमेशा से शरीर और बदकार होते चले आए हैं और मवेशियों की तरह अदना खिदमतें करते रहे हैं। अब अगर लोगों से इसकी इताअत कराई जाए तो बिलाशुबा लोग इस इताअत से कराहत करेंगे, क्योंकि ऐसी जगह में कराहत करना इंसान के लिए एक तबी अमर है। इसलिए खुदा ताला का कदीम कानून सुन्नत यही है कि वो सिर्फ उन लोगों को मनसब दावत यानी नबूवत वगैरह पर ममूर करता है जो आला ख़ानदान में से हों और ज़ाती तौर पर भी चाल चलन अच्छे रखते हों, क्योंकि जैसा कि खुदा ताला कादिर है, हकीम भी है, और इसकी हिकमत और मसले चाहती है कि अपने नबी और मामूरों को ऐसी आला कौम और ख़ानदान और ज़ाती नेक चाल चलन के साथ भेजे ताकि कोई दिल इनकी इताअत से कराहत ना करे। यही वजह है कि जो तमाम नबी अलैहिस्सलाम आला कौम और ख़ानदान में से आते रहे हैं, इसी हिकमत और मसले की तरफ इशारा है कि अल्लाह ताला ने कुरान शरीफ में हमारे सईद व मौला नबी सल्लल्लाहु अलैहि वसल्लम के वजूद बावजूद की निस्बत इन दोनों खूबियों का तज़किरा फरमाया है। जैसे को फरमाता है,
लाकद जाकुम रसूलुम मिन अनफुसिकुम, यानी तुम्हारे पास वो रसूल आया है जो ख़ानदान और कबीला और कौम के लिहाज से तमाम दुनिया से बढ़कर है। जी सवाल कर लो की है ਇਹਦੇ 'ਚ। ਅੱਛਾ, ਇਹਦੇ ਵਿੱਚ ਸਵਾਲ ਇਹ ਬੰਦਾ ਵੇ ਕਿ ਜਿੱਥੇ ਤੱਕ ਤੁਸੀਂ ਤਹਿਰੀਰ ਪੜ੍ਹੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ, ਇਹਦੇ ਵਿੱਚ ਪਹਿਲੀ ਜਗ੍ਹਾ ਮਿਰਜ਼ਾ ਸਾਹਿਬ ਨੇ ਇਹ ਫਰਮਾਇਆ ਹੈ ਕਿ ਉਹ ਬੰਦਾ ਨਬੀ ਬਣ ਸਕਣਾ ਵੇ ਜਿਹੜਾ ਜ਼ਨਾਕਾਰ ਹੋਏ, ਚੋਰੀ ਹੋਏ, ਜੇਲ੍ਹ ਵਿੱਚ ਹੀ ਰਿਹਾ ਹੋਏ, ਸਜ਼ਾ ਯਾਫਤਾ ਹੋਏ, ਘਰਾਂ ਦੇ ਨੰਬਰਦਾਰਾਂ ਨੇ ਵੀ ਉਹਨੇ ਜੁੱਤੀਆਂ ਮਾਰੀਆਂ ਹੋਣ, ਤੇ ਉਹਦੀਆਂ ਜਿਹੜੀਆਂ ਨਾਨੀਆਂ ਦਾਦੀਆਂ ਨੇ ਉਹ ਵੀ ਇਸੇ ਬੰਦੇ ਦੀ ਤਰ੍ਹਾਂ ਨਜਸ ਹੋਣ, ਨਜਸ ਕੰਮਾਂ 'ਚ ਮਸ਼ਹੂਰ ਰਹੀਆਂ ਹਨ, ਮੁਰਦਾਰ ਖਾਣੀਆਂ ਰਹੀਆਂ ਹੋਣ, ਮਤਲਬ ਹੈ ਹੋਰ ਅੱਗੇ ਵੀ ਇੱਕ ਲਫ਼ਜ਼ ਲਿਖਿਆ ਗੰਦਗੀ ਉਠਾਣੇ ਦੇ ਹੋਣ, ਤੇ ਉਹ ਬੰਦਾ ਖੁਦ ਵੀ ਤੇ ਉਹਦੀਆਂ ਦਾਦੀਆਂ ਨਾਨੀਆਂ ਵੀ, ਤੇ ਮਤਲਬ ਉਹਦਾ ਜਿਹੜਾ ਖਾਨਦਾਨ ਹੈ, ਉਹਦੀ ਕੌਮ ਹੈ, ਉਹ ਅੱਛੀ ਨਹੀਂ ਹੈ, ਬਦਕਿਰਦਾਰ ਨੇ, ਉਹ ਬੰਦਾ ਖੁਦ ਵੀ ਤੇ ਉਸ ਦੀਆਂ ਜਿਹੜੀ ਖਾਨਦਾਨ ਕੌਮ ਨਸਲ ਹੈ ਉਹ ਵੀ ਬਦਕਿਰਦਾਰ ਹੈ। ਤੇ ਮਿਰਜ਼ਾ ਸਾਹਿਬ ਨੇ ਲਿਖਿਆ ਕਿ ਇਸ ਤਰ੍ਹਾਂ ਦਾ ਬੰਦਾ ਨਬੀ ਜਾਂ ਰਸੂਲ ਅੱਲਾ ਬਣਾ ਸਕਦਾ ਹੈ, ਬਣ ਸਕਦਾ ਹੈ। ਤੇ ਥੱਲੇ ਹੀ ਨਾਲ ਹੀ ਇਸੇ ਬਾਬ ਵਿੱਚ ਮਿਰਜ਼ਾ ਸਾਹਿਬ ਲਿਖਦੇ ਨੇ ਕਿ ਇਸ ਤਰ੍ਹਾਂ ਦਾ ਬੰਦਾ ਨਬੀ ਨਹੀਂ ਬਣ ਸਕਦਾ, ਕਿਉਂਕਿ ਨਬੀ ਬਣਾਉਣ ਵਾਸਤੇ ਅੱਲਾਹ ਤਾਲਾ ਜਿਹੜਾ ਅੱਛਾ ਖਾਨਦਾਨ ਹੋਣਾ ਚਾਹੀਦਾ, ਅੱਛੀ ਕੌਮ ਹੋਣੀ ਚਾਹੀਦੀ ਹੈ, ਉਸ ਬੰਦੇ ਦਾ ਕਿਰਦਾਰ ਹੈ ਜਿਹੜਾ ਨਬੂਵਤ ਤੋਂ ਪਹਿਲੇ ਅੱਛਾ ਹੋਣਾ ਚਾਹੀਦਾ। ਠੀਕ ਹੈ, ਤਾਂ ਉਹਨਾਂ ਨੇ ਫਿਰ ਮਿਰਜ਼ਾ ਸਾਹਿਬ ਨੇ ਕੁਛ ਕੁਰਾਨ ਦੀਆਂ ਆਇਤਾਂ ਵੀ ਪੜ੍ਹੀਆਂ ਨੇ, ਨਬੀ ਪਾਕ ਦੀ ਮਿਸਾਲ ਵੀ ਦਿੱਤੀ ਹੈ। ਤੇ ਇਹਦੇ 'ਚ ਮੇਰਾ ਸਵਾਲ ਜ਼ਿਹਨ ਵਿੱਚ ਇਹ ਉੱਠਦਾ ਹੈ ਕਿ ਇਹਦੇ ਵਿੱਚ ਦੋ ਗੱਲਾਂ ਪਾਈਆਂ ਜਾਣੀਆਂ ਨੇ। ਪਹਿਲੀ ਗੱਲ ਇਹ ਕਿ ਮਿਰਜ਼ਾ ਸਾਹਿਬ ਨੇ ਇਕਰਾਰ ਕੀਤਾ ਹੈ ਕਿ ਇਸ ਤਰ੍ਹਾਂ ਦਾ ਬੁਰਾ ਸ਼ਖਸ, ਬੁਰੇ ਕਿਰਦਾਰ ਵਾਲਾ ਨਬੀ ਬਣ ਸਕਦਾ, ਤੇ ਨਾਲ ਹੀ ਮਿਰਜ਼ਾ ਸਾਹਿਬ ਕਹਿੰਦੇ ਨੇ ਨਹੀਂ ਬਣ ਸਕਦਾ। ਇਹ ਦੋ ਗੱਲਾਂ ਆਪੋਜ਼ਿਟ ਹੋ ਗਈਆਂ, ਇਹ ਦੋ ਗੱਲਾਂ ਤਜ਼ਾਦ ਪਾਇਆ ਜਾਣਾ, ਇੱਕ ਦੂਸਰੇ ਦੇ ਉਲਟ ਨੇ। ਇਹਨਾਂ ਦੋਵਾਂ ਗੱਲਾਂ 'ਚ ਇੱਕ ਤਨਾਕੁਜ਼ ਪਾਇਆ ਜਾ ਰਿਹਾ। ਤੇ ਇਹ ਸਵਾਲ ਹੈ ਕਿ ਮਿਰਜ਼ਾ ਸਾਹਿਬ ਦੀ ਕਿਹੜੀ ਗੱਲ ਮੰਨੀ ਜਾਏ, ਪਹਿਲੀ ਜਾਂ ਦੂਸਰੀ? ਜੀ ਮੈਂ अर्ज कर देना, मैं जज़ाकल्लाह, सवाल ਤੁਸੀਂ ਅੱਛਾ ਕੀਤਾ, ਮਗਰ ਕਿਉਂਕਿ ਤੁਸੀਂ ਮਿਰਜ਼ਾ ਸਾਹਿਬ ਦੀ ਸਿਰਫ ਅੱਧੀ ਤਹਿਰੀਰ ਨੂੰ ਲੈ ਕੇ ਤੁਸੀਂ ਅਗਲੀ ਨਹੀਂ ਪੜ੍ਹ ਰਹੇ, ਤੁਸੀਂ ਕਿਉਂਕਿ ਮਜ਼ਮੂਨ ਪੂਰਾ ਹੈ। ਠੀਕ ਹੈ, ਹੁਣ ਮੈਂ ਤੁਹਾਨੂੰ ਦੱਸ ਦੇਣਾ, ਇਹਦੇ ਵਿੱਚ ਮਿਰਜ਼ਾ ਸਾਹਿਬ ਨੇ ਜਿੱਥੇ ਉਹ ਮੁਰਦਾਰ ਖਾਤੇ और गो उठाते हैं ਉੱਥੋਂ ਅੱਗੇ ਇੱਕ ਫਿਕਰਾ ਲਿਖਿਆ ਹੈ। ਤੁਸੀਂ ਉਹ ਫਿਕਰਾ ਨਹੀਂ ਦੇਖਿਆ ਸ਼ਾਇਦ, ਜਾਂ ਤੁਸੀਂ ਉਹਨੂੰ ਪੜ੍ਹਨਾ ਨਹੀਂ ਚਾਹਿਆ। मेरे साथ लिखते हैं, आप खुदा ताला की कुदरत पर ख्याल करें तो मुमकिन तो है। ये मिर्ज़ा साहब खुदा ताला की कुदरत का जिक्र कर रहे हैं कि खुदा ताला जो चाहे वो कर सकता है। जे खुदा ताला चाहे तो ऐसे शख्स को भी बना सकता है, जे खुदा ताला चाहे। ठीक है, मगर मिर्ज़ा साहब ना की लिख रहे हैं, मगर ये खुदा ताला की जिहड़ी है वो यानी कि फितरत नहीं है, या खुदा ताला इस तरह नहीं करता। उसकी वजह कि मिर्ज़ा साहब ने लिखी है बड़ी तफसील दे नाल कि क्यों खुदा ताला इस तरह नहीं करता। ये पहली जिहड़ी है खुदा ताला दी कुदरत है, और इस कुदरत नूं असीं सारे मानने हाँ कि खुदा ताला दुनिया दे विच जो चाहे कर सकदा है। ठीक है, और ये जो चाहण दे विच है खुदा ताला दी मर्जी ते। और जी दूसरी चीज़ लिखी है खुदा ताला दी हिकमत है, खुदा ताला हकीम भी है। असीं इन्हां दोवां खुदा ताला दी दोवां क्वालिटियां ते एज अ मुस्लिम असीं यकीन करने हाँ कि खुदा ताला दी ज़ात जो चाहे करे और कर सकती है, और जे कोई काम नहीं करती तो ਉਹਦੇ ਪਿੱਛੇ हिकमत की है। ये टोटल इस मजमून का मतलब है। ਹੁਣ ਤੁਸੀਂ ਦੱਸੋ, ਦੁਬਾਰਾ ਸਵਾਲ ਕਰ ਲਓ ਜੇ ਤੁਹਾਨੂੰ ਮੇਰੀ ਗੱਲ ਸਮਝ ਨਹੀਂ ਆਈ। ਮਿਰਜ਼ਾ ਸਾਹਿਬ ਨੇ ਜਿਹੜਾ ਲਿਖਿਆ ਹੈ ਤੇ ਠੀਕ ਹੈ ਕਿ ਅੱਲਾ ਹਰ ਚੀਜ਼ ਪਰ ਕੁਦਰਤ ਹੈ, ਉਹ ਇੰਨਾ ਅਲਾ ਕੁੱਲ ਸ਼ੈਇਨ ਕਦੀਰ ਹੈ, ਲੇਕਿਨ ਮਿਰਜ਼ਾ ਸਾਹਿਬ ਨੇ ਕਿਹਾ ਕਿ ਅੱਲਾ ਇਸ ਤਰ੍ਹਾਂ ਦੇ ਉਹਨਾਂ ਦੀ ਜਿਹੜੀ ਤਹਿਰੀਰ ਕੀਤੀ ਹੈ ਇਸ ਬਦਕਿਰਦਾਰ ਇਨਸਾਨ ਦੇ ਬਾਰੇ, ਉਹ ਇਹ ਹੀ ਹੈ ਕਿ ਅੱਲਾਹ ਤਾਲਾ ਇਸ ਤਰ੍ਹਾਂ ਦੇ ਬੰਦੇ ਨੂੰ ਨਬੀ ਬਣਾ ਸਕਦਾ, ਰਸੂਲ ਬਣਾ ਸਕਦਾ। ਜਿਹੜੀਆਂ ਅਸੀਂ ਉਹਦੀਆਂ ਗਿਣਤੀਆਂ ਨੇ, ਗੱਲਾਂ ਗਿਣਤੀਆਂ ਨੇ ਕਿ ਉਹਦੇ 'ਚ ਇਹ ਜਿਹਾ ਬੁਰਾਈਆਂ ਪਾਈਆਂ ਜਾਣੀਆਂ, ਤੇ ਮਿਰਜ਼ਾ ਸਾਹਿਬ ਲਿਖ ਰਹੇ ਨੇ ਕਿ ਇਸ ਤਰ੍ਹਾਂ ਦੇ ਬੰਦੇ ਨੂੰ ਅੱਲਾ ਨਬੀ ਬਣਾ ਸਕਦਾ, ਉਹ ਰਸੂਲ ਬਣ ਸਕਦਾ। ਉਹਨਾਂ ਨੇ ਇਕਰਾਰ ਕੀਤਾ ਹੈ, ਇਹ ਗੱਲ ਤਾਂ ਤੁਸੀਂ ਮੰਨਦੇ ਹੋ ਨਾ? ਨਹੀਂ, ਤੁਸੀਂ ਉੱਥੇ ਜਿਹੜਾ ਮੈਂ ਲਫ਼ਜ਼ ਦੁਬਾਰਾ ਪੜ੍ਹਿਆ ਨਾ, ਤੁਸੀਂ ਉਸ ਲਫ਼ਜ਼ ਤੇ ਆ ਜਾਓ उस फिक्रे के बाद जिथे मिर्जा साहब ने एक शख्स दियां बुराइयां गिनाइयां ने। बेसिक इसका मतलब नहीं है कि एक ही शख्स सारियां बुराइयां ने, यानी कोई भी बुराई हो सकती है इन्हां विचों। ठीक है ना, और इवन सारियां भी होण, सारियां भी होण, ट्रू भाई, इवन के सारियां बुराइयां ने। सर मैनू बोलते देने दिओ ना, थोड़ा सवाल हो गया, मैं जवाब भी तो नाल देन दिओ ना। चाहे इन्हां च एक बुराई होवे, चाहे सारियां बुराइयां एक ही शख्स दे विच होण, ठीक है, वो और भावें ਉਹਦੇ ਵਿੱਚ होण, और फिर ये और अब खुदा ताला की कुदरत पर ख्याल करे तो मुमकिन है। ये अल्लाह ताला के मिर्जा साहब के लिख रहे हैं। ठीक है, ये खुदा ताला की कुदरत बयान कर रहे हैं
ਕਿ ਇਤਨਾ ਵੀ ਯਾਨੀ ਕਿ ਜੋ ਗਿਰੀਆਂ ਹੋਈਆਂ ਚੀਜ਼ਾਂ ਦੁਨੀਆ ਵਿੱਚ ਸਾਡੇ ਸਾਹਮਣੇ ਆਉਂਦੀਆਂ ਨੇ ਕਿ ਇਹ ਬੰਦਾ ਬਹੁਤ ਹੀ ਗਿਰਿਆ ਹੋਇਆ ਆਦਮੀ ਹੈ ਜਾਂ ਉਹਦੀ ਕਿਰਦਾਰ ਇਸ ਤਰ੍ਹਾਂ ਦਾ ਹੈ, ਐਸਾ ਸ਼ਖਸ ਵੀ ਜੇ ਖੁਦਾ ਤਾਲਾ ਦੀ ਕੁਦਰਤ ਚਾਹੇ ਤੇ ਉਸ ਤਰ੍ਹਾਂ ਨਹੀਂ, ਜੇ ਖੁਦਾ ਤਾਲਾ ਦੀ ਕੁਦਰਤ ਚਾਹੇ, ਮੇਰੇ ਸਾਥ ਇਹ ਨਹੀਂ ਲਿਖਿਆ ਕਿ ਉਹ ਬਣ ਸਕਦਾ, ਮੇਰੇ ਨਾਲ ਲਿਖਿਆ ਅਗਰ ਖੁਦਾ ਤਾਲਾ ਦੀ ਕੁਦਰਤ ਚਾਹੇ। ਇਹ ਤੁਸੀਂ ਕੁਦਰਤ ਔਰ ਫਜ਼ਲ ਦਾ ਤੁਸੀਂ ਜ਼ਿਕਰ ਨਹੀਂ ਕਰ ਰਹੇ ਵਿੱਚ। ਤੁਸੀਂ ਮੰਨਦੇ ਹੋ ਕਿ ਖੁਦਾ ਤਾਲਾ ਜੋ ਚਾਹੇ ਕਰ ਸਕਦਾ ਹੈ? ਟਰੂ ਸਾਹਿਬ, ਮੇਰਾ ਅਗਲਾ ਸਵਾਲ ਦਾ ਜਵਾਬ ਦੇਣ ਤੋਂ ਪਹਿਲੇ ਇਹ ਸਵਾਲ ਟਰੂ ਸਾਹਿਬ ਇੱਕ ਮਿੰਟ ਗੱਲ ਤੇ ਸੁਣ ਲਓ ਨਾ। ਮੇਰਾ ਸਵਾਲ ਦਾ ਜਵਾਬ ਪੂਰਾ ਕਰਨ ਤੋਂ ਪਹਿਲੇ ਵਿੱਚ ਸਿਰਫ ਇੱਕ ਛੋਟਾ ਜਿਹਾ ਸਵਾਲ ਹੈ, ਤੁਸੀਂ ਮੰਨਦੇ ਹੋ ਕਿ ਖੁਦਾ ਤਾਲਾ ਜੋ ਚਾਹੇ ਕਰ ਸਕਦਾ ਹੈ? ਹਾਂਜੀ ਕਰ ਸਕਦਾ। अस्सलाम वालेकुम। वालेकुम अस्सलाम। एक मिनट, अच्छा जी, हाँ जी ट्रू भाई। जो चाहे में आता है कि यार ईसा एक मिनट अलैहिस्सलाम अब्दुल्ला को भाई जिस्म ऐसे ना समेत करें ना, उठाना। ऐसे ना भाई करें, उन्होंने देखें गल प्लीज। चाह रही है ना अमर भाई यार है ना। ओके ओके। हाँ जी, पर स्क्रीन नजर नहीं आ रही है। हाँ जी दुरुस्त है कि अल्लाह ताला हर बस चीज बस इतना जवाब चाहिए, अगला मेरा जवाब वो पूरा हर चीज पर कादर है। हाँ गल ते जी दुरुस्त है ਤੁਹਾਡੀ, ठीक है। जज़ाकल्लाह। ਹੁਣ ਇਹਦਾ ਮਤਲਬ ਇਹ ਹੈ ਕਿ ਜਿਹੜਾ ਮਿਰਜ਼ਾ ਸਾਹਿਬ ਨੇ ਪਿੱਛੇ ਲਿਖ ਕੇ ਦੱਸਿਆ ਹੈ ਕਿ ਜੇ ਅੱਲਾਹ ਤਾਲਾ ਚਾਹੇ, ਅੱਗੇ ਕੁਦਰਤ ਦਾ ਜ਼ਿਕਰ ਵੀ ਕੀਤਾ ਮਿਰਜ਼ਾ ਸਾਹਿਬ ਨੇ। ਹੁਣ ਜੇ ਇਤਨੀ ਜੀ ਗੱਲ ਸਮਝ ਨਹੀਂ ਆਉਂਦੀ ਕਿ ਕੁਦਰਤ ਦਾ ਜ਼ਿਕਰ ਹੋ ਰਿਹਾ, ਜੇ ਅੱਲਾਹ ਚਾਹੇ ਤੇ ਐਸਾ ਵੀ ਹੋ ਸਕਦਾ ਹੈ, ਮਗਰ ਮਿਰਜ਼ਾ ਸਾਹਿਬ ਲਿਖ ਰਹੇ ਨੇ ਕਿ ਐਸਾ ਕਿਉਂ ਨਹੀਂ ਹੁੰਦਾ। ਉਹਦੀ ਅੱਗੇ ਮਿਰਜ਼ਾ ਸਾਹਿਬ ਨੇ ਵਜ੍ਹਾ ਬਿਆਨ ਕੀਤੀ ਹੈ ਕਿ ਲੋਕੀ ਕਰਾਹਤ ਕਰਨਗੇ, ਉਹਨੂੰ ਮੰਨਣਗੇ ਨਹੀਂ, ਠੀਕ ਹੈ, ਤੇ ਇਸ ਵਾਸਤੇ ਖੁਦਾ ਤਾਲਾ ਇਹ ਕੰਮ ਨਹੀਂ ਕਰਦਾ, ਮਗਰ ਜੇ ਕਰਨਾ ਚਾਹੇ ਤੇ ਕਰ ਸਕਦਾ ਹੈ। ਇਤਨੀ ਜੀ ਗੱਲ ਹੈ। ਹੁਣ ਜੇ ਇਹਦੇ ਬਾਅਦ ਵੀ ਤੁਹਾਨੂੰ ਗੱਲ ਸਮਝ ਨਹੀਂ ਆਈ ਤੇ ਫਿਰ ਤੁਸੀਂ ਅਗਲਾ ਸਵਾਲ ਕਰ ਲਓ। ਮੈਂ ਹੁਣ ਮੇਰਾ ਤੁਹਾਡੇ ਕੋਲ ਸਵਾਲ ਹੈ, ਆਮਰ ਜੀ ਕੋ ਬਾਅਦ ਚ ਕਰਨੀ, ਹੁਣ ਮੇਰਾ ਤੁਹਾਡੇ ਕੋਲ ਸਵਾਲ ਹੈ ਕਿ ਅੱਲਾਹ ਤਾਲਾ ਦੇ ਹੱਥ ਹੈ ਨੇ, ਹੱਥ ਪੈਰ ਹੈ ਨੇ ਅੱਲਾਹ ਤਾਲਾ ਦੇ? ਕੁਰਾਨ ਵਿੱਚ ਹੈ ਕਿ ਅੱਲਾਹ ਤਾਲਾ ਨੇ ਹਜ਼ਰਤ ਆਦਮ अलैहिस्सलाम ਨੂੰ ਮਿੱਟੀ ਨਾਲ ਬਣਾਇਆ ਔਰ ਆਪਣੇ ਹੱਥਾਂ ਨਾਲ ਬਣਾਇਆ। ਹੁਣ ਉਹਦੇ ਹੱਥ ਕਿਸ ਤਰ੍ਹਾਂ ਨੇ ਇਨਸਾਨਾਂ ਦੇ? ਮੈਂ ਤੁਹਾਡੇ ਕੋਲ ਕੋਈ ਪੁੱਛ ਰਿਹਾ, ਜੋ ਮੈਂ ਪੁੱਛ ਰਿਹਾ ਉਹਦੇ ਹੱਥ ਹੈ ਨੇ ਜਿਸ ਤਰ੍ਹਾਂ ਉਹਨੇ ਦੇਖੋ ਮੈਂ ਤੁਹਾਡੀ ਗੱਲਾਂ ਦਾ ਸਿੱਧਾ ਜਵਾਬ ਦਿੱਤਾ ਹੈ। ਚਾਹ ਗਈ ਉਹਦੇ ਹੱਥ ਹੈ ਨੇ, ਉਹ ਸੁਣਦਾ ਹੈ, ਉਹ ਦੇਖਦਾ ਹੈ ਕਿਸ ਤਰ੍ਹਾਂ ਉਹ ਯਾਨੀ ਤੁਸੀਂ ਮੰਨਦੇ ਹੋ? ਅਸੀਂ ਨਹੀਂ ਸੋਚਣਾ, ਅਸੀਂ ਇਹਦੇ ਤੇ ਇਮਾਨ ਰੱਖਣਾ ਕਿ ਉਹ ਦੇਖ ਸਕਦਾ ਹੈ, ਸੁਣ ਸਕਦਾ ਹੈ, ਸਾਡਾ ਉਹਦੇ ਪਰ ਇਹ ਇਮਾਨ ਹੈ। ਹੁਣ ਅਸੀਂ ਜਿਹੜਾ ਸਵਾਲ ਕੀਤਾ ਨਾ ਉਹਦਾ ਜਵਾਬ ਦੇਣਾ ਚਾਹੀਦਾ ਜਿਸ ਤਰ੍ਹਾਂ ਮੈਂ ਦਿੱਤਾ ਹੈ ਜੀ ਰੂ ਭਾਈ, ਜਿਸ ਤਰ੍ਹਾਂ ਮੈਂ ਜਵਾਬ ਦਿੱਤਾ ਹੈ ਨਾ ਤੁਹਾਡੀ ਗੱਲ ਦਾ, ਉਸੇ ਤਹਿਰੀਰ ਪੜ੍ਹ ਕੇ ਉਹਦੇ ਦੇ ਵਿੱਚੋਂ ਮੈਂ ਆਪਣੇ ਕੋਈ ਲਫ਼ਜ਼ ਨਹੀਂ ਐਡ ਕੀਤੇ, ਠੀਕ ਹੈ, ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਠੀਕ ਹੈ। ਅੱਛਾ, ਕਿਆ ਖੁਦਾ ਤਾਲਾ ਦੇ ਹੱਥ ਪੈਰ ਹੈ ਨੇ? ਹਾਂਜੀ, ਹੱਥਾਂ ਦਾ ਵੀ ਮਿਸਾਲ ਮਿਲਦੀ ਹੈ ਕੁਰਾਨ ਵਿੱਚ ਕਿ ਅੱਲਾਹ ਤਾਲਾ ਨੇ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਹਜ਼ਰਤ ਆਦਮ अलैहिस्सलाम ਨੂੰ ਆਪਣੇ ਹੱਥਾਂ ਨਾਲ ਬਣਾਇਆ ਤੇ ਫਿਰ ਪੈਰ ਦੀ ਮਿਸਾਲ ਮਿਲਦੀ ਹੈ, ਕਿਉਂਕਿ ਕਿਆਮਤ ਵਾਲੇ ਦਿਨ ਅੱਲਾਹ ਤਾਲਾ ਜਹੰਨਮ ਵਿੱਚ ਪੈਰ ਰੱਖੇਗਾ ਤੇ ਜਹੰਨਮ ਕੋਲ ਪੁੱਛੇਗਾ ਕਿਆ ਤੂੰ ਬਾਹਰ ਗਈ, तो जहन्नम के कोई तेरे को इस तरह का कोई मेरे पूरा सही याद नहीं आए, लेकिन अल्लाह ताला जहन्नम दे अंदर पैर रखणगे, एक मिलता है कुरान विच सानू। यानी ਤੁਹਾਡੇ ਨਜ਼ਦੀਕ ਅੱਲਾਹ ਤਾਲਾ ਦੇ ਹੱਥ ਪੈਰ ਹੈ ਨੇ, ਅੱਲਾਹ ਤਾਲਾ ਜਿਸਮ ਰੱਖਦਾ ਹੈ जी, ਇਹ ਤੁਹਾਡੇ ਨਜ਼ਦੀਕ ਹੈ? नहीं जिसम इस तरह नहीं रखता जिस तरह इंसान रखता है। ਤੇ ਫਿਰ ਹੱਥ ਪੈਰ ਕਿਸ ਤਰ੍ਹਾਂ ਦੇ ਨੇ? ਉਹਦੇ ਮਿਸਾਲ ਮਿਲਦੀ ਹੈ ਨਾ ਸਾਨੂੰ। ਇਹ ਵੀ ਮਿਸਾਲ ਹੈ ਨਾ ਸਰਕਾਰ, ਇਹ ਫਿਰ ਮੈਂ ਗੱਲ ਕਰ ਰਿਹਾ ਜਿਹੜਾ ਹੁਣ ਮੇਰਾ ਪੁਆਇੰਟ ਸਮਝ ਲਓ। ਜਦੋਂ ਕੋਈ ਵੀ ਤਹਿਰੀਰ ਤੁਹਾਡੇ ਸਾਹਮਣੇ ਆਂਦੀ ਹੈ ਨਾ, ਠੀਕ ਹੈ, ਤਾਂ ਉਹਨੂੰ ਸਮਝਣ ਵਾਸਤੇ ਉਹ ਸਮਝਣਾ ਪਏਗਾ ਕਿ ਲਿਖਿਆ ਕੀ ਹੋਇਆ ਹੈ। ਮੈਂ ਵੀ ਮੰਨਣਾ ਵਾਂ ਕੁਰਾਨ ਮਜੀਦ 'ਚ ਲਿਖਿਆ ਹੋਇਆ ਹੈ, ਠੀਕ ਹੈ, ਮਗਰ ਅਸੀਂ ਐਜ਼ ਅ ਮੁਸਲਮਾਨ ਅਸੀਂ ਖੁਦਾ ਤਾਲਾ ਦੇ ਹੱਥ ਪੈਰ ਨਹੀਂ ਮੰਨਦੇ, मगर कुरान मजीद में लिखा है, ठीक है, कि वो नबी तेरा हाथ नहीं था, उनके हाथों पर ये खुदा का हाथ था, ये मेरा हाथ था, ठीक है। हुण उत्थे जिक्र ते हद दा हो रहा है, वो सानू समझाउण वास्ते, ठीक है, क्यों? क्योंकि असी समझ ही इतना सकने हाँ, असी जिसम नू इस तरह ही समझ सकने हाँ, मगर वो हद दा मुराद हथ नहीं है। उत्थे मुराद लेनी पेगी, उत्थे समझना पेगा कि लिखण वाला या दसन वाला सानू दसना की चाह रहा है, वो ताईद का जिक्र है, ठीक है। इस तरह ही जो मिर्जा साहब ने यह तहरीर लिखी है, ये मिर्जा साहब ने एक शख्स की जी बहुत घटिया तो घटिया हालत हो सकती है ना, वो लिख के खुदा तआला की कुदरत दसी है कि खुदा तआला कादिर मुतलक है, वो जो चाहे कर सकता है, एक ऐसे शख्स को भी बना सकता है, मगर ना उन्हें कभी बनाया और ना वो बनाता है, उसकी वजूहत ने। इतनी जी गल है। मैं ये तो ज़्यादा क्योंकि मिर्जा साहब की तहरीर पढ़न के बाद जितनी तहरीर मिर्जा साहब ने लिखी है ना, वो तो बेहतर एक्सप्लेन नहीं कर सकता, क्योंकि मेरे नज़दीक वो नबी ने और मेरे नज़दीक वो जितना एक्सप्लेन उन्होंने कर दिता है ना,
ਉਹਨੂੰ ਪੜਨ ਦੇ ਬਾਅਦ ਇੱਕ ਤੁਸੀਂ ਬੇਸ਼ੱਕ ਉਹਨੂੰ ਮੁਖਾਲਫਤ ਜਿਸ ਤਰ੍ਹਾਂ ਮਰਜ਼ੀ ਲੈ ਜਾਓ, ਮਗਰ ਉਹਨੂੰ ਨੇਕ ਨੀਤੀ ਨਾਲ ਪੜ੍ਹਨਾ ਚਾਹੀਦਾ ਹੈ ਕਿ ਉਹ ਲਿਖਿਆ ਕੀ ਜਾ ਰਿਹਾ। ਇੱਕ ਜਗ੍ਹਾ ਤੇ ਦੁਬਾਰਾ ਮੈਂ ਆਖਰੀ ਫਿਕਰਾ ਕਹਿ ਦੇਣਾ ਵਾ, ਤੁਸੀਂ ਉਹਦੇ ਬਾਅਦ ਅਗਲਾ ਕੋਈ ਹੋਰ ਸਵਾਲ ਕਰ ਲੈਣਾ ਜਾਂ ਆਮਿਰ ਸਾਹਿਬ ਕਰ ਲੈਣ, ਕਿ ਪਹਿਲੀ ਜਗ੍ਹਾ ਤੇ ਕੁਦਰਤ ਦਾ, ਖੁਦਾ ਤਾਲਾ ਦੀ ਕੁਦਰਤ ਦਾ ਇਕਰਾਰ ਕੀਤਾ ਜਾ ਰਿਹਾ ਹੈ। ਕੁਦਰਤ ਤੇ ਬੇਇੰਤਹਾ ਹੈ। ਤੁਸੀਂ ਕੋਈ ਵੀ ਨਾਮੁਮਕਿਨ ਸ਼ੈ ਕਹੋ ਨਾ ਸਾਡੇ ਵਾਸਤੇ, ਉਹ ਵੀ ਖੁਦਾ ਤਾਲਾ ਵਾਸਤੇ ਮੁਮਕਿਨ ਹੈ। ਮੈਂ ਬੰਦਾ ਬੈਠਾ ਵਾਂ ਨਾ, ਮੈਨੂੰ ਅੱਲਾਹ ਤਾਲਾ ਇੱਥੇ ਬੈਠਾ ਬੈਠਾ ਬੰਦਰ ਬਣਾ ਦੇਵੇ, ਹਾਂ ਮੁਮਕਿਨ ਹੈ, ਮਗਰ ਉਹ ਇਸ ਤਰ੍ਹਾਂ ਕਰਦਾ ਨਹੀਂ ਹੈ। ਇਹ ਉਹਦੇ ਅੱਗੇ ਹਿਕਮਤ ਹੈ। ਪਹਿਲੀ ਕੁਦਰਤ ਫਿਰ ਹਿਕਮਤ, ਇਹ ਦੋਵੇਂ ਚੀਜ਼ਾਂ ਨਾਲ ਨਾਲ ਨੇ। ਜਜ਼ਾਕੱਲਾ, ਇਤਨਾ ਜਿਹਾ ਮੈਂ ਤੁਹਾਨੂੰ ਜਵਾਬ ਦੇਣਾ ਸੀ। ਜੇ ਤੁਹਾਨੂੰ ਸਮਝ ਆ ਗਿਆ ਠੀਕ ਹੈ, ਬਣਾ ਤੁਸੀਂ ਤਹਿਰੀਰ ਕੋਲੋਂ ਪੜ੍ਹ ਲਓ, ਜਾਂ ਤੁਸੀਂ ਆਮਿਰ ਨਜ਼ੀਰ ਸਾਹਿਬ ਕੋਲ ਦੁਬਾਰਾ ਪੁੱਛ ਲੈਣਾ ਕਿ ਇਹਦੇ ਵਿੱਚ ਕੀ ਹੈ ਕੀ ਨਹੀਂ ਹੈ। ਮਗਰ ਜੇ ਅੱਧਾ ਮੇਰੇ ਕੋਲ ਪੁੱਛਣਾ ਹੈ ਨਾ ਕਿ ਐਸੇ ਬੰਦੇ ਨੂੰ ਨਬੀ ਬਣਾਇਆ ਜਾ ਸਕਦਾ ਹੈ, ਤਾਂ ਉਹਦਾ ਜਵਾਬ ਮੇਰੇ ਸਾਹਿਬ ਦੀ ਪੂਰੀ ਤਹਿਰੀਰ ਦੇ ਵਿੱਚ ਹੈ। ਅੱਧਾ ਸਫਾ ਪੜ੍ਹ ਕੇ ਮੇਰੇ ਕੋਲ ਜਵਾਬ ਨਾ ਲੈਣਾ ਔਰ ਇਹ ਨਾ ਦਸਤਖਤ ਕਰਾਉਣਾ ਕਿ ਨਹੀਂ, ਇਹ ਸਿਰਫ ਇਤਨਾ ਦੱਸੋ ਕਿ ਐਸਾ ਬੰਦਾ ਨਬੀ ਬਣ ਸਕਦਾ ਹੈ ਜਾਂ ਨਹੀਂ। ਇਹ ਨਹੀਂ ਹੋ ਸਕਦਾ, ਐਸਾ ਜਵਾਬ ਮੈਂ ਨਹੀਂ ਦਿਆਂਗਾ। ਜਜ਼ਾਕੱਲਾ। ਲੇਕਿਨ ਮਿਰਜ਼ਾ ਸਾਹਿਬ ਨੇ ਤਾਂ ਕਿਹਾ ਨਾ ਕਿ ਉਹ ਨਬੀ ਬਣ ਸਕਦਾ ਇਸ ਤਰ੍ਹਾਂ ਦਾ। ਇਹ ਤਾਂ ਕੁਦਰਤ ਜ਼ਾਹਿਰ ਕੀਤੀ ਹੈ ਖੁਦਾ ਤਾਲਾ ਦੀ। ਉਹਦਾ ਨਤੀਜਾ ਆਖਰ ਤੇ ਪਹਿਲੇ ਪਾਰਟ ਦਾ ਇਹ ਨਿਕਲਦਾ ਨਾ ਕਿ ਇਸ ਤਰ੍ਹਾਂ ਦਾ ਬਦਕਿਰਦਾਰ ਜਿਹੜਾ ਬੰਦਾ ਹੋਵੇ, ਉਹ ਕੁਦਰਤ ਹੈ, ਉਹ ਕੁਦਰਤ ਦੱਸੀ ਹੈ। ਹਾਂ, ਤੇ ਕੁਦਰਤ ਮਤਲਬ ਇਹ ਰਿਜ਼ਲਟ ਨਿਕਲ ਰਿਹਾ। ਹਾਂਜੀ, ਕੁਦਰਤ ਇਹ ਹੈ ਕਿ ਅੱਲਾਹ ਤਾਲਾ ਬਣਾ ਸਕਦਾ ਉਹਨੂੰ, ਤੇ ਉਹ ਨਬੀ ਅੱਲਾਹ ਤਾਲਾ ਦੀ ਕੁਦਰਤ ਇਹ ਹੈ ਕਿ ਬਣਾ ਸਕਦਾ ਹੈ। ਅੱਲਾਹ ਔਰ ਮਤਲਬ ਅੱਲਾਹ ਉਹਨੂੰ ਨਬੀ ਜਾਂ ਰਸੂਲ ਬਣਾ ਸਕਦਾ। ਬੇਸ਼ੱਕ ਉਹਦੇ ਚ ਕੁਦਰਤ ਤੁਸੀਂ ਮੰਨਣ ਡਏ ਹੋ, ਇਹ ਕੁਦਰਤ ਤੁਸੀਂ ਮੰਨਣ ਡਏ ਹੋ ਮੇਰੇ ਨਾਲ। ਮਿਰਜ਼ਾ ਸਾਹਿਬ ਜੋ ਚਾਹੇ ਕਰ ਸਕਦੇ ਨਾ ਤਹਿਰੀਰ ਕਰਕੇ ਕਿ ਇਸ ਤਰ੍ਹਾਂ ਦਾ ਬੰਦਾ ਵੀ ਅੱਲਾਹ ਤਾਲਾ ਇਸ ਤਰ੍ਹਾਂ ਦੇ ਬੰਦੇ ਨੂੰ ਵੀ ਨਬੀ ਔਰ ਰਸੂਲ ਬਣਾ ਸਕਦਾ। ਬੇਸ਼ੱਕ ਉਹਨੇ ਇਹ ਗੁਨਾਹ ਜੁਰਮ ਕੀਤੇ ਹੋਣ, ਉਹਦਾ ਜਿਹੜਾ ਖਾਨਦਾਨ ਹੈ ਉਹ ਵੀ ਇਸ ਤਰ੍ਹਾਂ ਦਾ ਹੋਏ, ਉਹਦੀਆਂ ਨਾਨੀਆਂ ਦਾਦੀਆਂ ਵੀ ਇਸ ਤਰ੍ਹਾਂ ਦੀਆਂ ਹੋਵਣ। ਪਹਿਲੀ ਤਹਿਰੀਰ ਦਾ ਇਹ ਨਤੀਜਾ ਨਿਕਲ ਗਿਆ ਨਾ ਕਿ ਮਿਰਜ਼ਾ ਸਾਹਿਬ ਦੇ ਬਕੌਲ ਇਸ ਤਰ੍ਹਾਂ ਦਾ ਬੰਦਾ ਨਬੀ ਔਰ ਰਸੂਲ ਬਣ ਸਕਦਾ। ਠੀਕ ਹੈ। ਦੂਸਰੀ ਜਗ੍ਹਾ ਮਿਰਜ਼ਾ ਸਾਹਿਬ ਨਾਲ ਮੈਨੂੰ ਇਸ ਗੱਲ ਦਾ ਜਵਾਬ ਦੇ ਲੈਣ ਦਿਓ ਜੀ। ਮੈਂ ਪਹਿਲੀ ਗੱਲ ਦਾ ਜਵਾਬ ਦੇ ਨਿਕਲ ਰਿਹਾ ਨਾ। ਕੀ ਨਾਂ ਤੁਹਾਡਾ? ਜਾਨੀ ਸਾਹਿਬ। ਸਰ ਮਹਿਮੂਦ ਨਾਂ ਹੈ ਮੇਰਾ, ਮਗਰ ਮੈਨੂੰ ਇਸ ਤੁਸੀਂ ਗੱਲ ਕੀਤੀ ਹੈ, ਮੈਨੂੰ ਇੱਥੇ ਗੱਲ ਨੂੰ ਫਿਨਿਸ਼ ਕਰ ਲੈਣ ਦਿਓ ਨਾ ਨਾਲ ਨਾਲ। ਚਲੋ ਕਰੋ, ਨਾਲ ਨਾਲ ਲੈ ਕੇ ਚੱਲਦੇ ਹਾਂ ਨਾ। ਠੀਕ ਹੈ। ਮਿਰਜ਼ਾ ਸਾਹਿਬ ਨੇ ਇੱਕ ਸ਼ਖਸ ਦੀ ਬਦਤਰੀਨ ਹਾਲਤਾਂ ਦਾ ਜ਼ਿਕਰ ਕੀਤਾ ਹੈ, ਔਰ ਉਹ ਜ਼ਿਕਰ ਕਰਨ ਦਾ ਮਕਸਦ ਇਹ ਹੈ ਕਿ ਖੁਦਾ ਤਾਲਾ ਦੀ ਕੁਦਰਤ ਹੈ ਜੇ ਉਹ ਚਾਹੇ, ਕਿਉਂਕਿ ਤੁਸੀਂ ਉਹ ਲਫ਼ਜ਼ ਵਿੱਚੋਂ ਕੱਢ ਰਹੇ ਹੋ ਨਾ। ਹਾਂ, ਮੈਂ ਪਾ ਰਿਹਾ ਲਫ਼ਜ਼ ਉਹ ਕੁਦਰਤ ਹੈ, ਯਾਨੀ ਅੱਲਾਹ ਤਾਲਾ। ਮੈਨੂੰ ਇਹ ਦੱਸੋ ਤੁਹਾਡੇ ਕੋਲ ਨਬੀ ਔਰ ਰਸੂਲ ਅਹਿਮਦ ਅਲੀ ਤੇ ਆਮਿਰ ਭਾਈ, ਇੱਕ ਮਿੰਟ ਅਬਦੁੱਲਾ ਭਾਈ, ਇੱਕ ਮਿੰਟ ਇੱਕ ਸਵਾਲ ਖਤਮ ਹੋ ਗਈ ਤੇ ਮੇਰਾ ਵੀ ਸਵਾਲ ਹੈ ਇੱਕ। ਜੀ ਇੱਕ ਮਿੰਟ ਇੱਕ ਸਵਾਲ ਕਰ ਲੈਂਦੇ ਉਹਨਾਂ ਨਾਲ। ਟਰੂ ਭਾਈ ਹੈ ਉਧਰ, ਮੈਂ ਥੋੜਾ ਬਿਜ਼ੀ ਯੂਸਫੀ ਭਾਈ। ਟਰੂ ਭਾਈ ਜੀ ਬੋਲੋ। ਜੀ ਮੈਨੂੰ ਇਹ ਦੱਸੋ, क्या खुदा ताला चाहे? यूसुफ भाई पूछो कब तक खत्म होने मुकालमा। मैं कहा दो मिनट और होने ने मेरा ख्याल है। अच्छा ट्रू भाई, अगर खुदा ताला चाहे तो ऐसे शख्स नू नबी बना सकता है या नहीं? अल्लाह चाहे, सवाल पूरा सुन लेना। अगर खुदा ताला चाहे तो ऐसे शख्स नू नबी बना सकता है या नहीं? अच्छा तुसी मेरे को सवाल पूछ रहे हो? हाँ जी। नहीं, अल्लाह ताला ऐसे शख्स नू नबी नहीं बनांदा। ओदी यानी कि अल्लाह ताला दी कुदरत नहीं है। नहीं, कुदरत दी गल नहीं हो रही। वो नबी मैं कुदरत दी गल पूछ रहा मैं तुम्हारे को, जो सवाल पूछा जा रहा है उत्थे तक रहो ना। तुसी मैनूं सवाल पूछदे मैं उत्थे तक रहना। सवाल है क्या खुदा ताला दी कुदरत है? अबू बकर साहब एक मिनट ठहर जाओ, अबू साहब एक मिनट ठहर जाओ प्लीज। अबू बकर साहब एक मिनट ठहर जाओ, अबू बकर साहब एक मिनट ठहर जाओ ना। अबू एक मिनट ठहर जाओ प्लीज प्लीज। हाँ जी ट्रू भाई, क्या खुदा ताला दी खुदा ताला इस चीज ते कादर है या नहीं है? नहीं देखो, कादर ते हर चीज ते, लेकिन कादर हर चीज ते है, लेकिन किथों आया फिर कहां कि नबी बनाएगा तो ऐ नहीं हो सकदा। ये फिर मिर्जा साहब दस रहे हैं, ये फिर ਤੁਹਾਡੀ ਵਾਲੀ ਗੱਲ ਹੀ ਮਿਰਜ਼ਾ ਸਾਹਿਬ ਕਰ ਰਹੇ ਨੇ। ਨਬੀ ਬਣਾਏਗਾ, ਇਹ ਮੇਰਾ ਅਕੀਦਾ ਨਹੀਂ ਹੈ। ट्रू भाई ਤੁਹਾਡੀ ਵਾਲੀ ਗੱਲ ਹੀ ਮਿਰਜ਼ਾ ਸਾਹਿਬ ਕਰ ਰਹੇ ਨੇ जी कि खुदा ताला कादिर है मगर वो नहीं बनाएगा। जो तुसी मेरा जो जवाब देता है ना, कसम खुदा दी, यही जवाब मिर्जा साहब ने देता है पूरा। अबू बकर भाई एक मिनट गल, अबू बकर भाई इस तरह ना करो प्लीज। अबू बकर साहब इस तरह ना करो प्लीज। अबू बकर साहब इस तरह ना करो प्लीज। जे कहंदे हो तो मैं चला जाना वा, तुसी कर लो गल फिर इन्हां दे नाल, या मैनूं उन्हां नाल कर लैण दिओ। नहीं देखो, जड़ा अन्ना अला कुल्ले शाइन कदीर ते है, इहदे ते कोई दो हां ते ट्रू भाई जो जवाब तुसी दिता है फिर मिर्जा साहब दे रहे हैं। नहीं बना सकदा, नहीं बनांदा ना, ये फिर मिर्जा साहब दे रहे हैं। ना ही वो बना सकदा है, वो सोच ही नहीं सकदा कि मैं इस तरह दे नबी नू, इस तरह दे बंदे नू नबी बनांगा जड़ा इतना बदकिरदार होए। ट्रू भाई जी, ये फिर मिर्जा साहब जवाब दे रहे हैं
ਕਿ ਖੁਦਾ ਤਾਲਾ ਦੀ ਕੁਦਰਤ ਤੇ ਹੈਗੀ ਹੈ ਔਰ ਇਹ ਤੁਸੀਂ ਮੰਨਣ ਡਏ ਹੋ ਕਿ ਉਹ ਕਾਦਰ ਹੈ ਹਰ ਚੀਜ਼ ਤੇ, ਹਰ ਨਾਮੁਮਕਿਨ ਚੀਜ਼ ਜਿਹੜੀ ਸੋਚ ਸਕਨੇ ਆ ਨਾ ਉਸ ਚੀਜ਼ ਤੇ ਕਾਦਰ ਹੈ। ਤੁਸੀਂ ਮੇਰੇ ਸਵਾਲ ਦਾ ਉਹੀ ਜਵਾਬ ਦਿੱਤਾ ਹੈ ਜੋ ਮਿਰਜ਼ਾ ਸਾਹਿਬ ਨੇ ਦਿੱਤਾ ਹੈ, ਮਗਰ ਆਪਣੇ ਲਫ਼ਜ਼ਾਂ ਦੇ ਵਿੱਚ, ਕਿ ਖੁਦਾ ਤਾਲਾ ਕਾਦਰ ਤੇ ਹੈ, ਅਸੀਂ ਉਹਦੀ ਕੁਦਰਤ ਤੇ ਯਕੀਨ ਤੇ ਰੱਖਨੇ ਆ, ਮਗਰ ਇਸ ਤਰ੍ਹਾਂ ਕਰਦਾ ਨਹੀਂ ਹੈ। ਤੁਹਾਡੇ ਵਾਲਾ ਸੇਮ ਜਵਾਬ ਮਿਰਜ਼ਾ ਸਾਹਿਬ ਨੇ ਦਿੱਤਾ ਹੈ। ਮੇਰਾ ਖਿਆਲ ਹੈ ਕਿ ਹੁਣ ਤੁਹਾਨੂੰ ਸਮਝ ਆ ਗਿਆ। ਤੁਹਾਡੇ ਇਸ ਪੂਰੀ ਗੱਲ ਦਾ ਨਿਚੋੜ ਹੈ ਕਿ ਮਿਰਜ਼ਾ ਸਾਹਿਬ ਦਾ ਮਤਲਬ ਹੈ ਕਿ ਉਹ ਕਾਦਰ ਹੈ, ਕੁਦਰਤ ਰੱਖਦਾ ਇਸ ਤਰ੍ਹਾਂ ਦੇ ਬੰਦੇ ਨੂੰ ਨਬੀ ਬਣਾਉਣ ਦੀ, ਲੇਕਿਨ ਉਹ ਬਣਾਉਂਦਾ ਕੁਦਰਤ ਨਹੀਂ। ਹੈ। ਅੱਛਾ ਹਾਂਜੀ ਜੀ, ਅਮਰ ਨਜ਼ੀਰ ਸਾਹਿਬ ਇਹਨਾਂ ਨੇ ਇਹ ਜਵਾਬ ਆਇਆ ਹੈ, ਇਹਨਾਂ ਨੇ ਇਹ ਜਵਾਬ ਦਿੱਤਾ। ਉਹ ਤੁਸੀਂ ਇਹੋ ਹੀ ਦਿੱਤਾ ਹੈ, ਤੁਸੀਂ ਇਹੋ ਹੀ ਦਿੱਤਾ ਹੈ ਕਿ ਉਹ ਕੁਦਰਤ ਤੇ ਰੱਖਦਾ ਹੈ ਮਗਰ ਬਣਾਉਂਦਾ ਨਹੀਂ ਹੈ। ਜਜ਼ਾਕੱਲਾ ਜੀ। ਆमिर भाई अस्सलाम वालेकुम। ਉਹ ਬਿਜ਼ੀ ਹੋਣੇ ਨੇ ਲੱਗਣਾ ਜੀ। ਜਜ਼ਾਕੱਲਾ ਟਰੂ भाई, ਮੈਨੂੰ ਤੁਹਾਡਾ ਨਾਂ ਨਹੀਂ ਪਤਾ, ਨਾਂ ਤੁਹਾਡਾ ਕੀ ਹੈ? ਮੇਰਾ ਨਾਮ ਅਬਦ ਹੈ। ਅਬਦ भाई ਜਜ਼ਾਕੱਲਾ, ਥੈਂਕ ਯੂ ਵੈਰੀ ਮਚ। ਤੁਸੀਂ ਬੜੀ ਪਿਆਰੇ ਤਰੀਕੇ ਨਾਲ ਗੱਲ ਕੀਤੀ ਹੈ ਔਰ ਉਮੀਦ ਹੈ ਜੇ ਸਮਝਣ ਵਾਸਤੇ ਹੋਏ ਤੇ ਅਸੀਂ ਜੇ ਸਮਝ ਆ ਗਈ ਠੀਕ ਹੈ, ਜੇ ਨਹੀਂ ਆਏ ਤੇ ਦੁਬਾਰਾ ਵੀ ਇਹ ਤੇ ਗੱਲ ਕੀਤੀ ਜਾ ਸਕਦੀ ਹੈ। ਠੀਕ ਹੈ, ਤੇ ਮੇਰੇ ਕੋਲ ਇਤਨਾ ਕੀ ਟਾਈਮ ਸੀ, ਮੇਰੀ ਜਾਬ ਤੇ ਜਾਣ ਦਾ ਟਾਈਮ ਹੋ ਰਿਹਾ ਤੇ ਇਨਸ਼ਾਅੱਲਾ। ਜਜ਼ਾਕੱਲਾ, ਥੈਂਕ ਯੂ ਵੈਰੀ ਮਚ ਜੀ। अस्सलाम वालेकुम भाइयों। ओके।